ਗੁੱਡ ਮਾਰਨਿੰਗ ਜੀ ਇੱਕ ਵਾਰ ਫਿਰ ਤੋਂ ਤੁਹਾਨੂੰ, ਤੇ ਗੁੱਡ ਈਵਨਿੰਗ ਵੀ ਇੱਕ ਵਾਰ ਫਿਰ ਤੋਂ। ਇਹ ਗੁੱਡ ਮਾਰਨਿੰਗ ਤੇ ਗੁੱਡ ਈਵਨਿੰਗ ਇਸ ਕਰਕੇ ਕਰਨੀ ਪੈਂਦੀ ਹੈ ਕਿਉਂਕਿ ਸਮੇਂ ਜਿਹੜੇ ਨੇ ਜੀ ਉਹ ਦੋਵਾਂ ਥਾਵਾਂ ਦੇ ਉੱਪਰ ਅਲੱਗ-ਅਲੱਗ ਚੱਲਦੇ ਆ। ਪ੍ਰੋਗਰਾਮ ਉਹੀ ਜੀ ਪ੍ਰਾਈਮ ਫੋਕਸ, ਤੇ ਸ਼ਖਸ ਵੀ ਉਹੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ, ਚੈਨਲ ਵੀ ਉਹੀ ਪ੍ਰਾਈਮ ਏਸ਼ੀਆ TV, ਪਰ ਹਾਂ ਥੋੜ੍ਹਾ ਜਿਹਾ ਸਿਹਤ ਦਾ ਅਤੇ ਆਵਾਜ਼ ਦਾ ਫਰਕ ਤੁਸੀਂ ਨੋਟਿਸ ਕਰ ਰਹੇ ਹੋਵੋਗੇ। ਹਾਂ ਖਬਰਾਂ ਵੀ ਬਦਲ ਗਈਆਂ ਅਤੇ ਸਿਹਤ ਵੀ ਚਲੋ ਜੇ ਅੱਜ ਮਾੜੀ ਆ ਅਤੇ ਕੱਲ੍ਹ ਨੂੰ ਕਾਇਮ ਹੋ ਜਾਊਗੀ, ਏਡੀ ਕੋਈ ਗੱਲ ਹੈ ਨਹੀਂ। ਕੁਛ ਚੀਜ਼ਾਂ ਅਸੀਂ ਬਦਲ ਲਈਆਂ ਨੇ, ਕੁਛ ਚੀਜ਼ਾਂ ਸੇਮ ਰੱਖੀਆਂ, ਜਿੱਦਾਂ ਬੰਦਾ ਵੀ ਸੇਮ ਆ। ਉਹ ਬਾਟ ਸਾਹਿਬ ਕਿੱਦਾਂ? ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਤੁਹਾਡਾ ਕਿੱਦਾਂ? ਮੈਂ ਠੀਕ ਹਾਂ ਜੀ, ਬਿਲਕੁਲ ਕਾਇਮ ਆ। ਤੁਸੀਂ ਨਾ ਇੱਦਾਂ ਕਰਨਾ, ਅੱਛਾ, ਇਹ ਉੱਪਰਲੀਆਂ 2 ਦਵਾਈਆਂ ਜਿਹੜੀਆਂ ਆਹ ਇਹ ਔਸ ਮੈਡੀਕਲ ਸਟੋਰ ਤੋਂ ਲੈਣੀਆਂ ਅਤੇ ਮੈਨੂੰ ਦਿਖਾ ਕੇ ਜਾਣੀਆਂ। ਆਵੇ ਅਸੀਂ ਲੈ ਲਈਆਂ ਜੀ, ਫਿਰ ਮੈਂ ਦੱਸਾਂਗਾ ਵੀ ਕਿੱਦਾਂ ਖਾਣੀ ਵੀ ਹੈ। ਕਿੱਦਾਂ ਖਾਣੀਆਂ। ਥੱਲੇ ਇੱਕ ਪੀਣ ਵਾਲੀ ਦਵਾਈ ਆ, ਉਹ ਕੋਸੇ ਪਾਣੀ 'ਚ, ਜਾਣੀ ਚੰਗੇ ਤਰੀਕੇ ਐਨ ਕੋਸਾ ਪਾਣੀ, ਇਹ ਨਹੀਂ ਕਿ ਕੋਸਾ ਪਾਣੀ ਬਾਅਦ 'ਚ ਪੀਣਾ, ਕੋਸੇ ਪਾਣੀ 'ਚ ਮਿਕਸ ਕਰਨੀ ਚੰਗੀ ਤਰ੍ਹਾਂ। ਅਤੇ ਹਾਂ ਸਵੇਰ ਨੂੰ ਖਿਚੜੀ, ਦੁਪਹਿਰ ਨੂੰ ਦਲੀਆ। ਇੱਥੇ ਲੈ ਕੇ ਆਉਣਾ, ਦੋਨੇ ਭਰਾ ਖਾਵਾਂਗੇ, ਦੋਵੇਂ ਭਰਾ ਖਾਵਾਂਗੇ। ਆ ਜਿਹੜੀ ਖੰਘ ਆ ਨਾ, ਆ ਜਿਹੜੀ ਖੰਘ ਆ, ਇਹਦੇ ਲਈ ਭਾਫ ਲੈਣੀ ਆ 2 ਟਾਈਮ, ਤੇ 2 ਟਾਈਮ ਭਾਫ ਲੈਣੀ ਆ, ਪਰ ਆਪ ਲੈਣੀ, ਇਹ ਨਹੀਂ ਉੱਥੇ ਬੈਠਿਆਂ ਨੂੰ ਭਾਫ ਲੈਣੀ ਆ। ਗੜ ਵੀ ਫੜਾਓ, ਉੱਠਣਾ ਕੰਮ ਕਰਨਾ। ਦੇਖੋ ਲੀਡਰਾਂ ਨੂੰ ਵੀ ਖੰਘ ਹੋ ਜਾਂਦੀ ਆ, ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਇੰਨਾ ਨਾ ਇਹਨਾਂ ਨੂੰ ਕੁਛ ਕਿਹਾ ਕਰੋ, ਇਹਨਾਂ ਨੂੰ ਖੰਘ ਵੀ ਹੋ ਸਕਦੀ, ਜ਼ੁਕਾਮ ਵੀ ਹੋ ਸਕਦਾ। ਸੰਧਾਲੀਆ ਸਾਹਿਬ, ਫਲੂ ਨੂੰ ਨਹੀਂ ਪਤਾ ਲੱਗਦਾ ਵੀ ਤੁਸੀਂ ਲੀਡਰ ਲੋਕ ਹੋ, ਤੁਹਾਨੂੰ ਨਹੀਂ ਹੋਣਾ? ਨਹੀਂ ਵੈਸੇ ਮੈਂ ਤਾਂ ਬੜਾ ਹੈਰਾਨ ਸੀ, ਮੈਂ ਕਿਹਾ ਵੀ ਕੋਈ ਫਲੂ ਫਲਾ ਜਾ ਹੁਣ ਤੇ ਕਦੀ ਹੋਇਆ ਹੀ ਨਹੀਂ ਸੀ। ਵਾਹਵਾ ਚਿਰ ਬਾਅਦ ਹੀ ਮੈਂ ਕਾਬੂ ਆਇਆ, ਜਾਂ ਮੈਨੂੰ ਲੱਗਦਾ ਇਹ ਹੋ ਸਕਦਾ ਵੀ ਮੇਰੇ ਇੱਧਰ ਆਉਣ ਤੋਂ ਬਾਅਦ ਨਾ ਅੱਗੇ, ਕਿਉਂਕਿ ਜਿਹੜਾ ਫਲੂ ਇੰਡੀਆ ਵਾਲਾ ਸੀ ਉਹਦੇ ਕਾਗਜ਼ਾਂ 'ਤੇ ਮੈਂ ਨੋਟ ਕੀਤਾ ਸੀ ਨਾ ਵੀ ਓਕੇ ਜੀ ਇਸ ਦਿਨ ਇਹਨੂੰ ਹੋਣਾ, ਇਸ ਦਿਨ ਇਹਨੂੰ। ਇੱਥੋਂ ਵਾਲੀ ਐਂਟਰੀ ਦੇ ਹਿਸਾਬ ਨਾਲ ਮੇਰੀ ਕਿਤੇ ਵਾਰੀ ਹੋਣ ਆਈ ਹੋਣੀ, ਉਹ ਕਹਿੰਦੇ ਯਾਰ ਇਹ ਵੀ ਬੰਦਾ ਤੁਰਿਆ ਫਿਰਦਾ ਰਹਿੰਦਾ, ਇਹਦੇ 'ਤੇ ਵੀ ਕਾਬੂ ਕਰੋ ਇਹਨੂੰ ਵੀ। ਮੈਂ ਪੜ੍ਹਿਆ ਸੀ ਕਿਤੇ ਕਿ ਜਦੋਂ ਬੰਦਾ ਬੱਚੇ ਤੋਂ ਜਵਾਨ ਹੁੰਦਾ ਹੈ, ਉਦੋਂ ਸੈੱਲ ਸਰੀਰ ਦੇ ਅੰਦਰ ਬਣਦੇ ਵੱਧ ਨੇ, ਟੁੱਟਦੇ ਖਤਮ ਹੁੰਦੇ ਘੱਟ ਨੇ। ਜਿੱਦਾਂ ਦੀ ਉਮਰ ਵਧੀ ਜਾਂਦੀ ਹੈ ਉੱਦਾਂ ਸੈੱਲ ਬਣਦੇ ਘੱਟ ਨੇ, ਟੁੱਟਦੇ ਵੱਧ। ਤੁਹਾਡੇ ਨਾਲ ਇਹਦਾ ਕੋਈ ਸੰਬੰਧ ਨਹੀਂ ਹੈ? ਨਹੀਂ ਮੈਂ ਤਾਂ ਕਹਿ ਰਿਹਾ, ਮੈਂ ਕਹਿੰਦਾ ਵੀ ਹੌਲੀ ਹੌਲੀ ਬੰਦਾ ਵੈਸੇ ਸੈੱਲਾਂ 'ਤੇ ਚੱਲਣ ਲੱਗ ਪੈਣਾ। ਪਰ ਚਲੋ ਕੋਈ ਗੱਲ ਨਹੀਂ ਜੀ, ਇਹ ਸਰੀਰ ਦੇ ਨਾਲ ਹੀ ਚੱਲਦਾ ਰਹਿੰਦਾ। ਜਿਹੜਾ ਮਤਲਬ ਤੁਸੀਂ ਮੈਨੂੰ ਜਿੱਦਾਂ ਕੀੜਾ ਭੇਂਗੇ ਛੱਡਿਆ ਹੁੰਦਾ, ਲਿਖ ਕੇ ਦਿੱਤੀ ਇਹ ਦਵਾਈ, ਇਹਦੀ ਫੀਲਿੰਗ ਪੂਰੀ ਆਉਣੀ ਚਾਹੀਦੀ ਹੈ, ਦਵਾਈ ਭਾਵੇਂ ਮਿਲੇ ਨਾ ਮਿਲੇ। ਨਹੀਂ ਇਹ ਜੋ ਲਿਖਿਆ ਨਾ, ਇਹ ਮੈਂ ਹੁਣ ਵੀ ਜਾ ਕੇ ਦੇ ਦੇਵਾਂ ਮੈਡੀਕਲ ਸਟੋਰ ਵਾਲਿਆਂ ਨੂੰ, ਕੋਈ ਨਾ ਕੋਈ 3-4 ਦਵਾਈਆਂ ਮੈਨੂੰ ਕੱਢ ਕੇ ਦੇ ਦੇਣੀਆਂ ਵੀ ਇਹ ਫਲਾਨੀ ਮਾਈਸੀਨ ਹੈ, ਢੀਂਗੜੀ। ਇੱਕ ਹੋਰ ਵੀ ਕੰਮ ਉਹਨਾਂ ਨੇ ਕਹਿਣਾ, ਸਾਲਟ ਸੇਮ ਹੈ ਜੀ, ਕੰਪਨੀ ਹੋਰ ਹੈ, ਕੰਪਨੀ ਹੋਰ ਹੈ ਨਾ। ਚਲੋ ਕੋਈ ਗੱਲ ਨਹੀਂ, ਚਲੋ ਕੋਈ ਚੱਕਰ ਨਹੀਂ ਜੀ। ਵੈਸੇ ਇਹ ਸਾਰਾ ਕੁਝ ਚੱਲਦਾ ਰਹਿੰਦਾ, ਦੁੱਖ ਸੁੱਖ ਸਰੀਰਾਂ ਦੇ ਨਾਲ ਹੁੰਦੇ ਨੇ, ਕੀ ਲੈ ਜਾਣਾ ਦੁਨੀਆ ਤੋਂ। ਮੈਨੂੰ ਇਹ ਵੀ ਇਹੋ ਜਿਹੀਆਂ ਗੱਲਾਂ ਮੈਂ ਆਪ ਹੀ ਕਰ ਲਾਂ, ਇਹ ਤੋਂ ਪਹਿਲਾਂ ਕੋਈ ਹੋਰ ਮਰਨਾ ਕਰੇ। ਤੇ ਜੇ ਮੈਂ ਹੁਣੇ ਕਹਿ ਦੇਵਾਂ ਜੀ ਇਹ ਠੀਕ ਕਿੱਦਾਂ ਹੋਣਗੇ, 150-200 ਟਿੱਪਣੇ ਆ ਜਾਣੇ ਆ ਵੀ ਤੁਸੀਂ ਆਹ ਕਰ ਲਓ, ਆਹ ਵੀ ਕਰ ਲਓ, ਆਹ ਵੀ ਕਰ ਲਓ, ਤੇ ਕਰਨਾ ਕੀ ਹੈ ਤੁਸੀਂ ਆਪ ਦੇਖ ਲਿਓ। ਜੇ ਡਾਕਟਰ ਤੇ ਨਹੀਂ ਯਕੀਨ ਤਾਂ ਫਿਰ ਕਰ ਲਓ ਓਟ-ਪੋਟ ਭਾਈ। ਨਹੀਂ ਓਟ-ਪੋਟ ਦੀਆਂ ਟਿੱਪਣੀਆਂ ਕਰਦੇ ਵੈਸੇ, ਕਿਉਂਕਿ ਆਪਣੇ ਹਰੇਕ ਦੇ ਅੰਦਰ ਇੱਕ ਡਾਕਟਰ ਤੇ ਹੁੰਦਾ ਹੀ ਹੈ, ਤੇ ਬੰਦਾ ਆਪਾਂ ਨੂੰ ਮਿਲ ਜੇ ਸਹੀ ਬਿਮਾਰ, ਨਾਲ ਦੀ ਨਾਲ ਹੀ ਆਪਾਂ ਦੱਸ ਦਿੰਦੇ ਵੀ ਇਹਦਾ ਇਲਾਜ ਹੀ। ਚਲੋ ਫਿਰ ਟਿੱਪਣੀਆਂ ਤੁਸੀਂ ਮੇਰਾ ਇਲਾਜ ਮੈਨੂੰ ਦੱਸਿਓ। ਤੇ ਦੂਜੀ ਗੱਲ ਇਹ ਆ ਵੀ ਅੱਜ ਆਪਣੇ ਇੱਧਰ 11 ਹੈ ਨਾ ਜੀ, ਤੇ ਦੁਨੀਆ ਦਾ ਜਨਸੰਖਿਆ ਦਿਹਾੜਾ, ਯਾਨੀ ਵਰਲਡ ਪਾਪੂਲੇਸ਼ਨ ਡੇ। ਉਹਦੇ ਹਿਸਾਬ ਕਿਤਾਬ ਨਾਲ ਚਲੋ ਦੁਨੀਆ ਦੇ ਵਿੱਚ ਤਾਂ ਪਾਪੂਲੇਸ਼ਨ ਹੈਗੀ ਆ, ਪਰ ਜਿਹੜਾ ਫਿਕਰ ਕਰਨ ਵਾਲਾ ਕੰਮ ਹੈ ਨਾ ਉਹ ਇੰਡੀਆ ਦੇ ਲਈ ਹੈ ਜੀ। ਹੁਣ ਤੱਕ ਤਾਂ ਇਹ ਸੀਗਾ ਵੀ ਚਾਈਨਾ ਜੀ ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼, ਲੋਕਾਂ ਨੂੰ ਐਂ ਸੀ ਵੀ ਦੁਨੀਆ ਸਭ ਤੋਂ ਵੱਧ ਆਬਾਦੀ ਵਾਲਾ ਸਾਡੇ ਤੋਂ ਅੱਗੇ ਹੈਗਾ ਹੀ ਆ, ਦੂਜੇ ਨੰਬਰ 'ਤੇ ਇੰਡੀਆ। ਹੁਣ ਉਹ ਕਹਿੰਦੇ ਵੀ ਆਉਂਦੇ 1-2 ਸਾਲਾਂ ਦੇ ਵਿੱਚ, ਹਾਲਾਂਕਿ ਉਹ ਤਾਂ 27 ਤੱਕ ਗੱਲ ਕਰਦੇ, ਪਰ 27 ਅਜੇ ਬਹੁਤ ਦੂਰ ਆ, 4-5 ਸਾਲ ਤਾਂ ਬਹੁਤ ਦੂਰ ਆ। ਮੈਨੂੰ ਲੱਗਦਾ ਵੀ ਇਹ 2 ਸਾਲਾਂ ਦੇ ਵਿੱਚ ਹੀ ਆਪਾਂ ਉਹਨਾਂ ਨੂੰ ਕੱਟ ਜਾਣਾ ਵੀ ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣੂਗਾ ਭਾਰਤ। ਮੈਂ ਕੁਦਰਤੀ ਸੋਚਦਾ ਸੀ ਵੀ ਮਤਲਬ ਇੰਨੀ ਜਨਸੰਖਿਆ ਜਦੋਂ ਪਤਾ ਸੀ ਵੀ ਉਦੋਂ ਤੋਂ ਵੱਧ ਹੀ ਆ ਰਹੀ ਹੈ, ਨਾ ਤਾਂ ਪਹਿਲਾਂ ਕਿਸੇ ਨੇ ਸੋਚਿਆ, ਨਾ ਕੋਈ ਹੁਣ ਹੀ ਸੋਚ ਰਿਹਾ, ਤੇ ਫਿਰ ਮੁੜ ਕੇ ਇਹਨਾਂ ਨੂੰ ਖਵਾਉਣਾ ਪਿਆਉਣਾ ਕਿੱਦਾਂ? ਸੰਧਾਲੀਆ ਸਾਹਿਬ, ਜੇ ਕਦੇ ਗੂਗਲ ਦੇ ਉੱਤੇ ਜਾ ਕੇ ਭਰੀਏ ਨਾ ਕਿ ਦੁਨੀਆ ਭਰ ਦੀ ਪਾਪੂਲੇਸ਼ਨ ਕਿੱਥੇ, ਇੱਕ ਘਣਤਾ ਜਿਹਨੂੰ ਜਨਸੰਖਿਆ ਡੈਂਸਿਟੀ ਤੁਸੀਂ ਕੀ ਕਹਿੰਦੇ ਹੁੰਦੇ ਹੋ, ਘਣਤਾ ਜਿਹੜੀ ਹੈ ਨਾ, ਉਹਦੇ ਵਿੱਚ ਉਹ ਬਿੰਦੀਆਂ ਜਿਹੀਆਂ ਜੇ ਮਾਰੀਆਂ ਹੋਣ ਤਾਂ ਉੱਥੇ ਹੀ ਨੇ ਸਾਰੀਆਂ। ਭਾਰਤ, ਚੀਨ, ਪਾਕਿਸਤਾਨ, ਬੰਗਲਾਦੇਸ਼, ਉੱਥੇ ਕੀ ਆ ਸਾਰਾ ਕੁਛ। ਬਾਕੀ ਦੇਸ਼ਾਂ ਦੇ ਵਿੱਚ 4-5 ਬਿੰਦੀਆਂ ਮਸੀਂ ਹੁੰਦੀਆਂ, ਸਾਡੇ 4-5-100 ਹੁੰਦੀਆਂ। ਉਹਦਾ ਮਤਲਬ ਹੈ ਕਿ ਭਾਈ ਦੁਨੀਆ ਐਡੀ ਵੱਡੀ ਹੈ, ਉਹਦੇ ਵਿੱਚੋਂ ਇੰਨੀ ਕੁ ਧਰਤੀ ਤੇ ਇੰਨੇ ਰਹਿੰਦੇ ਆ। ਤੇ ਸਭ ਤੋਂ ਪਹਿਲਾਂ ਤਾਂ ਮੈਂ ਜਾਣੀ ਕਿ ਐਡਵਾਂਸ ਵਧਾਈਆਂ ਉਹਨਾਂ ਨੂੰ ਦਿੰਦਾ ਜਿਹੜੇ ਆਪਣੇ ਆਪ ਨੂੰ ਕਹਿੰਦੇ ਧਾਰਮਿਕ ਆਗੂ ਨੇ, ਸਲਾਹਾਂ ਲੋਕਾਂ ਨੂੰ ਇਹ ਦਿੰਦੇ ਆ ਵੱਧ ਬੱਚੇ ਪੈਦਾ ਕਰੋ ਬਈ। ਆਪਣੇ ਧਰਮ ਦੀ ਗਿਣਤੀ ਘਟੀ ਜਾਂਦੀ ਹੈ, ਜਾਂ ਆਪਣੇ ਧਰਮ ਦੇ ਲੋਕਾਂ ਦੀ ਗਿਣਤੀ ਆਪਾਂ ਹੋਰ ਵਧਾਉਣੀ ਹੈ। ਸਾਰਿਆਂ ਨੇ ਜ਼ੋਰ ਲਾਇਆ ਹੋਣਾ, ਤਕਰੀਬਨ ਤੁਹਾਨੂੰ ਚੇਤੇ ਆ ਜਾਣਗੇ ਬੰਦੇ ਤੁਹਾਡੇ ਕਹਿਣ ਦੇ ਉੱਤੇ। ਹੁਣ ਬਾਬਾ ਜੀ ਆਪਾਂ ਆਬਾਦੀ ਤਾਂ ਵੱਧ ਗਈ, ਐਂ ਕਰੋ ਹੁਣ 2-4 ਸਾਲ ਜ਼ੋਰ ਇਹ ਵੀ ਲਾ ਲਓ ਕਿ ਭਾਈ ਆ ਜਿਹੜੇ
ਜੰਮੇ ਨੇ ਬੱਚੇ, ਉਹਨਾਂ ਨੂੰ ਪੜਾਉਣਾ ਕਿੱਥੇ, ਉਹਨਾਂ ਨੂੰ ਖਿਡਾਉਣਾ ਕਿੱਥੇ ਆ, ਉਹਨਾਂ ਨੂੰ ਚੈੱਕਅਪ ਉਹਨਾਂ ਦੀ ਕਿੱਥੋਂ ਕਰਾਉਣੀ, ਉਹਨਾਂ ਦੀ ਦਵਾ ਬੂਟੀ ਦਾਰੂ, ਕਿਤੇ ਮਾੜਾ ਮੋਟਾ ਖੇਡਣ ਦਾ ਸੌਦਾ ਪੱਤਾ, ਕੋਈ ਕੱਪੜਾ ਲੀੜਾ, ਕੋਈ ਪੌਸ਼ਟਿਕ ਆਹਾਰ। ਅੱਗੇ ਹੁੰਦਾ ਦਿੱਲੀ ਦੂਰਦਰਸ਼ਨ ਲੈਂਦੇ ਪੌਸ਼ਟਿਕ ਆਹਾਰ ਬੱਚੋਂ ਕੋ ਜ਼ਰੂਰੀ ਹੈ, ਪੌਸ਼ਟਿਕ ਆਹਾਰ ਮੇਂ ਇਹ ਦੇਂ। ਉਹ ਸਾਰੀਆਂ ਚੀਜ਼ਾਂ ਸਾਨੂੰ ਤਾਂ ਲੱਭਦੀਆਂ ਕਿਤੇ ਨਹੀਂ। ਆਬਾਦੀ ਤਾਂ ਅਸੀਂ ਤੁਹਾਡੇ ਕਹਿਣ ਦੇ ਉੱਤੇ ਐਨ ਸਿਰੇ ਤੇ ਲਾਤੀ, ਪਰ ਹੁਣ ਬਾਕੀ ਕੰਮ ਕਿੱਥੋਂ ਕਰਨਾ, ਮਾੜਾ ਮੋਟਾ ਰਾਹ ਉਹਦਾ ਵੀ ਦੱਸ ਦਿਓ। ਨਹੀਂ ਰਾਹ ਬਾਬੇ ਨੇ ਕੀ ਲੈਣਾ, ਤਾਂ ਬਾਬਾ ਬਿਆਨ ਦੇ ਕੇ ਪਾਸੇ, ਬਾਬੇ ਨੇ ਆਪਣੇ ਪੈਸੇ ਚੜਾਵਾ ਚੁੱਕਣਾ ਤੇ ਮੁੜ ਕੇ ਘਰੋਂ ਘਰੀ। ਇਹੀ ਤੇ ਪ੍ਰੋਬਲਮ ਆ। ਹੁਣ ਦੇਖੋ ਆਪਾਂ ਚਾਈਨਾ ਨੂੰ, ਵੈਸੇ ਇੱਕ ਗੱਲ ਤੇ ਹੈਗੀ ਵੀ ਚਾਈਨਾ ਨੂੰ ਕਿਹਾ ਜਾਂਦਾ ਸੀ ਵੀ ਹਾਂਜੀ ਉਹ ਆਬਾਦੀ ਪੱਖੋਂ ਬਹੁਤ ਅੱਗੇ ਹੈ ਜੀ, ਪਰ ਜੇ ਆਪਾਂ ਨਕਸ਼ੇ ਦੇ ਹਿਸਾਬ ਨਾਲ ਦੇਖੀਏ ਤੇ ਜਿੱਡੀ ਉਹਦੇ ਕੋਲੇ ਧਰਤੀ ਆ ਉਹਦੇ ਹਿਸਾਬ ਨਾਲ ਤੇ ਆਬਾਦੀ ਕੁਝ ਵੀ ਨਹੀਂ ਉਹਦੀ, ਕਿਉਂਕਿ ਰਹਿਣ ਦੇ ਲਈ ਜ਼ਮੀਨ ਤੇ ਹੈਗੀ ਹੈ ਨਾ ਐਟਲੀਸਟ। ਪਰ ਜੇ ਆਪਾਂ ਭਾਰਤ ਦੀ ਗੱਲ ਕਰਦੇ ਹਾਂ, ਉਹ ਜ਼ਮੀਨੀ ਤੌਰ ਤੇ ਭਾਰਤ ਚਾਈਨਾ ਤੋਂ ਕਿੰਨਾ ਨਿੱਕਾ, ਤੇ ਆਬਾਦੀ ਜਿਹੜੀ ਹੁਣ ਸੁੱਖ ਨਾਲ ਚਾਈਨਾ ਨਾਲੋਂ ਵੀ ਉਹ ਅੱਗੇ। ਤੇ ਉਹ ਜਿਹੜੀ ਤੁਸੀਂ ਘਣਤਾ ਡੈਂਸਿਟੀ ਵਾਲੀਆਂ ਬਿੰਦੀਆਂ ਦੱਸਦੇ, ਮੈਨੂੰ ਲੱਗਦਾ ਵੀ ਹੁਣ ਤੇ ਬਿੰਦੀ ਨੂੰ ਥਾਂ ਨਹੀਂ ਲੱਭਣਾ ਵੀ ਮੈਂ ਕਿੱਥੇ ਜਾ ਕੇ ਲੱਗਾ। ਉਹ ਕਹਿੰਦੇ ਰੰਗ ਹੀ ਕਰ ਦਿਓ ਯਾਰ ਇੱਥੇ। ਹਾਂ ਪੱਕਾ ਹੀ ਕਰ ਦਿਓ ਰੰਗ, ਹੁਣ ਬਿੰਦੀ ਵਾਲਾ ਕੰਮ ਤੇ ਮੁੱਕ ਗਿਆ। ਇਹਦਾ ਮਤਲਬ ਇਹ ਹੋ ਗਿਆ ਵੀ ਉਹ ਜਿਹੜਾ ਦੇਸ਼ ਹੈ, ਕਿਉਂਕਿ ਜੇ ਕਿਸੇ ਨੇ ਕੋਈ ਚੀਜ਼ ਚੰਗੀ ਕੀਤੀ ਤਾਂ ਉਹਦੀ ਤਾਰੀਫ ਕਰਨੀ ਬਣਦੀ ਹੈ। ਵਨ ਚਾਈਲਡ ਪਾਲਿਸੀ ਲਿਆਂਦੀ ਸੀ ਕਾਫੀ ਸਾਲ ਪਹਿਲਾਂ ਚਾਈਨਾ ਨੇ, ਉਦੋਂ ਬੜੇ ਲੋਕਾਂ ਨੇ, ਈਵਨ ਬਹੁਤ ਸਾਰੇ ਦੇਸ਼ਾਂ ਨੇ ਇਸ ਚੀਜ਼ ਤੇ ਇਤਰਾਜ਼ ਵੀ ਕੀਤਾ ਸੀ ਵੀ ਲੈ ਵੀ ਇਹ ਧੱਕਾ, ਵੀ ਇੱਕ ਸਰਕਾਰ ਕਿੱਦਾਂ ਕਹਿ ਸਕਦੀ ਆ ਆਪਣੇ ਲੋਕਾਂ ਨੂੰ ਵੀ ਤੁਸੀਂ ਇੱਕ ਹੀ ਬੱਚਾ ਪੈਦਾ ਕਰਨਾ ਜੀ। ਪਰ ਅਗਲੇ ਨੇ ਡੰਡਾ ਰੱਖਿਆ, ਉਹ ਕਹਿੰਦੇ ਨਾ ਜੇ ਅਸੀਂ ਕਿਹਾ ਤਾਂ ਇਦਾਂ ਹੋਊਗਾ। ਉਹ ਕਰਦਿਆਂ ਅੱਜ ਦੀ ਡੇਟ ਦੇ ਵਿੱਚ ਤੁਸੀਂ ਦੇਖੋ ਵੀ ਜੇ ਸ਼ਾਹੂਕਾਰਾ ਹੈ ਪੂਰੀ ਦੁਨੀਆ ਦਾ ਤਾਂ ਚਾਈਨਾ ਦੇ ਕੋਲ, ਜੇ ਵਪਾਰ ਦੀ ਗੱਲ ਕਰਦੇ ਚਾਈਨਾ ਦੇ ਕੋਲ, ਜੇ ਉਹਨਾਂ ਨੂੰ ਲੱਗਿਆ ਵੀ ਯਾਰ ਸਾਡੀ ਆਬਾਦੀ ਜਿਹੜੀ ਲੋੜੋਂ ਵੱਧ ਬੰਬ ਵਾਂਗੂ ਫਟ ਜਾਂਦੀ, ਇਹਨੂੰ ਕੰਟਰੋਲ ਕਰਨਾ ਤਾਂ ਅਗਲਿਆਂ ਦੇ ਕੋਲ ਫਾਰਮੂਲਾ। ਤੇ ਫਿਰ ਆਪਾਂ ਉਹ ਕਹਿੰਦੇ ਹੁੰਦੇ ਵੀ ਮਤਲਬ ਗਵਾਂਢ ਦਾ ਰੂਪ ਨਹੀਂ ਖਨੀ ਮੱਤ ਆ ਜਾਂਦੀ, ਤੇ ਸਾਨੂੰ ਤੇ ਉਹ ਵੀ ਨਾ ਆਈ। ਇਹ ਕਿਤੇ ਨਾ ਕਿਤੇ ਸਾਨੂੰ ਦੇਖਣਾ ਚਾਹੀਦਾ, ਕਿਉਂਕਿ ਅਸੀਂ ਜਦੋਂ ਤੁਲਨਾ ਕਰਦੇ ਹਾਂ ਨਾ ਤਾਂ ਬੜੀ ਅਜੀਬ ਜੀ ਕਰਦੇ ਹਾਂ। ਹੋ ਸਕਦਾ ਮੈਂ ਗਲਤ ਹੋਵਾਂ ਸੰਧਾਲੀਆ ਸਾਹਿਬ, ਆਪਾਂ ਚੀਨ ਤੇ ਭਾਰਤ ਨੇੜੇ ਨੇੜੇ ਆ, ਉਹ ਗਲਤ ਹੈ ਜਾਂ ਸਹੀ ਹੈ ਉਹ ਵੱਖਰੀ ਗੱਲ ਹੈ। ਉਹ ਕਹਿੰਦੇ ਜੀ ਅਸੀਂ ਸ਼੍ਰੀਲੰਕਾ ਦੀ ਬੰਦਰਗਾਹ ਕਬਜ਼ੇ 'ਚ ਕਰ ਲਈ, ਅਸੀਂ ਪਾਕਿਸਤਾਨ ਦੀ ਬੰਦਰਗਾਹ ਦੇ ਉੱਤੇ ਬਹੁਤਾ ਅਧਿਕਾਰ ਆਪਣਾ ਕਰ ਲਿਆ, ਅਸੀਂ ਬੰਗਲਾਦੇਸ਼ ਤੋਂ ਆਹ ਲੈ ਲਿਆ, ਅਸੀਂ ਨੇਪਾਲ ਦੇ ਵਿੱਚ ਵੀ ਆਹ ਕਰਤਾ, ਅਸੀਂ ਅਫਰੀਕਾ ਦੇ ਇੰਨੇ ਦੇਸ਼ਾਂ ਦੇ ਵਿੱਚ ਹੁਣ ਸਭ ਤੋਂ ਵੱਧ ਜ਼ਿਆਦਾ ਇਨਵੈਸਟਮੈਂਟ ਕਰਕੇ ਤੇ ਉੱਥੋਂ ਕੱਚੇ ਮਾਲ ਦੀ ਸਪਲਾਈ ਆਪਣੇ ਵਾਲੇ ਪਾਸੇ ਨੂੰ ਕਰਨ ਲੱਗ ਪਏ। ਉਹ ਇੱਧਰ ਨੂੰ ਤੁਰਦੇ ਆ, ਅਸੀਂ ਬਾਰਡਰ ਟੱਪਦੇ ਹਾਂ 2 ਨੰਬਰ 'ਚ। ਮੈਨੂੰ ਲੱਗਦਾ ਕਿ ਬਹੁਤ ਘੱਟ ਕਿਤੇ ਕੋਈ ਅਪਵਾਦ ਦੀ ਚਾਂਸ ਹੋਊਗਾ ਕਿ ਆਪਾਂ ਸੁਣਿਆ ਹੋਊਗਾ ਕਿ ਚੀਨ ਦੇ ਲੋਕ ਬਾਰਡਰ ਟੱਪਦੇ ਹੋਏ ਫੜੇ ਗਏ, ਜਾਂ ਚੀਨ ਦੇ ਲੋਕ ਟਰੱਕ ਦੇ ਵਿੱਚ ਸਵਾਰ ਹੋ ਕੇ ਉਸ ਮੁਲਕ ਜਾਂਦੇ ਜਿਹੜੇ ਆ ਸਾਹ ਘੁੱਟਣ ਦੇ ਕਰਕੇ ਦੁਨੀਆ ਤੋਂ ਚਲੇ ਗਏ। ਹੋ ਸਕਦਾ ਹੋਵੇ ਵੀ, ਅਸੀਂ ਖਬਰ ਬਹੁਤ ਘੱਟ ਸੁਣੀ ਹੈ। ਇਹਦਾ ਮਤਲਬ ਹੈ ਕਿ ਰੁਜ਼ਗਾਰ ਦੇ ਵਸੀਲੇ ਉੱਥੇ ਹੈਗੇ ਆ, ਜਾਂ ਆਪਾਂ ਇਹ ਵੀ ਦੇਖਦੇ ਹਾਂ ਕਿ ਜਿਹੜੇ ਉਹਨਾਂ ਦੇ ਲੋਕ ਇੱਥੇ ਆਏ ਵੀ ਆ, ਕਾਰੋਬਾਰਾਂ ਦੇ ਉੱਤੇ ਉਹਨਾਂ ਦਾ ਕਬਜ਼ਾ ਹੋ ਰਿਹਾ। ਜੇ ਕਿਸੇ ਦੂਸਰੇ ਮੁਲਕ 'ਚ ਜਾਂਦੇ ਵੀ ਆ ਨਾ, ਬੇਸਿਕ ਕੰਮ ਬਹੁਤ ਘੱਟ ਕਰਦੇ ਆ, ਉਹ ਉੱਪਰਲੇ ਪਾਸੇ ਨਜ਼ਰ ਮਾਰਦੇ ਆ, ਸਰਮਾਇਆ ਲੈ ਕੇ ਆਉਂਦੇ ਤੇ ਸਰਮਾਏ ਨਾਲ ਸਰਮਾਇਆ ਹੋਰ ਇਕੱਠਾ ਕਰਦੇ ਆ। ਉਹਨਾਂ ਦਾ ਢੰਗ ਤਰੀਕਾ ਹੀ ਹੋਰ ਹੈ ਭਾਈ। ਜੇ ਹੁਣ ਸਾਰੀਆਂ ਚੀਜ਼ਾਂ ਕਲੀਅਰ ਨੇ, ਆਪਾਂ ਕੀ ਕਹਿੰਦੇ ਆ, ਮੈਨੂੰ ਸਮਝ ਨਹੀਂ ਆਉਂਦੀ ਹੁੰਦੀ ਕੀ ਸਹੀ ਹੈ ਕੀ ਗਲਤ ਹੈ। ਬਜ਼ੁਰਗ ਬੀਬੀਆਂ ਤੋਂ ਮਾਫੀ, ਅਸੀਂ ਜਦੋਂ ਤੱਕ ਨਿਆਣੇ ਨੂੰ 7 ਕੱਪੜਿਆਂ ਦੇ ਵਿੱਚ 8 ਕੱਪੜਿਆਂ 'ਚ ਲਪੇਟ ਕੇ ਰੱਖਦੇ ਨੂੰ ਠੰਡ ਨਾ ਲੱਗ ਜਾਊ, ਉਹ ਜੂਡੋ ਸਿਖਾਉਂਦੇ ਹੁੰਦੇ। ਆਹ ਵੈਸੇ ਗੱਲ ਹੀ ਆ ਨਿੱਕੇ ਨੂੰ। ਹੁਣ ਤੁਸੀਂ ਦੇਖੋ ਜੇ ਸਪੋਰਟਸ ਦੀ ਆਪਾਂ ਗੱਲ ਕਰ ਲਈ, ਆਹ ਕੋਈ ਓਲੰਪਿਕਸ ਵਾਲਾ ਉਹ ਮੈਡਲ ਟੈਲੀ ਜਿਹੜੀ ਹੁੰਦੀ ਆ, ਤੁਸੀਂ ਦੇਖੋ ਵੀ ਜੇ ਅਗਲਿਆਂ ਕੋਲੇ ਆਬਾਦੀ ਆ, ਤੇ ਆਬਾਦੀ ਇਹ ਨਹੀਂ ਵੀ ਆਪਣੇ ਵਾਲਿਆਂ ਵਾਂਗੂ ਆ ਵੀ ਜਿੱਦਾਂ ਦੇ ਮਰਜ਼ੀ ਲਈ ਫਿਰਨੇ ਆ। ਅਗਲਿਆਂ ਕੋਲੇ ਆਬਾਦੀ ਵੀ ਸਿਖਰ ਲਈ ਆ ਵੀ ਭਾਈ ਸਾਹਿਬ ਉਹਦੇ ਚੋਂ ਮੈਡਲ ਵੀ ਜਿੱਤਣ ਵਾਲੇ ਹੈਗੇ ਆ, ਵਪਾਰ ਕਰਨ ਵਾਲੇ ਵੀ ਹੈਗੇ, ਸਾਰਾ ਕੁਝ ਹੈ। ਦੇਖੋ ਕਾਰਨ ਇਹ ਹੋ ਸਕਦਾ ਤੁਹਾਨੂੰ ਐਂ ਲੱਗਦਾ ਵੀ ਯਾਰ ਤੁਸੀਂ ਹੁਣ ਸਾਨੂੰ ਹੀ ਨਿੰਦੀ ਜਾਓਗੇ। ਨਹੀਂ, ਨਿੰਦਦੇ ਨਹੀਂ, ਨਿੰਦਣ ਵਾਲੀ ਗੱਲ ਨਹੀਂ ਹੈਗੀ। ਆਪਣੇ 'ਚ ਜੇ ਕੋਈ ਕਮੀ ਕਮਜ਼ੋਰੀ ਆ, ਤੇ ਜੇ ਕੋਈ ਦਿਨ ਆ ਗਿਆ ਤੇ ਉਸ ਦਿਨ ਨੇ ਆਪਣੀਆਂ ਅੱਖਾਂ ਖੋਲੀਆਂ ਵੀ ਵੀਰ ਮੇਰੇ ਉਹ ਬਾਜੋ, ਤੇ ਫਿਰ ਆਪਾਂ ਨੂੰ ਥੋੜ੍ਹਾ ਜਿਹਾ ਉਹਦੇ 'ਤੇ ਵਿਚਾਰਨਾ ਚਾਹੀਦਾ। ਰਹੀ ਗੱਲ ਸਰਕਾਰਾਂ ਦੀ, ਇੱਕ ਸਮਾਂ ਸੀਗਾ ਬਹੁਤ ਦੇਰ ਪਹਿਲਾਂ, ਇੱਕ ਸਰਕਾਰ ਸੀ, ਕਹਿੰਦੇ ਸਰਕਾਰ ਦੇ ਵਿੱਚ ਇੱਕ ਬੰਦਾ ਸੀ, ਉਸ ਬੰਦੇ ਨੇ ਕਹਿੰਦੇ ਵੀ ਇੱਕ ਵੱਖਰਾ ਤਰੀਕਾ ਅਪਣਾ ਲਿਆ ਸੀ। ਲੋਕਾਂ ਨੇ ਬੜਾ ਉਸ ਚੀਜ਼ ਦਾ ਵਿਰੋਧ ਕੀਤਾ ਸੀ, ਲੈ ਯਾਰ ਇਹ ਧੱਕੇ ਨਾਲ ਨਸਬੰਦੀ ਕਿੱਦਾਂ ਹੋ ਸਕਦੀ, ਮਤਲਬ ਇਹ ਕਿਹੜਾ ਤਰੀਕਾ ਹੈ ਜੀ ਆਬਾਦੀ ਕੰਟਰੋਲ ਕਰਨ ਦਾ। ਠੀਕ ਆ, ਉਹ ਤਰੀਕਾ ਠੀਕ ਨਹੀਂ ਸੀ, ਲੋਕਾਂ ਨੇ ਨਹੀਂ ਪਸੰਦ ਕੀਤਾ। ਪਰ ਹਾਂ ਜਦੋਂ ਪਤਾ ਸੀ ਵੀ ਇਹ ਤਰੀਕਾ ਠੀਕ ਨਹੀਂ ਆ, ਪਰ ਜੋ ਕੀਤਾ ਜਾ ਰਿਹਾ ਇਹਦੀ ਲੋੜ ਹੈ, ਤਾਂ ਉਹਦਾ ਤਰੀਕਾ ਕੋਈ ਹੋਰ ਲੱਭ ਲੈਣਾ ਚਾਹੀਦਾ ਸੀ। ਜੇ ਉਦੋਂ ਦਾ ਕਿਤੇ ਨਾ ਕਿਤੇ ਕੁਝ ਲੱਭਿਆ ਹੁੰਦਾ ਤੇ ਸ਼ਾਇਦ ਹੌਲੀ ਹੌਲੀ ਹੁਣ ਜੇ ਅੱਜ ਮੰਨ ਲਓ ਵੀ ਆਬਾਦੀ ਹਿਸਾਬ ਦੀ ਹੁੰਦੀ ਤੇ ਜਿਹੜੇ ਵਸੀਲੇ ਨੇ ਜਾਂ ਜਿੰਨਾ ਵੀ ਜੋ ਵੀ ਹਿਸਾਬ ਕਿਤਾਬ ਹੈ ਉਹਦੇ ਹਿਸਾਬ ਨਾਲ ਕਿਤੇ ਨਾ ਕਿਤੇ ਅਸੀਂ ਵੀ ਖੜਦੇ। ਤੁਸੀਂ ਇੱਕ ਸਿੰਪਲ ਜੀ ਲੌਜਿਕ, ਆਪਾਂ ਸਿੰਪਲ ਜਿਹਾ ਲੌਜਿਕ ਸਮਝੀਏ। ਅੱਜ ਤੋਂ ਤੁਸੀਂ 25-30 ਸਾਲ ਪਹਿਲਾਂ ਜੇ ਅਦਾਰਿਆਂ ਦੀ ਗੱਲ ਕਰ ਲਈਏ, ਅਦਾਰਿਆਂ ਦੇ ਵਿੱਚ ਮੰਨ ਲਓ ਵੀ 10 ਅਸਾਮੀਆਂ ਸੀ, 10 ਦੇ ਵਿੱਚੋਂ 7-8 ਦੇ ਉੱਪਰ ਮੁਲਾਜ਼ਮ ਹੁੰਦਾ ਸੀ। ਤੇ ਜੇ ਅੱਜ ਤੋਂ 30 ਸਾਲ ਪਹਿਲਾਂ ਦੀ ਆਬਾਦੀ ਦੀਆਂ ਲੋੜਾਂ ਦੀ ਗੱਲ ਕਰ ਲਈਏ ਤੇ ਉਹ ਹੁਣ ਨਾਲੋਂ ਅੱਧੀਆਂ ਹੋ ਸਕਦੀਆਂ। ਹੁਣ ਕੀ ਹੋ ਗਿਆ ਵੀ ਉਹ 7-8 ਜਿਹੜੀਆਂ ਅਸਾਮੀਆਂ ਸੀ ਉਹਦੇ 'ਚੋਂ ਸਰਕਾਰ ਨੇ 5 ਖਤਮ ਕਰਤੀਆਂ, ਜਿਹੜੀਆਂ 5 ਉਹ 'ਚੋਂ 3 ਠੇਕੇ ਤੇ 2 ਪੱਕੇ।
ਯਾਨੀ ਕਿ ਉੱਥੇ ਸਰਵਿਸ ਦੇਣ ਵਾਲੇ ਤਾਂ 4-5 ਬੰਦੇ ਰਹਿ ਗਏ, ਲੋੜਾਂ ਅੱਗੇ ਨਾਲੋਂ ਡਬਲ ਹੋ ਗਈਆਂ, ਤੇ ਫਿਰ ਆਪਾਂ ਕਿਹੜੇ ਹਿਸਾਬ ਨਾਲ ਭਾਲਦੇ ਹਾਂ ਵੀ ਆਪਣਾ ਮੁਲਕ ਤਰੱਕੀ ਕਰ ਜੂ। ਥੋੜਾ ਔਖਾ ਹੋ ਗਿਆ। ਸੰਧਾਲੀਆ ਸਾਹਿਬ ਤੁਸੀਂ ਦੇਖੋ ਕਿ ਜਦੋਂ ਨਾ ਕਿਤੇ ਬਿਆਨ ਆਉਂਦਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਧ ਨੌਜਵਾਨ ਸ਼ਕਤੀ ਵਾਲਾ ਦੇਸ਼ ਹੈ, ਉਹ ਬਿਆਨ 100% ਠੀਕ ਆ ਕਿ ਭਾਰਤ ਦੇ ਵਿੱਚ ਇਸ ਵੇਲੇ ਇੰਨੀ ਵੱਧ ਗਿਣਤੀ 'ਚ ਨੌਜਵਾਨ ਨੇ, ਤੇ ਨੌਜਵਾਨਾਂ ਨੇ ਕੰਮ ਕਰਨਾ, ਨਾ ਬੱਚੇ ਨੇ ਕਰਨਾ, ਨਾ ਕੰਮ ਬਜ਼ੁਰਗ ਨੇ ਕਰਨਾ। ਤਾਂ ਜੇ ਸਾਡੇ ਕੋਲੇ ਇੱਕ ਨੌਜਵਾਨ ਪੀੜ੍ਹੀ ਹੈਗੀ ਆ, ਤਾਂ ਫਿਰ ਅਸੀਂ ਦਾਅਵਾ ਕਰ ਸਕਦੇ ਹਾਂ ਕਿ ਭਾਈ ਅਸੀਂ ਅੱਗੇ ਵਧਾਂਗੇ, ਤੇ ਸਾਡੇ ਤੇ ਹੀ ਦੁਨੀਆ ਨਿਰਭਰ ਕਰਦੀ ਹੈ। ਸਾਡੇ ਇੰਜੀਨੀਅਰ, ਡਾਕਟਰ, ਟੀਚਰ, ਨਰਸਾਂ ਕਿੰਨੇ ਨੇ ਵੱਖ-ਵੱਖ ਤਰ੍ਹਾਂ ਦੇ ਲੋਕ ਜਿਹੜੇ ਦੁਨੀਆ ਭਰ ਦੇ ਵਿੱਚ ਜਾ ਕੇ ਵੱਖ-ਵੱਖ ਦੇਸ਼ਾਂ 'ਚ ਕੰਮ ਕਰਦੇ ਆ, ਕਿਉਂਕਿ ਸਾਡੇ ਕੋਲੇ ਹੈਗੇ ਆ, ਫੇਰ ਹੀ ਗਏ ਨੇ। ਪਰ ਜਦੋਂ ਇਹ ਦਾਅਵਾ ਕੀਤਾ ਜਾਂਦਾ ਹੈ, ਕਦੇ-ਕਦੇ ਲੱਗਦਾ ਹੁੰਦਾ ਕਿ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਤਾਂ ਨਹੀਂ ਪਾਇਆ ਜਾ ਰਿਹਾ। ਨੌਜਵਾਨ ਸ਼ਕਤੀ ਤਾਂ ਹੈਗੀ ਹੈ, ਪਰ ਸੰਧਾਲੀਆ ਸਾਹਿਬ ਉਹ ਨੌਜਵਾਨ ਸ਼ਕਤੀ ਦੇ ਵਿੱਚੋਂ ਕਿੰਨੇ ਕੁ % ਹੈ ਜਿਹੜੀ ਕੰਮ ਕਰਨ ਦੇ ਯੋਗ ਹੈ? ਮੰਨ ਲਓ ਸਾਡੇ ਕੋਲੇ 25 ਲੱਖ ਬੰਦਾ MBA ਕੀਤਾ ਹੈ, 10 ਲੱਖ ਬੰਦਾ ਜਿਹੜਾ ਉਹ ਅਧਿਆਪਕ ਭਰਤੀ ਹੋ ਸਕਦਾ ਹੈ, ਪਰ ਅਸੀਂ ਉਹਨਾਂ ਨੂੰ ਪ੍ਰਯੋਗ ਕਿੱਥੇ ਕਰਦੇ ਹਾਂ? ਕੀ ਉਹ ਕੰਮ ਕਰਨ ਜੋਗਾ ਹੈਗਾ ਕਿ ਇਕੱਲਾ ਉਹਦੇ ਕੋਲੇ ਕਾਗਜ਼ ਹੈ? ਇਹਦੇ ਨਾਲ ਉਹ ਜਿਹੜੀ ਆਬਾਦੀ ਵਧੀ ਜਾਂਦੀ ਹੈ, ਤੇ ਸਾਨੂੰ ਲੱਗਦਾ ਨੌਜਵਾਨ ਸ਼ਕਤੀ ਬਹੁਤ ਹੈ, ਪਿੰਡਾਂ ਦੇ ਆਲੇ ਦੁਆਲੇ ਕਚਰੇ ਦਾ ਢੇਰ, ਸ਼ਹਿਰਾਂ ਦੇ ਆਲੇ ਦੁਆਲੇ ਕੂੜੇ ਦਾ ਢੇਰ, ਕਿਉਂਕਿ ਜਿੰਨੇ ਲੋਕ ਵਧਣਗੇ ਉਹਨਾਂ ਸਮਾਨ ਵੱਧ ਵਰਤੋਂ 'ਚ ਆਉਣਾ, ਸਮਾਨ ਦੀ ਪੈਕਿੰਗ ਵਾਲੇ ਲਿਫਾਫੇ, ਡੱਬੇ ਨਿਕਲ ਕੇ ਭਰੇ ਜਾਣੇ ਆ। ਨੌਜਵਾਨ ਸ਼ਕਤੀ ਤਾਂ ਹੈਗੀ ਹੈ, ਪਰ ਨੌਜਵਾਨ ਸ਼ਕਤੀ ਦਾ ਜਿਹੜਾ ਉਹ ਵੇਸਟ ਨਿਕਲਦਾ ਹੈ, ਉਹਨੂੰ ਪ੍ਰੋਪਰ ਨਸ਼ਟ ਕਰਨ ਦੇ ਲਈ, ਉਹਦਾ ਕੁਛ ਨਾ ਕੁਛ ਡਿਸਪੋਜ਼ ਆਫ ਕਰਨ ਦੇ ਲਈ ਕੋਈ ਪ੍ਰਬੰਧ ਅਸੀਂ ਕੀਤਾ? ਜਿੰਨੀ ਆਬਾਦੀ ਵਧੀ ਜਾਂਦੀ, ਨੌਜਵਾਨ ਸ਼ਕਤੀ ਤਾਂ ਸਾਡੇ ਕੋਲ ਹੈਗੀ ਹੈ, ਉਹਨੂੰ ਰੁਜ਼ਗਾਰ ਕਿੱਥੋਂ ਦੇਣਾ, ਉਹਦੀਆਂ ਸਿਹਤ ਸਹੂਲਤਾਂ, ਉਹਨੂੰ ਟ੍ਰੇਨਿੰਗ ਕਿੱਥੇ ਦੇਣੀ ਹੈ? ਸੰਧਾਲੀਆ ਸਾਹਿਬ ਦੇ ਕਾਰਖਾਨੇ ਦੇ ਵਿੱਚ ਹਥੌੜਾ ਪਿਆ, ਸਮਾਨ ਇਹਨਾਂ ਕੋਲ ਪੂਰਾ ਕਿ ਭਾਈ ਉਹਦੀ ਹੱਥੀ ਵੀ ਹੈਗੀ ਆ, ਮੂਹਰੇ ਲੋਹੇ ਦਾ ਜਿਹੜਾ ਸਮਾਨ ਲਾਉਣਾ ਹੈ, ਜਿਹਦਾ ਸੱਟ ਮਾਰਨ ਨੂੰ ਉਹ ਵੀ ਹੈਗਾ, ਪਰ ਉਹ ਕੱਲਾ ਕੀਤਾ ਪਿਆ, ਕੋਈ ਫਾਇਦਾ ਥੋੜੀ ਹੈ। ਤੁਸੀਂ ਉਹ ਹੱਥੀ ਐਸਾ ਹੱਥ ਫੜੀ ਰੱਖੋ ਤੇ ਉਹ ਕੱਲਾ ਮਾਰ ਕੇ ਕਿਸੇ ਚੀਜ਼ ਨੂੰ ਠੋਕ ਦਿਓਗੇ, ਕਦੇ ਨਹੀਂ ਠੋਕ ਸਕਦੇ। ਹਥੌੜੇ ਦਾ ਫਾਇਦਾ ਉਦੋਂ ਹੀ ਆ ਕਿ ਜਦੋਂ ਪ੍ਰੋਪਰ ਉਹ ਕੱਸਿਆ ਪਿਆ, ਹੱਥੀ ਉਹਦੇ ਵਿੱਚ ਹੈ, ਤੇ ਤੁਸੀਂ ਉਹਨੂੰ ਐਂ ਜਦੋਂ ਮਾਰੋਗੇ ਤੁਹਾਨੂੰ ਪਤਾ ਕਿ ਉਹ ਨਿਕਲੂਗਾ ਨਹੀਂ। ਸਾਡੇ ਕੋਲ ਨੌਜਵਾਨ ਸ਼ਕਤੀ ਤਾਂ ਹੈਗੀ ਆ, ਪਰ ਕੱਲੇ ਪੈ ਥੋੜੇ ਵਰਗੀ ਆ। ਦੇਖੋ ਕੱਲੇ ਖਿਲਾਰੇ ਥੌੜੇ ਦਾ ਵੀ ਫਾਇਦਾ ਨਾ, ਹੁਣ ਮੈਂ ਇੱਥੇ ਲੀਡਰਾਂ ਵਾਲੀ ਗੱਲ ਕਰਾਂ, ਕਿਉਂਕਿ ਕਾਰਨ ਹੈ ਵੀ ਜੇ ਇਹ ਇਕੱਠੇ ਹੋ ਗਏ ਤੇ ਫਿਰ ਇਹ ਤੰਗ ਕਰਨਗੇ। ਕਿਉਂਕਿ ਹੁਣ ਸ਼੍ਰੀਲੰਕਾ ਵਾਲੇ ਇਕੱਠੇ ਹੋਈ ਆ, ਜਿਹੜੇ ਉੱਥੇ ਜਾ ਕੇ ਤੇ ਅੱਗ ਲਾਈ ਉਹਦੇ ਰਾਸ਼ਟਰਪਤੀ ਦੇ ਮਹਿਲ ਨੂੰ, ਤੇ ਉਹਦੇ ਸਵੀਮਿੰਗ ਪੂਲ 'ਚ ਨਹਾਉਣ ਡਏ ਆ। ਅੱਡੋ ਅੱਡ ਰਹਿਣ ਫਿਰ ਇਹ ਵਧੀਆ ਰਹਿੰਦੇ ਆ। ਫਿਰ ਤੋੜ ਕੇ ਥੋੜ੍ਹੀਆਂ ਜਿਹੀਆਂ ਵੋਟਾਂ ਇੱਥੋਂ ਲੈ ਲਈਆਂ, ਥੋੜ੍ਹੀਆਂ ਵੋਟਾਂ ਉੱਥੋਂ ਲੈ ਲਈਆਂ, ਥੋੜ੍ਹੀਆਂ ਇੱਥੋਂ ਲੈ ਲਈਆਂ, ਆਪਣੀ ਲੰਘ ਜਾਂਦੀ ਆ। ਫਿਰ ਹੌਲੀ ਹੌਲੀ ਪਰਿਵਾਰ ਦੇ ਅਗਲੇ ਜੀ ਸੁੱਖ ਨਾਲ ਟਿਕਟ ਲੈ ਲੈਂਦੇ ਆ, ਫਿਰ ਉਹਨਾਂ ਦਾ ਕੰਮ ਚੱਲੀ ਜਾਂਦਾ। ਸੋ ਹੁਣ ਤੱਕ ਤਾਂ ਇਹੋ ਕੰਮ ਚੱਲਿਆ। ਮੈਂ ਬੜਾ ਹੈਰਾਨ ਹੁੰਦਾ ਤੁਸੀਂ ਆਹ ਦੇਖੋ, ਵੇਂਦਿਆਂ ਪੰਜਾਬ 'ਚ ਕਿੰਨੇ ਜ਼ਿਲ੍ਹੇ ਬਣ ਗਏ, ਤੇ ਅਜੇ ਵੀ ਕਈ ਜ਼ਿਲ੍ਹਿਆਂ ਦੀਆਂ ਮੰਗਾਂ ਉਸੇ ਤਰ੍ਹਾਂ ਚੱਲਦੀਆਂ। ਇੱਥੇ ਜੀ ਜ਼ਿਲ੍ਹੇ ਦੀ ਲੋੜ ਹੈ, ਫਲਾਣੇ ਨੂੰ ਤਹਿਸੀਲ ਦੀ ਲੋੜ ਹੈ ਜੀ। ਲੋਕਾਂ ਨੂੰ ਆਪਣੇ ਕੰਮ ਕਰਾਉਣ ਦੇ ਲਈ ਉੱਥੇ ਬੜੀ ਦੂਰ ਜਾਣਾ ਪੈਂਦਾ। ਗੱਲ ਇਹ ਆ ਵੀ ਲੋਕ ਵਧਣਗੇ, ਕੰਮ ਹੋਣਗੇ, ਤੇ ਕੰਮ ਦੀਆਂ ਲੋੜਾਂ ਹੋਣਗੀਆਂ, ਪਰ ਨਾਲ ਦੇ ਨਾਲ ਇਹ ਵੀ ਹੈ ਨਾ, ਅਗਲਾ ਕਹਿੰਦਾ ਵੀ ਵਧਾਓ ਸਗੋਂ। ਉਹ ਵੀ ਦਿਨ ਆ ਜਾਣਾ ਪੰਜਾਬ ਦੇ ਵਿੱਚ ਜਦੋਂ ਵੇਖੋ ਇਹ ਡਿਮਾਂਡ 117 ਤੇ ਕੁਛ ਵੀ ਨਹੀਂ ਹੈ। 150 MLA ਤੇ ਘੱਟੋ ਘੱਟ ਚਾਹੀਦਾ ਪੰਜਾਬ ਦੇ ਵਿੱਚ, ਕਿਉਂਕਿ ਲੋੜਾਂ ਹੀ ਬੜੀਆਂ ਨੇ ਲੋਕਾਂ ਦੀਆਂ ਮਹਾਰਾਜ। MP 13 ਬਹੁਤ ਘੱਟ ਨੇ, ਘੱਟੋ ਘੱਟ 20 MP ਚਾਹੀਦੇ ਪੰਜਾਬ ਤੋਂ। ਉਹਨਾਂ ਨੇ ਇਸ ਪਾਸੇ ਆ ਜਾਣਾ, ਪਰ ਇਹ ਕਿਸੇ ਨੇ ਸਲਾਹ ਨਹੀਂ ਦੇਣੀ ਵੀ ਵੀਰ ਮੇਰੇ ਕਿਉਂ ਭੁੱਖੇ ਮਰਨ ਡੇ ਜੇ, ਆਪਾਂ ਇਹਦਾ ਵੀ ਕੋਈ ਨਾ ਕੋਈ ਹੱਲ ਕਰ ਲਈਏ। ਵੀ ਉਹ ਜਾਣੇ ਜਿੰਨੇ ਕੁ ਆਪਾਂ ਹੈਗੇ ਆ, ਜੇ ਆਪਾਂ ਨੂੰ ਪਤਾ ਹੁਣ ਧਰਤੀ ਦੇ ਵਧਣੋਂ ਰਹੀ, ਜੇ ਆਪਾਂ ਇਹ ਆਖੀਏ ਵੀ ਇੰਡੀਆ ਦੀ ਯਾਰ ਆਬਾਦੀ ਵੱਧ ਗਈ, ਤੇ ਆਪਾਂ ਤਰਲਾ ਮਾਰ ਲਿਆ ਵੀ ਪਾਕਿਸਤਾਨ ਵਾਲੇ ਤੁਸੀਂ ਥੋੜਾ ਪਰੇ ਹੋ ਜਾਓ, ਚਾਈਨਾ ਵਾਲੇ ਤੁਸੀਂ ਪਿਛਾਂਹ ਹਟ ਜਾਓ, ਮਾੜਾ ਜਿਹਾ ਭੈਣ ਜੀ ਪਰੇ ਨੂੰ ਹੋਇਓ, ਪਾਕਿਸਤਾਨ ਚੀਨ ਵਾਲਿਆਂ ਨੂੰ ਕਹੀਏ ਆਪਾਂ, ਜਿੱਦਾਂ ਮਤਲਬ ਬੱਸ 'ਚ ਸੀਟ ਨਹੀਂ ਮੰਗੀ ਦੀ, ਥੋੜਾ ਜਿਹਾ ਭੈਣ ਜੀ ਪਾਸਾ ਮਾਰਿਓ, ਥੋੜਾ ਜਿਹਾ ਹਿਮਾਲਿਆ ਪਰਬਤ ਛੱਡਿਓ। ਆਹੋ, ਵੀ ਇਹ ਤੇ ਹੋ ਨਹੀਂ ਸਕਦਾ। ਸੋ ਹੱਦਾਂ ਤੇ ਉਹੀ ਰਹਿਣੀਆਂ ਨੇ, ਉਹਨਾਂ ਹੱਦਾਂ ਦੇ ਵਿੱਚ ਆਪਾਂ ਕੀ ਕੁਛ ਕਰਦੇ ਪਏ, ਤੇ ਇਸ ਵਕਤ ਜਿਹੜੀਆਂ ਸਰਕਾਰਾਂ ਨੇ ਉਹੀ ਸੋਚ ਸਕਦੀਆਂ। ਨਹੀਂ, ਅਸੀਂ ਤਾਂ ਬੇਨਤੀ ਕਰਦੇ ਹਾਂ ਜੀ ਸਿਆਸਤਦਾਨਾਂ ਨੂੰ, ਧਾਰਮਿਕ ਲੀਡਰਾਂ ਨੂੰ, ਕਿ ਭਾਈ ਜਾਗ ਦੇ ਸਿਰ ਜਿਹੜੇ ਆ ਉਹਨਾਂ ਦੀ ਹੁਣ ਗਿਣਤੀ ਵਧਾ ਲਈਏ ਤਾਂ ਚੰਗਾ, ਕਿਉਂਕਿ ਵੱਧ ਸਿਰਾਂ ਦੀ ਹੁਣ ਲੋੜ ਨਹੀਂ। ਭਲਕ ਨੂੰ ਜਿਹੜਾ ਕੰਟਰੋਲ ਕਰਨਾ ਬਹੁਤ ਹੁਣ ਇਹ ਔਖਾ ਹੋ ਗਿਆ, ਵੱਸੋਂ ਬਾਹਰ ਹੀ ਹੋਇਆ ਪਿਆ। ਕੀ ਅਸੀਂ ਆਬਾਦੀ ਦੇ ਮੁਤਾਬਕ ਬੱਸਾਂ ਦੀ ਗਿਣਤੀ ਵਧਾ ਸਕੇ ਹਾਂ, ਟ੍ਰੇਨਾਂ ਦੀ ਗਿਣਤੀ ਵਧਾ ਸਕੇ ਹਾਂ? ਨਾ। ਇੱਕ ਭਰਤੀ ਕਿਤੇ ਤੁਸੀਂ UP ਦੇ ਵਿੱਚ ਕਿਸੇ ਪੋਸਟ ਦੇ ਲਈ ਭਰਤੀ ਖੋਲ੍ਹ ਦਿਓ, ਟ੍ਰੇਨਾਂ ਦੇ ਉੱਪਰ ਬੈਠ ਕੇ ਨਿਆਣੇ ਜਾਂਦੇ ਆ, ਉਹਦੇ ਤੋਂ ਹਿਸਾਬ ਕਿਤਾਬ ਲਾ ਲਈਏ। ਕਿਤੇ ਫੌਜ ਦੀ ਭਰਤੀ ਹੋਵੇ, ਆਪਾਂ ਡਾਂਗਾਂ ਪੈਂਦੀਆਂ ਸਟੇਡੀਅਮ ਦੇ ਬਾਹਰ ਆਪ ਦੇਖੀਆਂ ਕਿ ਨਹੀਂ ਦੇਖੀਆਂ, ਕਿ ਭਾਈ ਇੰਨੇ ਲੋਕ ਆ ਗਏ, ਕਿਉਂਕਿ ਉਹ ਕੰਮ ਮੰਗਦੇ ਆ। ਜੇ ਉਹ ਕੰਮ ਨਹੀਂ ਉਹਨਾਂ ਨੂੰ ਦੇਵਾਂਗੇ ਨਾ, ਫਿਰ ਉਹ ਕਿਸੇ ਹੋਰ ਕੰਮ ਲੱਗਣਗੇ, ਤੇ ਜਦੋਂ ਹੋਰ ਕੰਮ ਲੱਗਦੇ ਆ ਨਾ, ਫਿਰ ਬਦਨਾਮੀ ਜਿਹੜੀ ਉਹ ਬਹੁਤ ਹੁੰਦੀ ਆ। ਆਪਾਂ ਮੱਤੇਆੜ ਵਾਲੇ ਪਾਸੇ ਚੱਲਦੇ ਹਾਂ। ਉਧਰ ਜਾਣ ਤੋਂ ਪਹਿਲਾਂ ਇੱਕ UP ਦੀ ਗੱਲ ਸੁਣਾ ਦਿਆਂ ਵੀ ਜੇ ਆਬਾਦੀ ਵੱਧ ਹੈ, ਤੇ ਆਪਾਂ ਜੁਗਾੜ ਵੀ ਉਹ ਜਿਹਾ ਲਾ ਲੈਂਦੇ। ਇੱਕ ਵੀਡੀਓ ਬੜੀ ਵਾਇਰਲ ਹੈ ਨੈੱਟ ਤੇ, UP ਦੀ ਹੈ। ਜਨਾਬ ਹੋਰਾਂ ਨਾਕਾ ਲਾਇਆ, ਚੈਕਿੰਗ ਹੁੰਦੀ ਪਈ ਹੈ ਟ੍ਰੈਫਿਕ ਦੀ। ਆਟੋ ਰਿਕਸ਼ਾ ਇੱਕ ਆਉਂਦਾ, ਕਹਿੰਦਾ ਯਾਰ ਇਹ ਬੜਾ ਬਹਿੰਦਾ ਜਿਹਾ ਚੱਲਦਾ, ਪੁੱਛੋ ਤਾਂ ਸਹੀ ਨੂੰ ਵਜਾ।
ਉਹਨੂੰ ਡੱਕਿਆ, ਕਹਿੰਦੇ ਰੋਕ ਬਈ। ਐ ਜਦੋਂ ਝਾਤੀ ਹੀ ਮਾਰੀ ਤੇ ਉਹਨਾਂ ਨੂੰ ਵਿੱਚ ਬੰਦੇ ਹੀ ਬੰਦੇ ਨਜ਼ਰ ਆਉਣ। ਹੁਣ ਆਟੋ ਰਿਕਸ਼ੇ ਦੇ ਵੱਡੀ ਹੱਦ ਤੇ ਮਤਲਬ 4 ਨਹੀਂ 5 ਨਹੀਂ 6 ਸਵਾਰੀਆਂ ਭਾਲੋਗੇ ਤੁਸੀਂ, ਬਹੁਤ ਹੀ ਗੱਲ ਹੈ, 10 ਭਾਲੋਗੇ। ਪਾਸ ਤੇ ਨਹੀਂ ਹੁੰਦੀਆਂ। ਨਹੀਂ ਮੈਂ ਤੇ ਧੱਕੇ ਦੀ ਗੱਲ ਕਰਦਾ ਵੀ ਜੋ ਚੱਲਦਾ ਆਪਣੇ ਸਾਡੇ ਹਿਸਾਬ ਨਾਲ ਪਾਸ ਵੱਧ ਜਿਹੜੀਆਂ ਆਹੋ ਵੀ 10 ਵੀ ਭਾਲੋ ਤੁਸੀਂ। ਠੀਕ ਹੈ। ਉਹ ਕਹਿੰਦੇ ਇੱਕ ਨਿਕਲੋ ਤੇ ਸਹੀ ਵਿੱਚੋਂ ਬੰਦੇ। ਉਹ ਵੀਡੀਓ ਦੇ ਵਿੱਚ ਬੰਦੇ ਗਿਣ ਲਗੇ 27 ਸਵਾਰੀਆਂ ਇੱਕ ਆਟੋ ਰਿਕਸ਼ੇ 'ਚ, ਵਿੱਚੇ ਹੀ ਨਿਆਣੇ 7 8 10 ਵਿੱਚੇ ਹੀ ਬੰਦੇ। ਉਹ ਮੈਂ ਨਾ ਵੀ ਉਹਨਾਂ ਨੇ ਉਹਦਾ ਚਲਾਨ ਕੱਟਿਆ, ਉਹਨੂੰ ਸਲੂਟ ਕਰਨਾ ਚਾਹੀਦਾ ਹੈ। ਪਲੱਸ ਉਹ ਜਿਹੜੀ ਕੰਪਨੀ ਦਾ ਆਟੋ ਉਹਨਾਂ ਨੂੰ ਦੱਸਣਾ ਚਾਹੀਦਾ, ਵੀਰ ਮੇਰੇ ਤੁਸੀਂ ਐਵੇਂ ਸਸਤਾ ਹੀ ਆਟੋ ਵੇਚ ਜਾਂਦੇ ਤੇ 27 ਬੰਦੇ ਖਿੱਚ ਸਕਦੇ। ਕੰਮ ਤਾਂ ਟਰੱਕ ਜਿੰਨਾ ਕਰਦੇ, ਮਿੰਨੀ ਬੱਸ ਜਿੰਨਾ ਕਰਦੇ, ਵੀ ਤੁਸੀਂ ਕਲੇਮ ਕਰਦੇ ਹੋ ਇਹਨਾਂ ਦੇ ਉੱਤੇ, ਸੂ ਕਰਦੇ ਹੋ ਇਹਨਾਂ ਨੂੰ। ਸੋ ਇਹ ਹਾਲ ਵੀ ਇਸੇ ਕਰਕੇ, ਕਿਉਂਕਿ ਅਗਲਿਆਂ ਨੂੰ ਜਾਪਿਆ ਉਹ ਵੀ ਹੋਰ ਆਟੋ ਹੈ, ਕੋਈ ਨਹੀਂ ਲੋੜ ਆ ਉਹਨੂੰ ਵੀ ਜਾਪਿਆ ਨੂੰ ਵੀ ਸਵਾਰੀਆਂ ਜਿੰਨੀਆਂ ਆਉਂਦੀਆਂ ਕੋਈ ਗੱਲ ਨਹੀਂ ਲੱਦੀ ਜਾਓ। ਸੋ ਜੇ ਆਟੋ 'ਚ 27 ਸਵਾਰੀਆਂ ਲੱਦਣ ਦੇ ਹਿਸਾਬ ਨਾਲ ਆਪਾਂ ਆਪਣੇ ਮੁਲਕ ਨੂੰ ਭਾਲਣਾ ਵੀ ਹੁਣ ਚੱਲਦਾ ਰਹੇ ਤੇ ਆਪ ਅੰਦਾਜ਼ਾ ਲਾ ਦੇ ਕਿੰਨਾ ਚੱਲੂਗਾ। ਥੋੜਾ ਜਿਹਾ ਹਿਸਾਬ ਤਾਂ ਸੰਧਾਲੀਆ ਸਾਹਿਬ ਚਾਹੀਦਾ ਹੀ ਆ। ਬਾਕੀ ਇੱਕ ਨਾ ਜ਼ਿਕਰ ਆਪਾਂ ਹੁਣ ਮੱਤੇਵਾੜ ਵਾਲੇ ਪਾਸੇ ਚੱਲੀਏ। 1.5 ਮਹੀਨੇ ਤੋਂ ਇਹ ਮੁੱਦਾ ਬਹੁਤ ਜ਼ਿਆਦਾ ਚਰਚਿਤ ਹੋਇਆ। ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਐਕਸ਼ਨ ਕਮੇਟੀ ਨਾਲ ਮੀਟਿੰਗ ਕੀਤੀ ਤੇ ਉਹ ਕਹਿੰਦੇ ਜੀ ਪ੍ਰੋਜੈਕਟ ਰੱਦ। ਬੜਾ ਰੌਲਾ ਪੈਂਦਾ ਸੀ। ਸ਼੍ਰੋਮਣੀ ਅਕਾਲੀ ਦਲ ਨੇ ਸਭ ਤੋਂ ਪਹਿਲਾਂ ਕਿਹਾ ਅਸੀਂ ਵਿਰੋਧ ਕਰਦੇ ਹਾਂ। ਸਿਮਰਨਜੀਤ ਸਿੰਘ ਮਾਨ ਸਾਹਿਬ ਮੈਂਬਰ ਪਾਰਲੀਮੈਂਟ ਸਾਹਿਬ ਉੱਥੇ ਪੁੱਜੇ, ਵਿਰੋਧ ਕਰਦੇ ਹਾਂ ਜੀ। ਇਹਦੇ ਤੋਂ ਇਲਾਵਾ ਰਾਜਾ ਵੜਿੰਗ ਹੋਰੀ ਕਹਿੰਦੇ ਜੀ ਸਾਡੀ ਸਰਕਾਰ ਦੇ ਵੇਲੇ ਪਾਸ ਹੋਇਆ ਸੀ, ਮੈਂ ਮਾਫੀ ਮੰਗਦਾ ਤੇ ਅਸੀਂ ਵਿਰੋਧ ਕਰਦੇ ਹਾਂ ਜੀ। ਸਮਾਜ ਸੇਵੀ ਜਥੇਬੰਦੀਆਂ ਦਾ ਤਾਂ ਕੰਮ ਸੀ, ਉਹਨਾਂ ਦਾ ਕਰਨਾ ਹੈ। ਹੁਣ ਮੱਤੇਵਾੜ ਵਾਲਾ ਪ੍ਰੋਜੈਕਟ ਰੱਦ ਹੋ ਗਿਆ, ਸਰਕਾਰ ਨੇ ਅਫੀਸ਼ੀਅਲੀ ਐਲਾਨ ਕਰ ਦਿੱਤਾ ਤੇ ਸਾਰੀਆਂ ਸਿਆਸੀ ਪਾਰਟੀਆਂ ਕਹਿੰਦੀਆਂ ਜੀ ਐਂ ਕਰਾਈਦਾ ਇਹ ਕੰਮ। ਸੱਤਾਧਾਰੀ ਧਿਰ ਕਹਿੰਦੀ ਅਸੀਂ ਲੋਕਾਂ ਦੇ ਨੇੜੇ ਬਹੁਤ ਆ, ਲੋਕਾਂ ਦੀ ਸੁਣੀ ਰੱਦ ਕਰਤਾ। ਉਹ ਕਹਿੰਦੇ ਜੀ ਅਸੀਂ ਰੱਦ ਕਰਾਇਆ। ਹਾਂ ਨਹੀਂ ਇਹ ਜਿਹੜਾ ਪ੍ਰੋਜੈਕਟ ਹੈ ਤੇ ਰੱਦ ਹੋ ਗਿਆ, ਪਰ ਇਹਦੇ ਤੇ ਨਾ ਬੜੀ ਹੈਰਾਨ ਕਰਨ ਵਾਲੀ ਇੱਕ ਪ੍ਰਤੀਕਿਰਿਆ ਆਈ। ਉਹਨਾਂ ਦੀ ਪ੍ਰਤੀਕਿਰਿਆ ਦਾ ਜ਼ਿਕਰ ਕਰ ਲਈਏ। ਉਹ ਪ੍ਰਤੀਕਿਰਿਆ ਆਈ ਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਜੀ, ਸਾਬਕਾ ਮੁੱਖ ਮੰਤਰੀ ਪੰਜਾਬ। ਐਂਡ ਉਹਨਾਂ ਨੇ ਕਿਉਂਕਿ ਇਹ ਪ੍ਰੋਜੈਕਟ ਜਿਹੜਾ ਸੀ ਸੈਂਕਸ਼ਨ ਕੀਤਾ ਤੇ ਉਹ ਕਹਿੰਦੇ ਵੀ ਦੇਖੋ ਜੀ ਕੈਸੀ ਮੂਰਖਾਂ ਵਾਲੀ ਗੱਲ ਕੀਤੀ ਹੈ ਵੀ ਕੇਂਦਰ ਸਰਕਾਰ ਨੇ ਸਾਡੇ ਕੋਲੋਂ ਜ਼ਮੀਨ ਮੰਗੀ ਵੀ ਮਹਾਰਾਜ 7 ਪ੍ਰੋਜੈਕਟ ਆਲ ਓਵਰ ਇੰਡੀਆ ਲੱਗਣੇ ਆ, ਜਿਹਦੇ ਚੋਂ ਇੱਕ ਇਹ ਸੀਗਾ ਤੇ 1000 ਏਕੜ ਜ਼ਮੀਨ ਚਾਹੀਦੀ ਆ ਤੇ ਅਸੀਂ ਆਖਿਆ ਵੀ ਆ ਲਓ ਜੀ ਚੱਕੋ। ਨਾਲੇ ਕਹਿੰਦੇ ਵੀ ਉਹ ਕਿਤੇ ਫੋਰੈਸਟ ਦੇ ਵਿੱਚ ਥੋੜਾ ਲੱਗਣਾ ਸੀ, ਉਹਦੇ ਲਾਗੇ ਲੱਗਣਾ ਸੀ ਤੇ ਅਸੀਂ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਵੀ ਜਿਹੜੀਆਂ ਦੁਨੀਆ ਦੀਆਂ ਇਹੋ ਜਿਹੀਆਂ ਕੰਪਨੀਆਂ ਨੇ ਜਾਂ ਜਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਪ੍ਰਦੂਸ਼ਣ ਨਾਲ ਰਿਲੇਟਡ ਚੀਜ਼ਾਂ ਦਾ ਧਿਆਨ ਰੱਖਦੀਆਂ ਨੇ ਵੀ ਉਹਨਾਂ ਤੋਂ ਉਹਨਾਂ ਦੇ ਮਾਪਦੰਡਾਂ ਦੇ ਹਿਸਾਬ ਨਾਲ ਇਹ ਲੱਗਣਾ ਸੀ, ਪ੍ਰਦੂਸ਼ਣ ਇਹਨੇ ਕਰਨਾ ਨਹੀਂ ਸੀ। ਇਹ ਤਾਂ ਕਹਿੰਦੇ ਵੀ ਉਦਯੋਗ ਤਾਂ ਅੱਗੇ ਹੀ ਪੰਜਾਬ ਨਹੀਂ ਸੀ ਆ ਕੇ ਰਾਜ਼ੀ ਤੇ ਇਹ ਤਾਂ ਹੁਣ ਜੇ ਇਹਨਾਂ ਨੇ ਆਹ ਕੰਮ ਕਰ ਲਿਆ ਤਾਂ ਹੁਣ ਇੱਥੇ ਆਉਣਾ ਕਿਨੇ, ਤਾਂ ਪੰਜਾਬ ਨੂੰ ਬਹੁਤ ਵੱਡਾ ਘਾਟਾ ਪੈ ਗਿਆ ਵੀ ਇੱਦਾਂ ਨਹੀਂ ਸੀ ਕਰਨਾ ਚਾਹੀਦਾ। ਮੈਂ ਕੁਦਰਤੀ ਸੋਚਾਂ ਵੀ ਮਹੀਨਾ 1.5 ਮਹੀਨਾ ਰੌਲਾ ਪੈਂਦਾ ਰਿਹਾ, ਉਦੋਂ ਹੀ ਇੱਕ ਅੱਧੀ ਵਾਰ ਆ ਕੇ ਸਫਾਈ ਦੇ ਦਿੰਦੇ ਵੀ ਮੈਂ ਕੀਤਾ ਵੀਰ ਮੇਰੇ ਉਹ ਪਾਸ ਤੇ ਇਸ ਕਰਕੇ ਕੀਤਾ ਜੀ। ਹੁਣ ਤੁਸੀਂ ਐਵੇਂ ਭਗਵੰਤ ਮਾਨ ਨੂੰ ਜਾਂ ਕਿਸੇ ਹੋਰ ਨੂੰ ਨਾ ਕਹੋ ਤੇ ਉਹ ਜਣੇ ਜਿਹੜੇ ਬੰਦੇ ਉਦੋਂ ਦੇ ਘਾਲੋ ਕਰਦੇ ਫਿਰਦੇ ਸੀ ਮੁਰਦਾਬਾਦ, ਉਹ ਇੱਕ ਅੱਧੀ ਵਾਰ ਪਟਿਆਲੇ ਵੀ ਜਾ ਕੇ ਮਿਲੇ ਆਉਂਦੇ। ਹੁਣ ਜਦੋਂ ਕੰਮ ਨਿਬੜ ਗਿਆ ਕਹਿੰਦੇ ਨਾ ਹੁਣ ਬਣਦਾ ਹੀ ਬਿਆਨ ਆਪਣਾ ਦਈਏ ਕਰਾਂ ਟਾਈਮ ਨਾ। ਦੇਖੋ ਸੰਧਾਲੀਆ ਸਾਹਿਬ ਇੱਕ ਗੱਲ ਤਾਂ ਪੱਕੀ ਆ ਕਿ ਇਹ ਪਹਿਲਾ ਬਿਆਨ ਹੈ ਜਨਤਕ ਜਿਹੜਾ ਕਿ ਬਿਲਕੁਲ ਦੂਜੇ ਪਾਸਿਓਂ ਆਇਆ ਕਿ ਇਸ ਪ੍ਰੋਜੈਕਟ ਨੂੰ ਰੱਦ ਕਰਕੇ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਤੋੜਤੀ। ਇੱਥੋਂ ਕਹਿੰਦੇ ਕੰਮ ਮਿਲਣਾ ਸੀ, ਇੱਥੇ ਪੰਜਾਬ ਨੂੰ ਪੈਸੇ ਵਟਣੇ ਸੀ। ਕਹਿੰਦੇ ਜੀ ਕਿਸੇ ਮਾਹਿਰਾਂ ਦੀ ਕਮੇਟੀ ਬਣਾਈ ਕਿ ਵਾਤਾਵਰਣ ਨੂੰ ਨੁਕਸਾਨ ਹੋਣਾ ਸੀ, ਸਤਲੁਜ ਨੂੰ ਨੁਕਸਾਨ ਹੋਣਾ ਸੀ। ਮੈਨੂੰ ਲੱਗਦਾ ਕਿ ਕੈਪਟਨ ਸਾਹਿਬ ਆਪਣੇ ਪੱਖੋਂ ਤਾਂ ਠੀਕ ਕਹਿੰਦੇ ਆ ਕਿ ਯਾਰ ਮੈਂ ਪ੍ਰੋਜੈਕਟ ਲਿਆਂਦਾ, ਮੈਂ ਸੈਂਕਸ਼ਨ ਕੀਤਾ, ਮੈਂ ਪੈਸੇ ਸੈਂਕਸ਼ਨ ਕੀਤੇ, ਇੰਨੇ ਲੋਕਾਂ ਨੂੰ ਰੁਜ਼ਗਾਰ ਮਿਲਣਾ ਹੀ, ਤੁਸੀਂ ਹੁਣੇ ਕੌਣ ਆ ਯਾਰ ਗਲਤ ਕਰੀ ਜਾਂਦੇ ਹੋ ਪੰਜਾਬ ਦੇ ਭਵਿੱਖ ਨਾਲ ਖਿਲਵਾੜ। ਪਰ ਜਿਹੜੀ ਉਹਨਾਂ ਨੇ ਗੱਲ ਕੀਤੀ ਨਾ ਕਿ ਫਲਾਨੀ ਕੰਪਨੀ ਤੋਂ ਆਪਾਂ ਸਰਵੇ ਕਰਾਇਆ ਜਾਂ ਸਰ, ਮੈਂ ਕਹਿੰਦਾ ਕਿ ਉਹ ਬਿਲਕੁਲ ਕਰਾਇਆ ਹੋਣਾ। ਤੇ ਸਤਿਕਾਰਯੋਗ ਕੈਪਟਨ ਅਮਰਿੰਦਰ ਸਿੰਘ ਜੀ ਜੇ ਕਿਤੇ ਉਹ ਕੰਪਨੀ ਨੂੰ ਕਹਿੰਦੇ ਜੀ ਘੰਟਾ ਕਿ ਹੋਰ ਕੱਢਿਓ ਕਿਤੇ 70 ਕੁ ਮਿੰਟ, ਨਾਲ ਹੀ ਬੁੱਢੇ ਨਾਲ ਤੇ ਲੈ ਜਾਂਦੇ ਕਿ ਮਾੜਾ ਜਿਹਾ ਵਰਲਡ ਦੀ ਸੀ ਨਾ ਉਹ ਕੰਪਨੀ ਜਾਂ ਉਹ ਜਿਹੜਾ ਸਾਰਾ ਕੁਝ ਪਰਿਆਵਰਣ ਦੇ ਬਾਰੇ ਗੱਲਾਂ ਕਰਦੇ ਕਿ ਤੁਸੀਂ ਮੱਤੇਵਾੜਾ ਕੂਮਕਲਾਂ ਵਾਲਾ ਤਾਂ ਕੰਮ ਦੇਖ ਲਿਆ ਕਿ ਇੱਥੇ ਕੁਝ ਨਹੀਂ ਹੁੰਦਾ, ਸਾਰਾ ਕੁਝ ਠੀਕ ਹੈ। ਮਾੜਾ ਜਿਹਾ ਉੱਥੋਂ ਚੱਲ ਕੇ ਗੱਡੀਆਂ ਦੋ ਦੀਆਂ ਮਾਰਦੇ ਸੈਲਫਾਂ, ਬੁੱਢੇ ਨਾਲੇ ਤੇ ਜਾ ਕੇ ਕੜਕ ਦੇਣੀ ਮਾਰਦੇ ਬ੍ਰੇਕ। ਭੋਰਾ ਕੇ ਕਹਿੰਦੇ ਜੀ ਇੱਥੇ ਦੇਖਿਓ ਵੀ ਮੈਂ 2002 ਤੋਂ 2007 ਤੱਕ ਵੀ ਮੁੱਖ ਮੰਤਰੀ ਰਿਹਾ, ਹੁਣ ਜਾ ਕੇ 17 ਤੋਂ ਤੇ 20 ਤੱਕ ਵੀ ਆ ਗਿਆ ਮੁੱਖ ਮੰਤਰੀ ਫਿਰ ਰਿਹਾ। ਪਤਾ ਨਹੀਂ ਕੀ ਗੱਲ ਆ, ਉੱਥੇ ਤਾਂ ਠੀਕ ਹੈ ਮੈਨੂੰ ਵੀ ਲੱਗਦਾ ਤੇ ਤੁਹਾਨੂੰ ਵੀ ਲੱਗਦਾ ਕਿ ਉੱਥੇ ਸਤਲੁਜ ਦੇ ਵਿੱਚੋਂ ਕੋਈ ਗੰਦਾ ਪਾਣੀ ਨਹੀਂ ਪੈਣਾ, ਉੱਥੇ ਜੰਗਲ ਵੀ ਨਹੀਂ ਤਬਾਹ ਹੋਣੇ। ਆ ਬੁੱਢੇ ਨਾਲੇ ਦੇ ਵਿੱਚ ਪਾਣੀ ਦਾ ਸਾਫ਼ ਹੁੰਦਾ, ਇਹ ਗੰਦਾ ਪਤਾ ਨਹੀਂ ਕਿੱਥੋਂ ਹੋ ਜਾਂਦਾ, ਨਾ ਕੋਈ ਪਾਈਪ ਇੱਥੇ ਡਿੱਗਦਾ, ਨਾ ਕੋਈ ਸੀਵਰੇਜ ਦਾ, ਨਾ ਕੋਈ ਡਾਈਂਗ ਇੰਡਸਟਰੀ ਦਾ, ਨਾ ਕੋਈ ਡੇਅਰੀ ਦਾ। ਭਈ ਮਾੜਾ ਜਿਹਾ ਹਿਸਾਬ ਕਿਤਾਬ ਲਾ ਕੇ ਦੱਸੋ। ਜੇ ਕਿਤੇ ਕੈਪਟਨ ਸਾਹਿਬ ਉਹਦਾ ਵੀ ਹਿਸਾਬ ਕਿਤਾਬ ਲਵਾ ਲੈਂਦੇ, ਕਿਉਂਕਿ ਜਾਂ ਤਾਂ ਕਹੋ ਨਾ ਕਿ ਭਾਈ ਕਦੇ ਲੋਕਾਂ ਨੇ ਆਵਾਜ਼ ਨਾ ਬੁਲੰਦ ਕੀਤੀ ਹੋਵੇ,
ਕਦੇ ਲੋਕਾਂ ਨੇ ਕਿਹਾ ਨਾ ਹੋਵੇ ਜਾਂ ਕਿਸੇ ਨੂੰ ਪਤਾ ਨਾ ਹੋਵੇ, ਚੁੱਪ ਚਪੀਤੇ ਅੰਦਰ ਖਾਤੇ ਕਿਤੇ ਅੰਡਰਗਰਾਉਂਡ ਹੀ ਚੱਲਦਾ ਰਿਹਾ ਹੋਵੇ। ਸ਼ਰੇਆਮ ਹੈ, ਸਾਹਮਣੇ ਆ, ਕਈ ਵਾਰ ਤੁਸੀਂ ਉੱਥੇ ਆਏ ਹੋ, ਮੜ ਜਾ ਉਹਦਾ ਵੀ ਕਹਿ ਦਿੰਦੇ, ਕਿਉਂਕਿ ਦੁੱਧ ਦਾ ਸੜਿਆ ਬੰਦਾ ਠੰਡੇ ਪਾਣੀ ਨੂੰ, ਜਿਹੜੀ ਜੰਮੀ ਉਹ ਬਰਫ਼ ਨੂੰ ਵੀ ਫੂਕਾਂ ਮਾਰ ਮਾਰ ਕੇ ਅੱਜ ਕੱਲ੍ਹ ਪੀਂਦਾ ਕਿ ਭਾਈ ਕਿਤੇ ਤੱਤੀ ਨਾ ਹੋਵੇ। ਇਸ ਕਰਕੇ ਕੈਪਟਨ ਸਾਹਿਬ ਲੋਕ ਮਾੜਾ ਮੋਟਾ ਵਿਰੋਧ ਕਰ ਲੈਂਦੇ ਹੁੰਦੇ। ਆ ਬਰਫ਼ ਵਾਲਾ ਧੂਆਂ ਮੈਨੂੰ ਐ ਲੱਗਦਾ ਇਹ ਤੱਤੀ ਲੱਗਦੀ, ਉਹ ਬਰਫ਼ ਲੱਗਦੀ ਹੈ। ਅੱਛਾ, ਇੱਥੇ ਆਪਾਂ ਬੇਨਤੀ ਕਰੀਏ, ਹੋ ਸਕਦਾ ਕਈਆਂ ਦੇ ਦਿਮਾਗ 'ਚ ਨਾ ਆਉਂਦਾ ਵੀ ਯਾਰ ਮੱਤੇਵਾੜਾ ਕਿੱਥੇ ਕੁ ਪੈਂਦਾ ਜੀ। ਦੇਖੋ ਲੁਧਿਆਣੇ ਜਦੋਂ ਆਪਾਂ ਰਾਹੋਂ ਨੂੰ ਜਾਂਦੇ ਹਾਂ, ਉਸ ਰੋਡ ਦੇ ਉੱਪਰ ਉਹ ਜੰਗਲ ਪੈਂਦਾ। ਆਪਾਂ ਇਹ ਕਹਿ ਸਕਦੇ ਹਾਂ ਵੀ ਲੁਧਿਆਣੇ ਦੇ ਉਸ ਵਾਲੇ ਪਾਸੇ ਜਿੱਧਰੋਂ ਅਜੇ ਸਤਲੁਜ ਦਰਿਆ ਸਾਫ਼ ਆਉਂਦਾ, ਯਾਨੀ ਕਿ ਲੁਧਿਆਣੇ ਤੋਂ ਉੱਧਰ ਨੂੰ ਲੈ ਜਾਣਾ, ਜਿੱਧਰੋਂ ਅਜੇ ਸਤਲੁਜ ਦਰਿਆ ਸਾਫ਼ ਆਉਂਦਾ, ਤੇ ਜਿਹੜੀ ਤੁਸੀਂ ਬੁੱਢੇ ਨਾਲੇ ਦੀ ਗੱਲ ਕੀਤੀ ਹੈ, ਕਾਫੀ ਅੱਗੇ ਜਾ ਕੇ ਉਸੇ ਹੀ ਸਤਲੁਜ ਦਰਿਆ ਦਾ ਜਿਹੜਾ ਨੀਲਾ ਪਾਣੀ ਉਹਨੂੰ ਕਾਲੇ ਰੰਗ ਦਾ ਕਰ ਦਿੰਦਾ। ਇਹ ਵੈਸੇ ਤੇ ਜੇ ਹੁਣ ਵੀ ਤੁਸੀਂ ਆਖੋ ਵੀ ਯਾਰ ਮੈਂ ਨਹੀਂ ਉੱਥੇ ਜਾ ਕੇ ਦੇਖ ਸਕਦਾ, ਸ਼ਾਇਦ ਗੂਗਲ ਵਾਲੇ ਵੀ ਵਿਖਾ ਦੇਣ ਵੀ ਤੁਸੀਂ ਉੱਥੇ ਅੰਦਾਜ਼ਾ ਲਾ ਸਕਦੇ ਹੋ ਵੀ ਇੱਥੇ ਪਾਣੀ ਥੋੜ੍ਹਾ ਹਰਿਆ ਨੀਲਾ ਜਿਹਾ, ਜਿੱਥੇ ਕਿ ਜਾ ਕੇ ਲੁਧਿਆਣਾ ਟੱਪ ਜਾਂਦਾ ਦਰਿਆ, ਤੇ ਜਿੱਥੇ ਜਾ ਕੇ ਬੁੱਢਾ ਨਾਲਾ ਜਾ ਮਿਲਦਾ ਉੱਥੇ ਫਿਰ ਕਿਹੜੇ ਰੰਗ ਦਾ ਪਾਣੀ ਤੁਹਾਨੂੰ ਪਤਾ ਲੱਗ ਜੂ। ਇਹਦਾ ਮਤਲਬ ਇਹ ਹੋ ਗਿਆ ਵੀ ਜਿਹੜਾ ਇੰਨੇ ਕੁ ਕਿਲੋਮੀਟਰ ਦਾ ਉਹ ਇੱਕ ਟੋਟਾ ਬਚ ਗਿਆ ਸੀ, ਉਹ ਕਹਿੰਦਾ ਯਾਰ ਦਵਾਗਰ ਆ, ਇਹ ਤੇ ਪਾਣੀ ਸਾਫ਼ ਤੁਰਿਆ ਜਾਂਦਾ, ਇੱਥੇ ਘਰੋਂ ਸਰਵੇ ਕਹਿੰਦਾ ਇੱਥੇ ਲਾਓ ਥੋੜਾ ਜਿਹਾ। ਇਹ ਐਵੇਂ ਕਮਾਲ ਹੋ ਗਈ, ਲੋਕਾਂ ਨੂੰ ਇੱਥੇ ਐਵੇਂ ਇੱਕ ਰੰਗ ਦਾ ਹੀ ਪਾਣੀ ਦਿਖਾਈ ਜਾਂਦੇ ਆ, ਮਤਲਬ ਥੋੜਾ ਪਿੱਛੋਂ ਹੀ ਹੋ ਜਾਵੇ। ਦੇਖੋ ਕਾਰਨ ਇਹ ਆ ਵੀ ਅਸੀਂ ਕੋਈ ਦੋਵੇਂ ਐਕਸਪਰਟ ਨਹੀਂ। ਮੁੱਖ ਮੰਤਰੀ ਸਾਹਿਬ ਪਹਿਲੇ ਕਹਿੰਦੇ ਵੀ ਮੈਂ ਆਖਿਆ ਜੀ ਵੀ ਮੇਰੇ ਹਿਸਾਬ ਨਾਲ ਸਹੀ ਹੋਣਾ ਚਾਹੀਦਾ ਸੀ, ਮੈਂ ਆਪਣੇ ਵੱਲੋਂ ਸਹੀ ਕੀਤਾ। ਹੁਣ ਵਾਲੇ ਮੁੱਖ ਮੰਤਰੀ ਸਾਹਿਬ ਆਉਂਦੇ ਆ ਵੀ ਭਾਈ ਸਾਹਿਬ ਲੋਕ ਕਹਿੰਦੇ ਸੀ ਵੀ ਇਹ ਠੀਕ ਨਹੀਂ, ਇਸ ਕਰਕੇ ਅਸੀਂ ਰੱਦ ਕਰਤਾ। ਨਾਲ ਉਹਨਾਂ ਨੇ ਇਹ ਵੀ ਗੱਲ ਕੀਤੀ, ਉਹ ਕਹਿੰਦੇ ਵੀ ਇੱਥੇ ਤਾਂ ਨਹੀਂ ਬਣਨਾ, ਹੀ ਗੱਲ ਆ ਪੱਕੀ। ਹਾਂ ਜੇ ਇਹ ਬਣਾਉਣਾ ਹੀ ਆ ਤੇ ਪੰਜਾਬ ਵਿੱਚ ਅਸੀਂ ਕੋਈ ਹੋਰ ਥਾਂ ਲੱਭ ਲਵਾਂਗੇ ਜਿੱਥੇ ਸਾਨੂੰ ਲੱਗੇ ਵੀ ਆਹ ਪ੍ਰਦੂਸ਼ਣ ਹੈ ਨਹੀਂਗਾ, ਤੇ ਜੇ ਪ੍ਰੋਜੈਕਟ ਹੀ ਲੱਗਣਾ ਅਸੀਂ ਕਿਸੇ ਹੋਰ ਥਾਂ 'ਤੇ ਲਵਾ ਦੇਵਾਂਗੇ। ਇਹਦੇ 'ਚ ਮੈਨੂੰ ਇੱਕ ਗੱਲ ਤੇ ਠੀਕ ਲੱਗਦੀ ਵੀ ਇਹ ਕੇਂਦਰ ਸਰਕਾਰ ਨੇ ਮੰਨ ਲਓ 1000 ਏਕੜ ਦੇ ਵਿੱਚ ਪ੍ਰੋਜੈਕਟ ਦੇਣਾ, 7 ਹੋਰ ਪ੍ਰੋਜੈਕਟ ਨੇ ਇੱਕ ਪੰਜਾਬ ਦੇ ਹਿੱਸੇ ਦਾ ਪੰਜਾਬ ਨੂੰ ਦੇਣਾ, ਤੇ ਡਿਸੀਜਨ ਤੇ ਫਿਰ ਸਟੇਟ ਨੇ ਕਰਨਾ ਨਾ ਵੀ ਯਾਰ ਸਾਨੂੰ ਇਸ ਜ਼ਮੀਨ ਤੇ ਲਾ ਦਿਓ ਜੀ, ਅਸੀਂ ਇੱਥੇ ਲਾਉਣ ਨੂੰ ਰਾਜ਼ੀ ਹਾਂ। ਤੇ ਅੱਗੇ ਵੀ ਆਪਾਂ ਜ਼ਿਕਰ ਕਰ ਰਹੇ ਕਈ ਵਾਰ ਵੀ ਯਾਰ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਨੇ ਜਿੱਥੇ ਆਲਰੇਡੀ ਜੀ ਫਲਾਣੇ ਥਾਂ ਦੇ ਉਦਯੋਗਿਕ ਕੇਂਦਰ ਬਣੇਗਾ, ਹੋ ਸਕਦਾ ਉਦਯੋਗਿਕ ਕੇਂਦਰ ਦਾ ਉੱਥੇ ਨੀਂਹ ਪੱਥਰ ਵੀ ਉੱਡ ਗਿਆ ਵੀ ਲੋਕਾਂ ਹੁਣ ਪਾਥੀਆਂ ਪੱਥਰੋਂ ਵੀ ਹਟ ਗਏ, ਹੁਣ ਉਸ ਉਦਯੋਗਿਕ ਕੇਂਦਰ ਦੇ ਨੀਂਹ ਪੱਥਰ ਤੇ ਉਹ ਕਾਗਜ਼ਾਂ 'ਚ ਲੱਭ ਲੁੱਭ ਕੇ ਉਹਨਾਂ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਕੇ ਦਿੱਤੀ ਜਾ ਸਕਦੀ। ਆ ਬਿਲਕੁਲ ਜੀ, ਥੋੜੀ ਥਾਵਾਂ ਬਥੇਰੀਆਂ ਨੇ ਪੰਜਾਬ 'ਚ, ਕੋਈ ਗੱਲ ਨਹੀਂ। ਬਾਕੀ ਸੰਧਾਲੀਆ ਸਾਹਿਬ ਮੈਂ ਇੱਕ ਧੰਨਵਾਦ 3-4 ਕਰਨੇ ਇਸ ਮੁੱਦੇ ਤੇ, ਹਨਾ, ਕਿਉਂਕਿ ਇਹ ਹੁੰਦਾ ਨਾ ਕਿ ਜੀ ਧੰਨਵਾਦੀ ਸ਼ਬਦ ਤੁਸੀਂ ਆਖੋ, ਉਹ ਬੰਦਾ ਵੀ ਇੱਕ ਸੈੱਟ ਜਿਹਾ ਹੀ ਕਰਨਾ ਹੁੰਦਾ ਵਿੱਚ ਵੀ ਇਹਨਾਂ ਦਾ ਵੀ ਨਾਂ ਪੈ ਜਾਏ। ਕਾਂਗਰਸ ਪਾਰਟੀ ਵਿਰੋਧੀ ਧਿਰ ਹੈ, ਉਧਰਲੇ ਪਾਸਿਓਂ ਪ੍ਰਤਾਪ ਸਿੰਘ ਬਾਜਵਾ ਤੇ ਵੜਿੰਗ ਸਾਹਿਬ ਦਾ ਧੰਨਵਾਦ ਕਿ ਉਹਨਾਂ ਨੇ ਆਣ ਕੇ ਕਿਹਾ ਕਿ ਪ੍ਰੋਜੈਕਟ ਗਲਤ ਹੈ ਭਾਈ। ਦੋਹਰਾ ਧੰਨਵਾਦ ਵੜਿੰਗ ਸਾਹਿਬ ਦਾ ਇਸ ਕਰਕੇ ਕਿ ਉਹਨਾਂ ਦੀ ਪਾਰਟੀ ਦੀ ਸਰਕਾਰ ਸੀ, ਉਦੋਂ ਕੰਮ ਚੱਲਿਆ ਤੇ ਉਹਨਾਂ ਨੇ ਕਿਹਾ ਅਸੀਂ ਮਾਫੀ ਮੰਗਦੇ ਹਾਂ। ਵੱਡਾ ਦਿਲ ਦਿਖਾਇਆ ਵੜਿੰਗ ਸਾਹਿਬ ਦਾ। ਸੁਖਬੀਰ ਸਿੰਘ ਬਾਦਲ ਸਾਹਿਬ ਨੇ ਤਾਂ ਕਿਹਾ ਕਿ ਭਾਈ ਅਸੀਂ ਕੋਰ ਕਮੇਟੀ ਦੀ ਬੈਠਕ ਵੀ ਸੱਦਣੀ ਹੈ। ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਅਸੀਂ ਕਰਤਾ ਹੀ ਕੰਮ ਵਿਰੋਧ ਠੋਕ ਕੇ 10 ਦੀ ਮੀਟਿੰਗ ਚਾਹਾਂਗੇ, ਜਿਹੜੀ ਹੋ ਚੁੱਕੀ ਹੈ। ਉਹਨਾਂ ਦਾ ਧੰਨਵਾਦ। ਹੋਰ ਧਿਰਾਂ ਜਿਹੜੀਆਂ ਨੇ ਸਾਰੀਆਂ ਧਿਰਾਂ, ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਉਹ ਕਹਿੰਦੇ ਜੀ ਕਿ ਗੁਰੂ ਸਾਹਿਬ ਮਾਛੀਵਾੜੇ ਤੇ ਮੱਤੇਵਾੜੇ ਦੇ ਜੰਗਲਾਂ ਦੇ ਵਿੱਚ ਦੇ ਹੋ ਕੇ ਗਏ। ਉਹਨਾਂ ਨੇ ਕਿਹਾ ਇਤਿਹਾਸਕ ਵੀ ਹੈ ਸਾਡੇ ਲਈ, ਬਹੁਤ ਜ਼ਿਆਦਾ ਧਾਰਮਿਕ ਤੌਰ ਤੇ ਵੀ ਮਹੱਤਵ ਰੱਖਦੇ ਜੰਗਲ, ਅਸੀਂ ਨਹੀਂ ਜੇ ਇਹ ਕੰਮ ਹੋਣ ਦੇਣਾ। ਇੱਥੇ ਮੈਂਬਰ ਪਾਰਲੀਮੈਂਟ ਨੇ, ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ। ਸਭ ਤੋਂ ਜ਼ਿਆਦਾ ਜਿਹੜਾ ਉਹ ਜ਼ਿਮਨੀ ਚੋਣ ਜਿੱਤੇ ਸਾਰਿਆਂ ਦਾ ਫੋਕਸ ਸੀ, ਉਹ ਜਿੱਤ ਕੇ ਆਏ ਨੇ, ਉਹ ਤਾਂ ਭਾਈ ਬਣਦੀ ਹੈ ਉਹਨਾਂ ਦੇ ਧੰਨਵਾਦ। ਬਾਕੀ ਅਕਾਲੀ ਦਲ ਦੇ ਬਹੁਤ ਸਾਰੇ ਹੋਰ ਨੁਮਾਇੰਦੇ ਪੁੱਜੇ। ਹੁਣ ਸੱਤਾਧਾਰੀ ਧਿਰ ਦਾ ਵੀ ਧੰਨਵਾਦ ਕਿ ਉਹਨਾਂ ਰੱਦ ਕਰਤਾ। ਇੱਥੇ ਹਰ ਇੱਕ ਸਿਆਸੀ ਪਾਰਟੀ ਦਾ ਲੀਡਰ ਆਪਣੀ ਪਿੱਠ ਥਪਥਪਾ ਰਿਹਾ ਕਿ ਭਾਈ ਕੀਤਾ, ਤੇ ਤੁਸੀਂ ਕੀਤਾ ਵੀ ਹੈ। ਪਰ ਬਹੁਤ ਸਾਰੇ ਲੋਕਾਂ ਨੇ ਮਹੀਨਾ ਡੇਢ ਮਹੀਨਾ ਪਹਿਲਾਂ ਇਹ ਗੱਲ ਸੁਣੀ ਹੋਊਗੀ ਜਦੋਂ ਸਿਆਸੀ ਪਾਰਟੀਆਂ ਉੱਠਣ ਲੱਗੀਆਂ ਕਿ ਭਾਈ ਇਹ ਕੰਮ ਹੋਣ ਲੱਗਾ। ਪਰ ਮੈਂ ਥੋੜ੍ਹਾ ਪਿੱਛੇ ਲੈ ਕੇ ਜਾਣਾ। ਪੰਜਾਬ ਦੇ ਲੋਕ ਬਿਲਕੁਲ ਇਸ ਭੁਲੇਖੇ 'ਚ ਨਾ ਰਹਿਣ ਕਿ ਕਿਸੇ ਵੀ ਸਿਆਸੀ ਪਾਰਟੀ ਨੇ ਕੀਤਾ, ਨਾ ਸੱਤਾਧਾਰੀ ਧਿਰ ਤੇ ਨਾ ਵਿਰੋਧੀ ਧਿਰ। ਬਿਲਕੁਲ ਭੁਲੇਖੇ। ਉਹਨਾਂ ਦਾ ਹਾਂ ਯੋਗਦਾਨ ਹੈ, ਪਰ ਉਹ ਹੋਣਾ। 25 ਮਹੀਨੇ ਪਹਿਲਾਂ ਸੰਧਾਲੀਆ ਸਾਹਿਬ 2020 ਕੈਪਟਨ ਸਾਹਿਬ ਦੀ ਸਰਕਾਰ ਸੀ, ਮਹੀਨਾ ਜੂਨ ਦਾ, ਤੇ ਹੁਣ ਜੁਲਾਈ ਚੱਲਦਾ 22 ਦਾ। 25 ਮਹੀਨੇ ਪਹਿਲਾਂ ਜਦੋਂ ਕੈਪਟਨ ਸਾਹਿਬ ਦੀ ਸਰਕਾਰ ਨੇ ਪ੍ਰਵਾਨਗੀ ਦਿੱਤੀ ਹੈ ਨਾ ਕਿ ਭਾਈ ਆਪਾਂ ਇਹ ਪ੍ਰੋਜੈਕਟ ਲਾਉਣਾ ਹੈ, ਉਸੇ ਵੇਲੇ ਇਲਾਕੇ ਦੇ ਲੋਕਾਂ ਦੀ ਇੱਕ ਪਬਲਿਕ ਐਕਸ਼ਨ ਕਮੇਟੀ ਬਣ ਗਈ ਸੀ ਕਿ ਆਪਾਂ ਭਾਈ ਲੋਕਾਂ ਦੀ ਐਕਸ਼ਨ ਕਮੇਟੀ ਹੈ। ਸੇਵ ਮੱਤੇਵਾੜਾ ਜੰਗਲ ਲੋਗੋ ਦੇ ਹੇਠ ਕੰਮ ਚੱਲਿਆ ਸੀ। ਉਦੋਂ ਮੈਨੂੰ ਨਹੀਂ ਪਤਾ ਕਿ ਕੋਈ ਸਿਆਸੀ ਪਾਰਟੀ ਦਾ ਲੀਡਰ ਉੱਥੇ ਸੀ ਕਿ ਨਹੀਂ ਸੀ। 25 ਮਹੀਨੇ ਹੋ ਗਿਆ ਕੰਮ ਚੱਲਦੇ ਨੂੰ। ਸਿਆਸੀ ਪਾਰਟੀਆਂ ਨੇ ਤਾਂ 1.5 ਮਹੀਨਾ ਪਹਿਲਾਂ ਮੁੱਦਾ ਚੁੱਕਿਆ। ਇਹਨਾਂ ਨੇ ਮੈਂ ਨਹੀਂ ਕੋਈ 3 ਮਹੀਨੇ ਲਗਾਤਾਰ ਧਰਨਾ ਲਾ ਕੇ ਬੈਠਾ ਦੇਖਿਆ ਕਿ ਅਸੀਂ ਨਹੀਂ ਵੰਡ ਦੇਣਾ। ਚਲੋ, ਉਹਦੇ ਤੋਂ ਬਾਅਦ ਉਹਨਾਂ ਨੇ ਇਤਰਾਜ਼ ਪ੍ਰਗਟ ਕੀਤਾ ਪਬਲਿਕ ਐਕਸ਼ਨ ਕਮੇਟੀ ਵਾਲਿਆਂ ਨੇ। ਕੋਈ ਉਹਦੇ ਵਿੱਚ ਡੈਂਟਿਸਟ ਆ, ਕੋਈ ਉਹਦੇ ਵਿੱਚ ਇੰਜੀਨੀਅਰ ਆ, ਕੋਈ ਉਹਦੇ ਵਿੱਚ ਹੋਰ ਡਾਕਟਰ ਆ, ਕੋਈ ਉਹਦੇ ਵਿੱਚ ਕਾਰੋਬਾਰੀ ਬੰਦਾ ਹੈ, ਕੋਈ ਉਹਦੇ ਵਿੱਚ ਸਮਾਜ ਸੇਵੀ ਆ। ਲੋਕਾਂ ਦਾ ਇਕੱਠ ਸੀ ਉਹ। ਉਹਨਾਂ ਨੇ ਕਿਹਾ ਜੀ ਇੱਥੇ ਤਾਂ ਕੋਈ ਉਸਾਰੀ ਨਹੀਂ ਹੋ ਸਕਦੀ, ਇੱਥੇ ਕੋਈ ਉਦਯੋਗ ਲੱਗਾ ਹੀ ਨਹੀਂ ਸਕਦਾ। ਕੋਲੋਂ ਦੀ ਸਤਲੁਜ, ਇੱਧਰ ਜੰਗਲ, ਪੰਜਾਬ 'ਚ ਰਕਬਾ ਥੋੜਾ। ਇਹ ਲੋਕਾਂ ਦੇ ਕਰਕੇ ਸਿਆਸੀ ਲੀਡਰਾਂ ਨੂੰ ਉੱਠਣਾ ਪਿਆ, ਚਾਹੇ ਕਿਸੇ ਵੀ ਧਿਰ ਦਾ ਬੰਦਾ ਕੋਈ।
ਅਗਲਿਆਂ ਨੇ ਕਿਹਾ ਅੱਛਾ ਕਾਨੂੰਨ ਬਦਲ ਦਿੰਨੇ ਆ, ਕੰਸਟਰਕਸ਼ਨ ਨਹੀਂ ਹੋ ਸਕਦੀ, ਕਾਨੂੰਨ ਹੀ ਬਣਿਆ, ਸਾਡੇ ਕੋਲੇ ਕਾਨੂੰਨ ਬਦਲਣ ਦੀ ਸ਼ਕਤੀ ਹੈ, ਬਦਲਤਾ ਕਿ ਭਾਈ ਇੱਥੇ ਹੋ ਸਕਦਾ। ਉਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਚਲੇ ਗਏ। 25 ਮਹੀਨਿਆਂ ਦੀ ਲੜਾਈ ਦਾ ਜ਼ਿਕਰ ਕਰ ਰਹੇ ਆ। ਉਹ ਕਹਿੰਦੇ ਜੀ ਅਸੀਂ ਚੱਲੇ ਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਕੋਲ। ਉਹਨਾਂ ਨੇ ਕਿਹਾ ਜੀ ਸਾਨੂੰ ਇਹ ਰਿਪੋਰਟ ਦਿਓ, ਕਿਸੇ ਰਿਪੋਰਟ ਹੀ ਨਾ ਦਿੱਤੀ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਟਿੱਚ ਜਾਣਿਆ। ਕੇਂਦਰ ਸਰਕਾਰ ਵਾਲੇ ਬੰਦੇ ਆ ਗਏ, ਉਹ ਕਹਿੰਦੇ ਜੀ ਅਸੀਂ ਤਾਂ ਆਹ ਕੰਮ ਕਰਨੇ ਆ। ਇਹਨਾਂ ਨੇ ਫਿਰ ਵਿਰੋਧ ਕੀਤਾ, ਇਹ ਫਿਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਚਲੇ ਗਏ ਕਿ ਭਾਈ ਆ ਦੇਖੋ ਸਾਡੀ ਪਹਿਲੀ ਗੱਲ ਦਾ ਜਵਾਬ ਕੋਈ ਨਹੀਂ ਆਇਆ, ਬੰਦੇ ਆ ਗਏ। ਉਹ ਕੇਂਦਰ ਵਾਲਿਆਂ ਨੇ ਤਾਂ ਆਉਣਾ ਹੀ ਹੈ ਜਦੋਂ ਸੂਬਾ ਸਰਕਾਰ ਕਹਿੰਦੀ ਹੈ ਕਿ ਭਾਈ ਬਣਾ ਲਓ। ਇਹ ਫਿਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਚਲੇ ਗਏ। ਉਹਨਾਂ ਨੇ ਫਿਰ ਜ਼ਿਲ੍ਹੇ ਦੇ ਅਧਿਕਾਰੀ ਤੋਂ ਰਿਪੋਰਟ ਮੰਗੀ, ਰਿਪੋਰਟ ਉਹ ਵੀ ਨਾ ਦਿੱਤੀ। ਇਹ ਹਟੇ ਨਹੀਂ, ਇਲੈਕਸ਼ਨ ਆ ਗਈ। ਇਲੈਕਸ਼ਨ ਆ ਗਈ, ਇਹਨਾਂ ਨੇ ਫਿਰ ਉੱਥੇ ਗ੍ਰੀਨ ਮੈਨੀਫੈਸਟੋ ਆਪਾਂ ਕਈ ਵਾਰ ਜ਼ਿਕਰ ਕਰਦੇ ਹੁੰਦੇ ਸੀ, ਉਹਦੀ ਕੰਪੇਨ ਚਲਾਈ। ਬਾਬਾ ਸੀਚਾ ਵਾਲੀ ਵੀ ਨਾਲ ਹੀ ਹੁੰਦੇ ਸੀ। ਆਮ ਆਦਮੀ ਪਾਰਟੀ ਦੇ ਸਭ ਤੋਂ ਵੱਧ ਲੀਡਰ ਨਾਲ ਆ ਕੇ ਬਹਿੰਦੇ ਹੁੰਦੇ ਸੀ। ਹਾਲਾਂਕਿ ਬਾਅਦ ਵਿੱਚ ਇਹਨਾਂ ਨੇ ਖੁਦ ਵਿਧਾਨ ਸਭਾ 'ਚ ਕਿਹਾ ਸੀ ਕਿ ਅਸੀਂ ਚਲਾਉਣਾ ਹੀ ਕੰਮ ਇਹ। ਉਹ ਗ੍ਰੀਨ ਮੈਨੀਫੈਸਟੋ ਦੇ ਵਿੱਚ ਕੀ ਕਰਦੇ ਸੀ, ਸਾਰੇ ਪੰਜਾਬ 'ਚ ਜਾ ਕੇ ਇਹਨਾਂ ਨੇ ਪ੍ਰੋਜੈਕਟ ਕੀਤੇ, ਜਥੇਬੰਦੀਆਂ ਨਾਲ ਜੁੜੀਆਂ ਕਿ ਅਸੀਂ ਚਾਹੁੰਦੇ ਹਾਂ ਕਿ ਭਾਈ ਆਹ ਮਦਾਂ ਆਪਣੇ ਮੈਨੀਫੈਸਟੋ ਦੇ ਵਿੱਚ ਪਾਓ, ਵਾਤਾਵਰਣ ਨੂੰ ਬਚਾਉਣ ਦੀਆਂ। ਸੈਮੀਨਾਰ ਕਰਦੇ ਹੁੰਦੇ ਸੀ, 10 ਦਿਨ ਪਹਿਲਾਂ ਐਲਾਨ ਕਰ ਦੇਣਾ ਕਿ ਭਾਈ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਆ, ਕੋਈ ਨਹੀਂ ਸੀ ਪਹੁੰਚਦਾ, ਇੱਕ ਦੋ ਦੇ ਪਹੁੰਚਦੇ ਸੀ। ਆਮ ਆਦਮੀ ਪਾਰਟੀ ਵਾਲੇ ਅੱਪੜਦੇ ਸੀ, ਇਸੇ ਕਰਕੇ ਰੋਸਾ ਸੀ ਕਿ ਤੁਸੀਂ ਸਾਡੇ ਨਾਲ ਬਹਿੰਦੇ ਰਹੇ, ਹੁਣ ਪ੍ਰੋਜੈਕਟ ਚਲਾਉਣ ਲੱਗੇ ਹੋ। ਸੰਧਾਲੀਆ ਸਾਹਿਬ ਹੋਰ ਦੇਖੋ, ਸਰਕਾਰ ਬਣ ਗਈ, ਉਹਦੇ ਤੋਂ ਬਾਅਦ ਜ਼ਮੀਨ ਦੇ ਕਬਜ਼ੇ ਵਾਲੀ ਗੱਲ ਸ਼ੁਰੂ ਹੋ ਗਈ। ਇਹਨਾਂ ਨੇ ਜਾ ਕੇ ਡਟ ਕੇ ਜ਼ਮੀਨ ਤੇ ਵਿਰੋਧ ਕੀਤਾ। ਉਦੋਂ ਤੱਕ ਸਿਆਸੀ ਪਾਰਟੀਆਂ ਨਹੀਂ ਸੀ ਤੁਰੀਆਂ ਨਾਲ, ਇਹ ਤਾਂ ਫਿਰ ਇਹਨਾਂ ਨੇ ਹੁਣ ਜਾ ਕੇ ਫੱਟੇ ਜਿਹਾ ਚੱਕੇ ਆ, ਤਾਂ ਸੱਤਾਧਾਰੀ ਵੀ ਤਾਂ ਵਿਰੋਧੀ ਸਾਰੇ ਤੁਰੇ ਆ। ਮੇਰੇ ਕਹਿਣ ਦਾ ਭਾਵ ਕਿ ਕੰਮ 1.5 ਮਹੀਨਾ ਪੁਰਾਣਾ ਨਹੀਂ, 25 ਮਹੀਨੇ ਪੁਰਾਣਾ, ਤੇ ਲੋਕਾਂ ਨੇ ਲਗਾਤਾਰ ਉਸ ਚੀਜ਼ ਨੂੰ ਬਿਲਡ ਕੀਤਾ। ਉਹਦੇ ਉੱਤੇ ਆ ਕੇ ਸਿਆਸੀ ਲੀਡਰ ਹੁਣ ਸਾਰੇ ਬੈਠੇ ਆ, ਤੇ ਲੋਕਾਂ ਦੀ ਤਾਕਤ ਜਿੱਥੇ ਵੀ ਕਿਤੇ ਪੰਜਾਬ ਦੇ ਵਿੱਚ ਲੱਗਦਾ ਕਿ ਵਾਤਾਵਰਣ ਨੂੰ ਖਤਰੇ ਵਾਲੀ ਕੋਈ ਗੱਲ ਹੈ, ਲੋਕ ਇਕੱਠੇ ਹੋਣ, ਸਿਆਸਤਦਾਨਾਂ ਦੇ ਮੂੰਹ ਵੱਲ ਦੇਖਣ ਦੀ ਲੋੜ ਨਹੀਂ, ਉਹ ਆਪੇ ਤੁਹਾਡੇ ਪਿੱਛੇ ਆਉਣਗੇ। ਨਹੀਂ, ਪਰ ਇੱਕ ਜਿਹੜੀ ਗੱਲ ਸੀ ਵੀ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਿਲਣਾ, ਮੈਂ ਵੈਸੇ ਕੁਦਰਤੀ ਅੰਦਾਜ਼ਾ ਲਾਉਂਦਾ ਸੀ ਵੀ 25 ਮਹੀਨੇ ਹੋ ਗਏ ਅਜੇ ਤੱਕ ਇੱਟ ਨਹੀਂ ਲੱਗੀ ਉੱਥੇ, ਹੈ ਨਾ। ਤੇ ਜੇ ਹਿਸਾਬ ਨਾਲ ਜੇ ਪਰਮਿਸ਼ਨਾਂ ਜੇ ਚੱਲਣੀਆਂ ਸੀ, ਹੋਰ ਵੀ ਮੈਨੂੰ ਲੱਗਦਾ ਵੀ ਸਾਲ 1.5 ਸਾਲ 3 ਦਿਨ ਲੰਘ ਜਾਣ। ਉਦੋਂ ਬਾਅਦ ਕਿਤੇ ਹੋ ਸਕਦਾ ਮਿਣਤੀ ਕਰ ਗਿਆ, ਜੇ ਬਣਦਾ ਜੀ ਕੋਈ ਗੱਲ ਨਹੀਂ 4-5 ਸਾਲ ਲੱਗਣੇ। ਫਿਰ ਉਦੋਂ ਬਾਅਦ ਫੈਕਟਰੀ ਕਿਹੜਾ ਵੀ ਅਗਲੇ ਨੇ ਬਣੀ ਬਣਾਈ ਲਿਆ ਕੇ ਰੱਖਦੀ, ਵੇਲਣਾ ਥੋੜਾ ਲਾਉਣਾ ਉੱਥੇ ਰੋਹ ਕੱਢਣ ਵਾਲਾ ਜੀ। ਉਹ ਬਣਦਿਆਂ ਬਣਾਉਂਦੇ ਜੇ ਮੰਨ ਲਓ 20 ਸਾਲ ਹੋ ਗਏ, ਤਾਂ ਮਤਲਬ ਇਹ ਕਹਿਣਾ ਚਾਹੀਦਾ ਵੀ ਜਿਹੜੇ ਨਿਆਣੇ ਜੇ ਜੰਮਣਗੇ ਤੇ ਜਦੋਂ ਪੜ੍ਹ ਲਿਖ ਕੇ ਜਵਾਨ ਹੋਣਗੇ, ਉਹਨਾਂ ਦੀ ਨੌਕਰੀ ਦਾ ਅਸੀਂ ਪ੍ਰਬੰਧ ਕਰ ਰਹੇ। ਫਿਰ ਹੋ ਸਕਦਾ ਲੋਕਾਂ ਨੂੰ ਸਮਝ ਆਉਂਦਾ ਉਹ ਤੇਰਾ ਭਲਾ ਇੰਨੀ ਦੂਰ ਦੀ ਸੋਚੀ ਯਾਰ ਇਹਨਾਂ ਨੇ, ਕੀ ਬਾਤ ਆ। ਮਤਲਬ ਕਿੰਨੀ ਫੁਰਤੀ ਨਾਲ ਸਾਡੇ ਪ੍ਰੋਜੈਕਟ ਚੱਲਦੇ ਨੇ, ਇੱਥੋਂ ਅਸੀਂ ਅੰਦਾਜ਼ਾ ਲਾ ਸਕਦੇ। ਬੜੇ ਸੰਧਾਲੀਆ ਸਾਹਿਬ ਥਾਂ ਨੇ ਜਿਨ੍ਹਾਂ ਥਾਵਾਂ ਦਾ ਜ਼ਿਕਰ ਜਿਹੜਾ ਅਕਸਰ ਹੁੰਦਾ ਰਹਿੰਦਾ, ਕਪੂਰਥਲੇ ਜ਼ਿਲ੍ਹੇ ਦੇ ਵਿੱਚ ਜ਼ਿਕਰ ਹੁੰਦਾ ਤਰਨਤਾਰਨ ਵਾਲੇ ਪਾਸੇ ਵੀ ਕਿ ਭਾਈ ਵਾਤਾਵਰਣ ਖਰਾਬ ਹੋ ਰਿਹਾ। ਇੱਧਰ ਹੁਸ਼ਿਆਰਪੁਰ ਦੇ ਵਿੱਚ ਦਸੂਹੇ ਵਾਲੀ ਫੈਕਟਰੀ ਦੇ ਲਾਗੇ ਜ਼ਿਕਰ ਹੁੰਦਾ। ਇੱਧਰ ਜੇ ਆਪਾਂ ਚਲੇ ਜਾਈਏ ਬਲਾਚੌਰ ਤੋਂ ਹੁਸ਼ਿਆਰਪੁਰ ਵਾਲੇ ਪਾਸੇ ਰਸਤੇ ਦੇ ਵਿੱਚ ਅਸੈਲੇ ਸੂਲੇ ਵਾਲੇ ਪਾਸੇ ਜ਼ਿਕਰ ਹੁੰਦਾ ਕਿ ਭਾਈ ਪਾਣੀ ਖਰਾਬ ਹੋ ਗਿਆ, ਹਵਾ ਖਰਾਬ ਹੋ ਗਈ। ਬਹੁਤ ਸਾਰੇ ਥਾਂ ਨੇ ਜਿੱਥੇ ਲੋਕ ਕਹਿੰਦੇ ਜੀ ਸਵਾਹ ਪੈਂਦੀ ਆ ਸਿਰ ਦੇ ਵਿੱਚ ਫੈਕਟਰੀਆਂ ਦੀ। ਬਿਲਕੁਲ ਅਸੀਂ ਖਿਲਾਫ ਨਹੀਂ, ਉਦਯੋਗ ਲੱਗਣੇ ਚਾਹੀਦੇ ਆ, ਰੁਜ਼ਗਾਰ ਮਿਲਣਾ ਚਾਹੀਦਾ, ਫੇਰ ਹੀ ਸੂਬਾ ਅੱਗੇ ਵਧੂਗਾ। ਪਰ ਉਦਯੋਗ ਲੱਗਣ ਦੇ ਨਾਲ ਯਾਨੀ ਕਿ ਤੁਹਾਨੂੰ ਅਸੀਂ ਸਾਈਕਲ ਚਲਾਉਣ ਦੀ ਆਗਿਆ ਜ਼ਰੂਰ ਦਿੰਦੇ ਹਾਂ, ਪਰ ਕਿਸੇ ਦੇ ਵਿੱਚ ਮਰਨ ਦੀ ਆਗਿਆ ਨਹੀਂ ਦਿੰਦੇ। ਨਹੀਂ, ਠੀਕ ਹੈ ਗੱਲ। ਦੇਖੋ ਹੁਣ ਜਦੋਂ ਸਾਈਕਲ ਦੀ ਗੱਲ ਕਰੀਏ, ਸਾਈਕਲ ਵਾਲੇ ਉਦਯੋਗ ਪਹਿਲਾਂ ਹੁੰਦੇ ਸੀ ਲੁਧਿਆਣੇ, ਹੁਣ ਕਹਿੰਦੇ ਉਹ ਵੀ ਚੁਕਾ ਕੇ ਅਗਲੇ ਬੰਦੇ ਉਹ ਹਿਮਾਚਲ ਜਾ ਵੜੇ ਹਨ ਜੀ। ਇਹੋ ਜਿਹੀਆਂ ਹੋਰ ਅਸੈਂਬਲੀ ਲਾਈਨਾਂ ਵਾਲੇ ਕਾਰਖਾਨੇ ਵੀ ਤਾਂ ਲੱਗ ਹੀ ਸਕਦੇ ਅੱਗੇ ਵੀ ਆਪਾਂ ਕੀਤਾ ਵੀ ਜਿਹਨਾਂ ਦਾ ਨਾ ਤਾਂ ਕੋਈ ਉੱਥੋਂ ਪਾਣੀ ਨਿਕਲੇ ਤੇ ਨਾ ਕੋਈ ਉੱਥੇ ਮਤਲਬ ਪੋਲਿਊਸ਼ਨ ਹੀ ਹੋਵੇ। ਹੁਣ ਜਦੋਂ ਟਰੈਕਟਰ ਬਣਾਉਣ ਵਾਲਾ ਕਾਰਖਾਨਾ ਹੁਸ਼ਿਆਰਪੁਰ ਵਾਲਾ ਜੀ, ਉਹ ਬਣੀ ਜਾਂਦੇ ਉੱਥੇ ਟਰੈਕਟਰ। ਜੇ ਇਹੋ ਜਿਹਾ ਕੁਝ ਸੁੱਕੇ ਜਿਹੇ ਕਾਰਖਾਨੇ ਵੀ ਤਾਂ ਲਾਏ ਹੀ ਜਾ ਸਕਦੇ ਆ। ਜ਼ਰੂਰੀ ਥੋੜਾ ਵੀ ਆਪਾਂ ਦੂਜਾ ਕਾਰਖਾਨਾ ਹੀ ਲਾਉਣਾ ਵੀ ਜਿਹਦੇ ਵਿੱਚੋਂ ਧੂੰਆਂ ਵੀ ਨਿਕਲੇ, ਜਿਹਦੇ ਚੋਂ ਪਾਣੀ ਵੀ ਕੈਮੀਕਲ ਵਾਲਾ ਨਿਕਲੇ ਤੇ ਆਸੇ-ਪਾਸੇ ਪੋਲਿਊਸ਼ਨ ਵੀ ਹੋਵੇ। ਸੋ ਇਹਦੇ ਬਾਰੇ ਜ਼ਰੂਰ ਸੋਚਣਾ ਚਾਹੀਦਾ। ਬਾਕੀ ਚਲੋ ਸਿਆਣੇ ਸਿਰ ਨੇ ਜੀ, ਅਗਲਿਆਂ ਨੇ ਸੋਚਿਆ। ਪੰਜਾਬ ਸਰਕਾਰ ਕਹਿੰਦੀ ਵੀ ਅਸੀਂ ਇਹ ਭਾਈ ਸਾਹਿਬ ਪ੍ਰੋਜੈਕਟ ਰੱਦ ਕਰਤਾ, ਅਸੀਂ ਉਹਨਾਂ ਨੂੰ ਵਧਾਈ ਦਿੰਦੇ ਹਾਂ। ਤੇ ਸਭ ਤੋਂ ਵੱਡੀ ਵਧਾਈ ਉਹਨਾਂ ਨੂੰ ਜਿਨ੍ਹਾਂ ਨੇ 25 ਮਹੀਨੇ ਪਹਿਲਾਂ ਤੋਂ ਸੰਘਰਸ਼ ਸ਼ੁਰੂ ਕੀਤਾ। ਬਾਕੀ ਸੰਧਾਲੀਆ ਸਾਹਿਬ ਇੱਕ ਗੱਲ ਇਹਦੇ ਨਾਲ ਇਹ ਆ ਕਿ ਸਾਰੀਆਂ ਸਿਆਸੀ ਪਾਰਟੀਆਂ ਕਿਤੇ ਇਹ ਨਾ ਹੋਵੇ ਘਰੇ ਬੈਠੇ ਸਮੋਸੇ ਖਾਂਦੇ ਰਹੋ ਤਾਂ ਮਹਿੰਗੇ ਭਾਅ ਦੇ ਨਿੰਬੂਆਂ ਦੀ ਸ਼ਿਕੰਜਵੀ ਪੀਂਦੇ ਰਹੋ। ਭਾਈ ਜਿਨ੍ਹਾਂ ਨੇ ਕੰਮ ਸ਼ੁਰੂ ਕਰਨਾ ਉਹਨਾਂ ਨੇ ਕਰਤਾ ਹੀ। ਆਪਾਂ ਪਿਛਲੇ ਦਿਨ ਚਰਚਾ ਕੀਤੀ ਸੀ ਕਿ ਹਰਦੀਪ ਸਿੰਘ ਪੁਰੀ ਸਾਹਿਬ ਬਠਿੰਡੇ ਦੇ ਵਿੱਚ ਸਰਗਰਮ ਨੇ। ਕੁੱਲ ਹੁਣ 3 ਕੇਂਦਰ ਸਰਕਾਰ ਦੇ ਮੰਤਰੀ ਪੰਜਾਬ 'ਚ ਨੇ ਭਾਰਤੀ ਜਨਤਾ ਪਾਰਟੀ ਦੀ ਮਜ਼ਬੂਤੀ ਦੇ ਲਈ। ਹਰਦੀਪ ਸਿੰਘ ਪੁਰੀ ਸਾਹਿਬ ਵੀ ਨੇ, ਰਾਮਪਾਲ ਮੇਘਵਾਲ ਸਾਹਿਬ ਵੀ ਨੇ, ਤੇ ਬੀਬੀ ਸਾਧਵੀ ਨਿਰੰਜਨਾ ਜੋਤੀ ਹੋਰੀ ਵੀ ਨੇ। ਉਹ ਹੁਣ ਜਦੋਂ ਇੱਧਰਲੇ ਪਾਸੇ ਸਾਰੇ ਆ ਗਏ ਇੱਥੋਂ ਤੱਕ ਕਿ ਸਮਾਰਟ ਸਿਟੀ ਪ੍ਰੋਜੈਕਟ, ਕਿਉਂਕਿ ਉਹਦੇ ਵਿੱਚ ਕੇਂਦਰ ਦਾ ਹਿੱਸਾ ਹੈ, ਜਾਂ ਜਿਹੜਾ ਵੀ ਕੋਈ ਪ੍ਰੋਜੈਕਟ ਜਿੱਥੇ ਕੇਂਦਰ ਸਰਕਾਰ ਗ੍ਰਾਂਟ ਦਿੰਦੀ ਹੈ, ਉਹਨਾਂ ਪ੍ਰੋਜੈਕਟਾਂ ਦੀਆਂ ਮੀਟਿੰਗਾਂ ਵੀ ਲੈ ਰਹੇ ਆ। ਉੱਥੇ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਵੀ ਆ ਰਹੀ ਹੈ। ਉਹ ਜਿੱਥੇ ਇਤਰਾਜ਼ ਪ੍ਰਗਟ ਕਰਦੇ ਆ ਤੇ ਮੰਤਰੀ ਸਾਹਿਬ ਨਾਲ ਹੀ ਅਫਸਰਾਂ ਨੂੰ ਪੁੱਛਦੇ ਆ, ਦੱਸੋ ਬਈ ਆਹ ਕੰਮ ਇਦਾਂ ਕਿਉਂ ਨਹੀਂ ਹੋਇਆ। ਜਾਣੀ ਕਿ ਉਹਨਾਂ ਨੇ 2024 ਦੀਆਂ ਲੋਕ ਸਭਾ ਚੋਣਾਂ ਦੇ ਲਈ ਆਪਣਾ ਪ੍ਰੋਗਰਾਮ ਸ਼ੁਰੂ ਕਰਤਾ।
ਕਿ ਭਾਈ ਆਹ ਇਦਾਂ ਹੋਣਾ, ਇਸ ਤਰੀਕੇ ਹੋਣਾ। ਇਹਦੇ ਨਾਲ ਹੁਣ ਤੁਸੀਂ ਦੇਖੋ ਕਿ ਤਾਂ ਭਾਰਤੀ ਜਨਤਾ ਪਾਰਟੀ ਸੱਤਾ ਤੋਂ ਬਾਹਰ ਹੈ, ਪਰ ਜੇ ਉਹਨਾਂ ਦਾ ਕੋਈ ਕੇਂਦਰੀ ਮੰਤਰੀ ਆ ਕੇ ਜ਼ਿਲ੍ਹੇ 'ਚ ਬਹਿੰਦਾ ਹੈ, ਕਿਸੇ ਪ੍ਰੋਜੈਕਟ ਦੀ ਮੀਟਿੰਗ ਲੈਂਦਾ ਹੈ, ਨਾਲ ਉਹਦੀ ਲੀਡਰਸ਼ਿਪ ਚਾਹੇ ਪਬਲਿਕ ਦੇ ਤੌਰ ਦੇ ਉੱਤੇ ਆ ਕੇ ਬੈਠੇ, ਉਹ ਕਹਿਣ ਜੀ ਆ ਦੇਖੋ ਸਾਡਾ ਆਹ ਕੰਮ ਨਹੀਂ ਹੋਇਆ, ਆ ਇਸ ਤਰੀਕੇ ਨਹੀਂ ਹੋਇਆ, ਸਾਹਮਣੇ ਬੈਠ ਕੇ ਕੇਂਦਰ ਸਰਕਾਰ ਦੇ ਮੰਤਰੀ ਅਫਸਰਾਂ ਨੂੰ ਪੁੱਛਣਗੇ, ਪ੍ਰਭਾਵ ਤਾਂ ਜਾਊਗਾ, ਕੌਨਫੀਡੈਂਸ ਵਧੂਗਾ ਭਾਈ ਇਹਨਾਂ ਦਾ। ਜਲੰਧਰ ਦੇ ਵਿੱਚ ਇਦਾਂ ਦੀ ਮੀਟਿੰਗ ਬੀਬੀ ਜੀ ਨੇ ਲਈ, ਉੱਥੇ ਫਿਰ ਕਈ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ ਇਤਰਾਜ਼ ਪ੍ਰਗਟ ਕੀਤੇ, ਉਸੇ ਵੇਲੇ ਅਫਸਰਾਂ ਨੂੰ ਪੁੱਛਿਆ, ਗੈਰ ਹਾਜ਼ਰ ਅਫਸਰਾਂ ਦੀ ਕਲਾਸ ਵੀ ਲਾਈ। ਸੋ ਬਹੁਤ ਕੁਝ ਇਸ ਵੇਲੇ ਹੋ ਰਿਹਾ, ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਆਪਣੇ ਧੜੇ ਨੂੰ ਮਜ਼ਬੂਤ ਕਰਨ ਦੀ ਪੁਰਜ਼ੋਰ ਕੋਸ਼ਿਸ਼ ਦੇ ਵਿੱਚ ਹੈ ਜੀ। ਦੇਖੋ ਮੈਂ ਨਾ ਵੀ ਚੰਗੀ ਗੱਲ ਹੈ, ਮੈਂ ਕਹਿੰਦਾ ਵੀ ਬਹੁਤ ਵਧਾਈ ਬੀਜੇਪੀ ਵਾਲਿਆਂ ਨੂੰ ਵੀ ਮਹਾਰਾਜ ਉਹਨਾਂ ਦੇ ਕਿਤੇ ਧਿਆਨ 'ਚ ਆਇਆ ਵੀ ਪੰਜਾਬ ਹੋ ਸਕਦਾ ਇਸ ਚੀਜ਼ ਨੂੰ ਬੰਦਾ ਸੋਚੇ ਲਾ ਇਦਾਂ ਕਿੱਦਾਂ ਯਾਰ ਬੀਜੇਪੀ। ਦੇਖੋ ਗੱਲ ਇਹ ਆ, ਉਹ ਵੀ ਤੇ ਪੋਲੀਟੀਕਲ ਪਾਰਟੀ ਆ ਭਾਈ, ਜੇ ਉਹ ਪਾਉਣਾ ਵੀ ਨਹੀਂ ਕਹਿਣਾ ਚਾਹੀਦਾ, ਹੁਣ ਤੇ 90% ਭਾਰਤ ਕਹਿਣਾ ਚਾਹੀਦਾ ਵੀ 90% ਭਾਰਤ ਦੇ ਜਿਹੜੀ ਪਾਰਟੀ ਦਾ ਰਾਜ ਹੈ ਇਸ ਵੇਲੇ, ਉਹਨਾਂ ਨੂੰ ਚੇਤਾ ਚਲੋ ਭਾਵੇਂ ਬਾਅਦ 'ਚ ਹੀ ਆਇਆ ਸਹੀ, ਉਹ ਜਾਣੇ ਪੰਜਾਬ ਆਉਣਗੇ, ਪੰਜਾਬ ਵਾਲਿਆਂ ਨੂੰ ਮਿਲਣਗੇ ਤੇ ਸਹੀ ਵੀ ਭਾਈ ਸਾਹਿਬ ਇੱਥੇ ਵੀ ਬੰਦੇ ਵਸਦੇ, ਅਸੀਂ ਆਣ ਕੇ ਦੇਖੇ, ਜਾ ਕੇ ਪਿੱਛੇ ਦੱਸਣਗੇ मैंने देखा सर वो भी सांस लेते हैं, 2 ही टांगे हैं, बस चलते भी हैं, बात भी करते हैं, उनकी भी ज़रूरतें हैं सर, रोटी खाते हैं, वो नारा भी देते हैं, हाँ पानी पी लेते हैं जी। ਕਿਉਂਕਿ ਕਾਰਨ ਹੈ ਨਾ ਵੀ ਜਦ ਤੱਕ ਤੁਸੀਂ ਪਤਾ ਹੀ ਨਹੀਂ ਕਰਦੇ ਵੀ ਉੱਥੇ ਕਿੱਦਾਂ ਦੇ ਲੋਕ ਵਸਦੇ ਨੇ, ਕੀ ਉਹਨਾਂ ਦੀਆਂ ਮੁਸ਼ਕਲਾਂ ਨੇ, ਕੀ ਮਜਬੂਰੀਆਂ ਨੇ, ਉੱਤੇ ਪਤਾ ਹੀ ਨਹੀਂ ਲੱਗਣਾ। ਹੁਣ ਜੇ ਉਹ ਇੱਥੇ ਗੇੜਾ ਮਾਰਨਗੇ, ਉੱਥੇ ਉਹਨਾਂ ਨੂੰ ਕਈ ਬੰਦੇ ਪੰਜਾਬ ਦੇ ਲੀਡਰ ਇਵਨ ਬੀਜੇਪੀ ਦੇ ਦੱਸਣਗੇ ਵੀ ਇਹ ਦੇਖੋ ਜੀ ਕਹਾਣੀ ਇਹ ਹੈ ਵੀ ਲੋਕਾਂ ਨੂੰ ਸਿਰਫ ਤੇ ਸਿਰਫ ਆਪਣੇ ਮਸਲਿਆਂ ਨਾਲ ਮਤਲਬ ਹੈ ਵੀ ਸਾਨੂੰ ਰੋਟੀ ਮਿਲੇ ਸੌਖੀ, ਅਸੀਂ ਜੇ ਨਿਆਣਾ ਪੜ੍ਹਾ ਲਿਆ ਤੇ ਉਹਨੂੰ ਨੌਕਰੀ ਮਿਲੇ, ਸਾਡੀ ਜਿਹੜੀ ਜਾਨ ਉਹ ਸੌਖੀ ਹੋ ਜਾਵੇ। ਤੇ ਜੇ ਤੁਸੀਂ ਕਰਦੇ ਹੋ ਤੇ ਵੀਰ ਅਸੀਂ ਤੁਹਾਡੇ ਨਾਲ ਆ। ਹੁਣ ਜੇ ਆਮ ਆਦਮੀ ਪਾਰਟੀ ਦੇ 92 MLA ਜਿਤਾਏ ਤੇ ਪਿਛਲਿਆਂ ਤੋਂ ਤੰਗ ਹੋ ਕੇ ਜਿਤਾਏ ਜੀ, ਤੇ ਜੇ ਬੀਜੇਪੀ ਵਾਲੇ ਆਣ ਕੇ ਆਖਣਗੇ ਵੀ ਵੀਰ ਮੇਰੋ ਜੇ ਇਹਨਾਂ ਤੋਂ ਕੋਈ ਕਸਰ ਰਹਿ ਗਈ ਅਸੀਂ ਪੂਰੀ ਕਰ ਦੇਣੀ ਤੇ ਲੋਕ ਉਹਨਾਂ ਨੂੰ ਵੋਟਾਂ ਪਾ ਦੇਣਗੇ। ਚੰਗੀ ਗੱਲ ਹੈ ਮੈਂ ਨਾ ਵੀ ਜੇ ਬੀਜੇਪੀ ਵਾਲੇ ਗੇੜਾ ਮਾਰਦੇ ਹੋ ਜਾਣੇ ਕਾਗਜ਼ਾਂ 'ਚ ਪੰਜਾਬ ਦਾ ਉੱਥੇ ਨਾਂ ਬੋਲੂਗਾ, ਹੌਲੀ ਹੌਲੀ ਭਾਵੇਂ ਕਿਸੇ ਲਾਲਚ ਵਾਸੀ ਸਹੀ ਕੁਛ ਨਾ ਕੁਛ ਤੇ ਪੰਜਾਬ ਨੂੰ ਵੀ ਮਿਲੂਗਾ ਕਿ ਨਹੀਂ। ਨਹੀਂ ਜ਼ਰੂਰੀ ਹੈ ਜੀ, ਉਹ ਆਉਣਗੇ, ਲੋੜ ਤਾਂ ਹੈਗੀ ਹੈ ਜੀ ਕੇਂਦਰ ਦੀ ਸਹਾਇਤਾ ਦੀ। ਨਹੀਂ ਉਹ ਤਾਂ ਹੈ, ਉਸ ਤੋਂ ਬਿਨਾਂ ਗੱਲ ਬਣਨੀ ਨਹੀਂ। ਹਾਂ ਇਹ ਜ਼ਰੂਰ ਜਿਹੜਾ ਕਿਹਾ ਜਾਂਦਾ, ਮੈਂ ਅੱਜ ਵੀ ਕੁਛ ਇੱਕ ਲੀਡਰ ਸਾਹਿਬਾਨਾਂ ਦਾ ਬਿਆਨ ਸੁਣ ਰਿਹਾ ਸੀ, ਉਹ ਰਾਘਵ ਚੱਡਾ ਹੋਣ ਵਾਲੇ ਕੇਸ ਦੇ ਵਿੱਚ ਉਹ ਕਹਿੰਦੇ ਦਿੱਲੀੋਂ ਚੱਲਦਾ ਸਾਰਾ ਕੁਝ। ਬਹੁਤ ਸ਼ਰਮ ਦੀ ਗੱਲ ਹੈ ਵੀ ਪੰਜਾਬ ਸਰਕਾਰ ਦਿੱਲੀ ਤੋਂ ਚੱਲਦੀ ਹੈ। ਮੈਂ ਕੁਦਰਤੀ ਨਾਲੇ ਤੇ ਵੇਖੀ ਜਾਂ ਜਿੰਨੇ ਵੀ ਮਤਲਬ ਲੀਡਰ ਸਾਹਿਬਾਨ ਨੇ ਪੰਜਾਬ ਦੇ, ਮੈਂ ਕਿਹਾ ਯਾਰ ਕਮਾਲ ਹੋ ਗਈ, ਮਤਲਬ ਤੁਸੀਂ ਤੇ ਨਾ ਕਹੋ ਘੱਟੋ ਘੱਟ। ਬਾਕੀ ਸੰਧਾਲੀਆ ਸਾਹਿਬ ਇੱਦਾਂ ਕਿ ਲੜ ਕੇ ਫਸ ਕੇ ਕੋਈ ਫਾਇਦਾ ਨਹੀਂ, ਜਿੱਥੇ ਤੱਕ ਸਿਆਸੀ ਤੌਰ ਦੇ ਉੱਤੇ ਮਫਾਦ ਵੱਖਰੀ ਜਗ੍ਹਾ ਦੇ ਉੱਤੇ ਹੈ, ਪਰ ਕੇਂਦਰ ਤੇ ਸੂਬੇ ਦੀਆਂ ਸਰਕਾਰਾਂ ਰਲ ਕੇ ਚੱਲਣ, ਧੱਕਾ ਕੋਈ ਕਿਸੇ ਨਾਲ ਨਾ ਕਰੇ, ਜਿਹਦਾ ਹੱਕ ਬਣਦਾ ਉਹਨਾਂ ਕੋ ਨੂੰ ਦਿਓ। ਇਲੈਕਸ਼ਨ ਤਾਂ ਆਉਂਦੀ ਜਾਂਦੀ ਰਹਿਣੀ ਆ, ਹਾਰਦੇ ਜਿੱਤਦੇ ਰਹਿਣਾ, ਕਿਉਂਕਿ ਲੋੜ ਹੈਗੀ ਆ ਪੰਜਾਬ ਨੂੰ। ਇੱਕ ਸੰਧਾਲੀਆ ਸਾਹਿਬ ਇੱਥੇ ਆਪਾਂ ਜ਼ਰੂਰ ਜ਼ਿਕਰ ਕਰਨਾ, ਜੇ ਤੁਸੀਂ ਰਾਘਵ ਚੱਡਾ ਸਾਹਿਬ ਦਾ ਉਹ ਮਸਲਾ ਚੱਕਿਆ, ਐਡਵਾਈਜ਼ਰੀ ਕਮੇਟੀ ਪੰਜਾਬ ਸਰਕਾਰ ਨੇ ਬਣਾਈ ਹੈ। 4 ਦਿਨ ਹੋ ਗਏ ਰੌਲਾ ਪੈਂਦਾ ਸੀ ਕਿ ਦਿੱਲੀ ਦੇ ਇੱਕ ਲੀਡਰ ਨੂੰ ਐਡਜਸਟ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ, ਉਹ ਪੰਜਾਬ ਸਰਕਾਰ ਦੇ ਕੰਮਾਂ ਦੇ ਵਿੱਚ ਦਖਲ ਅੰਦਾਜ਼ੀ ਕਰੇਗਾ, ਕਿਉਂਕਿ ਇਹ ਤਾਂ ਪਹਿਲੇ ਦਿਨ ਤੋਂ ਹੀ ਰੌਲਾ ਰੱਪਾ ਪੈਂਦਾ ਜੀ ਭਗਵੰਤ ਮਾਨ ਸਾਹਿਬ ਫੈਸਲੇ ਆਪ ਨਹੀਂ ਕਰਦੇ, ਵਿਰੋਧੀ ਧਿਰਾਂ ਦੋਸ਼ ਲਾਉਂਦੀਆਂ ਕਿ ਦਿੱਲੀ ਤੋਂ ਹੀ ਸਾਰਾ ਕੁਝ ਮੈਨੇਜ ਹੁੰਦਾ। ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਤੇ ਇੱਥੋਂ ਤੱਕ ਕਹਿਤਾ, ਵਿਰੋਧੀ ਧਿਰ ਦੇ ਨੇਤਾ ਨੇ, ਉਹ ਕਹਿੰਦੇ ਜੀ ਇਹਨਾਂ ਦਾ ਤਾਂ ਟਵਿੱਟਰ ਵੀ ਦਿੱਲੀੋਂ ਚੱਲਦਾ। ਠੀਕ ਹੈ, ਤੁਸੀਂ ਕਹਿ ਦਿੱਤਾ, ਜਵਾਬ ਅਗਲੇ ਦੇਣਗੇ। ਹੁਣ ਐਡਵਾਈਜ਼ਰੀ ਕਮੇਟੀ ਬਣ ਗਈ ਤੇ ਮੈਂਬਰ ਪਾਰਲੀਮੈਂਟ ਰਾਜ ਸਭਾ ਦੇ ਰਾਘਵ ਚੱਡਾ ਸਾਹਿਬ ਚੇਅਰਪਰਸਨ ਵੀ ਬਣਾਤੇ ਉਹਦੇ, ਤੇ ਸਰਕਾਰ ਕਹਿੰਦੀ ਹੈ ਕਿ ਦੇਖੋ ਜੀ ਉਹ ਜਿਹੜਾ ਨੌਲੇਜ ਸ਼ੇਅਰ ਐਗਰੀਮੈਂਟ ਕੀਤਾ ਸੀ ਕਿ ਸ਼ੇਅਰ ਕਰਨੀ ਹੈ ਨੌਲੇਜ, ਜਾਣਕਾਰੀ ਦਾ ਆਦਾਨ ਪ੍ਰਦਾਨ ਕਰਨਾ ਹੈ, ਦਿੱਲੀ ਵਾਲੇ ਕੰਮ ਪੰਜਾਬ 'ਚ ਕਰਾਂਗੇ, ਕਿ ਉਹਨੂੰ ਇੰਪਲੀਮੈਂਟ ਕਰਨ ਦੇ ਲਈ ਜ਼ਰੂਰੀ ਸੀ ਹੋਰ ਵੀ ਲੋਕ ਹਿੱਤ ਮਸਲਿਆਂ ਦੇ ਵਿੱਚ ਇਹ ਕਮੇਟੀ ਸਲਾਹ ਦੇਊਗੀ। ਤੇ ਵਿਰੋਧੀਆਂ ਨੇ ਕਿਹਾ, ਖਾਸ ਤੌਰ ਤੇ ਭਾਜਪਾ ਨੇ, ਕਹਿੰਦੇ ਬਸ ਪਹਿਲਾਂ ਸੁਪਰ ਸੀਐਮ ਅਰਵਿੰਦ ਕੇਜਰੀਵਾਲ ਸੀ, ਫਿਰ ਹੁਣ ਸੀਐਮ ਦੀ ਕੁਰਸੀ ਜਿਹੜੀ ਰਾਘਵ ਚੱਡਾ ਨੇ ਸਾਂਭ ਲਈ ਆ, ਭਗਵੰਤ ਮਾਨ ਸਾਹਿਬ ਤਾਂ ਦਿਖਾਉਣ ਨੂੰ ਰੱਖੇ ਆ। ਤੇ ਜਦ ਕਿ ਰਾਘਵ ਚੱਡਾ ਸਾਹਿਬ ਨੇ ਟਵੀਟ ਕੀਤਾ, ਭਗਵੰਤ ਮਾਨ ਸਾਹਿਬ ਦੇ ਪੈਰੀਆਂ ਥਲਾਉਂਦੇ ਸੀ, ਫਿਰ ਜੱਫੀ ਪਾਈ, ਉਹਦੇ ਵਿੱਚ ਉਹ ਕਹਿੰਦੇ ਜੀ ਮੈਨੂੰ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ, ਮੈਂ ਸੁਝਾਅ ਜ਼ਰੂਰ ਦਊਂਗਾ। ਹੁਣ ਵਿਰੋਧੀ ਧਿਰਾਂ ਨੇ ਚੱਕ ਲਓ ਕਰਨੀ ਜ਼ਰੂਰ ਇੱਕ ਵਾਰੀ ਫਿਰ। ਨਹੀਂ ਵੈਸੇ ਤੇ ਇੱਕ ਗੱਲ ਹੈਗੀ ਆ ਵੀ ਇਹ ਵਾਹਵਾ ਦਿਨਾਂ ਦੀ ਚਰਚਾ ਸੀ, ਤੇ ਜਿੱਦਣ ਦੀ ਚਰਚਾ ਚੱਲਦੀ ਸੀ ਉਦੋਂ ਦਾ ਹਰੇਕ ਬੰਦਾ ਕਹਿੰਦਾ ਹੈ ਵੀ ਜੇ ਇਹਦੇ ਤੋਂ ਬਚਿਆ ਜਾਂਦਾ ਤੇ ਬਚ ਚੰਗਾ। ਇਹਦਾ ਮਤਲਬ ਇਹ ਉਹ ਵਾਲਾ ਇੱਟਾ ਜਿਹੜਾ ਜਾਪਦਾ ਸੀ ਵੀ ਸਿਰ 'ਚ ਵੱਜੂ ਤੇ ਵੀ ਯਾਰ ਆਪਾਂ ਬਚਾ ਸਕਦੇ ਸੀ, ਹੈ ਨਾ। ਪਰ ਚਲੋ ਅਗਲਿਆਂ ਦੀ ਮਰਜ਼ੀ ਭਾਈ ਸਾਹਿਬ, ਹੁਣ ਜੇ ਕਿਸੇ ਨੇ ਮਰਵਾ ਕੇ ਇੱਟਾ ਬਾਹਰ ਟਾਂਕੇ ਲਵਾਉਣੇ ਤੇ ਜੀ ਸਦਕੇ ਲਵਾਵੇ। ਦੂਜੀ ਗੱਲ ਇਹ ਵੀ ਆ ਵੀ ਦੇਖੋ ਸਲਾਹਕਾਰ ਕਮੇਟੀ ਆ, ਉਹਦਾ ਕੰਮ ਹੈ ਸਲਾਹ ਦੇਣੀ। ਅਗਲਿਆਂ ਨੇ ਸਲਾਹ ਦਿੱਤੀ, ਉਸ ਸਲਾਹ ਦੇ ਹਿਸਾਬ ਨਾਲ ਇਨ ਬਿਨ ਜੇ ਕੰਮ ਹੋ ਗਿਆ ਤੇ ਸਲਾਹਕਾਰ ਕਮੇਟੀ ਨੂੰ ਕਿਸੇ ਨਹੀਂ ਪੁੱਛਣਾ ਅਗਲਿਆਂ ਨੇ ਉਹਨਾਂ ਨੂੰ ਜਿਨ੍ਹਾਂ ਨੂੰ ਵੋਟਾਂ ਪਾਈਆਂ ਤੇ ਜਿਹੜੇ ਚਿਹਰੇ ਸਾਹਮਣੇ ਲੱਗੇ ਇਸ ਵੇਲੇ। ਇਸ ਕਰਕੇ ਮੇਰੇ ਖਿਆਲ ਨਾਲ ਮਾਨ ਸਾਹਿਬ ਨੂੰ ਜ਼ਰੂਰ ਸੋਚਣਾ ਚਾਹੀਦਾ ਵੀ ਸਲਾਹਕਾਰ ਵਾਲਿਆਂ ਦੀ ਸਲਾਹ ਜ਼ਰੂਰ ਲੈ ਲਈ ਜਾਵੇ ਜੀ, ਪਰ
ਸਲਾਹਕਾਰ ਨੂੰ ਸਲਾਹਕਾਰ ਤੱਕ ਰੱਖਿਆ ਜਾਵੇ, ਕੰਮਕਾਰ ਉਹ ਆਪਣੇ ਹਿਸਾਬ ਨਾਲ ਕਰਨ। ਕਿਉਂਕਿ ਜਦੋਂ ਆਮ ਆਦਮੀ ਪਾਰਟੀ ਨੇ ਨਾ ਸੰਧਾਲੀਆ ਸਾਹਿਬ ਇੱਕ ਵਾਰੀ ਉਹ ਸਰਵੇ ਕਰਾਇਆ ਸੀ, ਉਹਦੇ ਵਿੱਚ ਮੇਰਾ ਖਿਆਲ ਹੈ 90-95% ਤੋਂ ਵੱਧ ਲੋਕਾਂ ਨੇ ਇਹੀ ਕਿਹਾ ਸੀ ਨਾ ਭਗਵੰਤ ਮਾਨ ਮੁੱਖ ਮੰਤਰੀ ਚਾਹੀਦਾ। ਹਾਂ, ਮੈਂ ਵੀ ਇਸੇ ਗੱਲ ਤੇ ਆਉਣ ਲੱਗਿਆ ਸੀ ਵੀ ਹੋ ਸਕਦਾ ਇਹ ਆਪਾਂ ਇਹ ਵੀ ਜ਼ਿਕਰ ਕਰਦੀ ਵੀ ਜੇ ਮੰਨ ਲਓ ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਜਿਹੜੀ ਦਿੱਲੀ ਵਾਲੀ ਕੇਜਰੀਵਾਲ ਸਾਹਿਬ ਜਾਂ ਉਹਨਾਂ ਦੇ ਸਲਾਹਕਾਰ ਇਹ ਸੋਚਦੇ ਹੋਣ ਵੀ ਯਾਰ ਨਹੀਂ ਸਾਨੂੰ ਬਹੁਤ ਜ਼ਿਆਦਾ ਸਮਝ ਆਇਆ, ਅਸੀਂ ਦੱਸਾਂਗੇ ਭਗਵੰਤ ਕੋ ਕੈਸੇ ਚਲਾना है और भगवंत ये कैसे करेंगे। ਪੰਜਾਬ ਵਾਲੇ ਥੋੜੇ ਜਿਹੇ ਸਿੱਧੇ ਪੱਧਰੇ ਜਿਹੇ ਆ, ਭਗਵੰਤ ਕੋ ਕੈਸੇ ਚਲਾना है ਹੋ ਸਕਦਾ ਉਹਨਾਂ ਨੂੰ ਜ਼ਿਆਦਾ ਪਤਾ ਹੋਵੇ, ਪਰ ਜੇ ਇਹਨਾਂ ਨੂੰ ਨਾ ਪਸੰਦ ਆਇਆ, ਕਿਹੜੇ ਬੰਦੇ ਨੇ ਪੰਜਾਬੀ ਬੰਦਾ ਫਸ ਜਾਂਦਾ ਹੁੰਦਾ, ਉਹ ਕਹਿੰਦਾ ਯਾਰ ਤੇਰਾ ਚ ਨੁਕਸਾਨ ਕੋਈ ਨਹੀਂ, ਹੋ ਲੈਣ ਦੇ, ਤੂੰ ਤੁਰ ਜਾ ਤੂੰ ਚੱਲ ਜਾ, ਕਹਿੰਦਾ ਉਹਨੇ ਯਾਰ ਤੈਨੂੰ ਇਹਦੇ ਚ ਘਾਟਾ ਕੋਈ ਨਹੀਂ, ਰਹਿਣ ਦੇ ਮੇਰਾ ਨਾ। ਇਹ ਜਿਹੜਾ ਐਟੀਟਿਊਡ ਹੈ ਪੰਜਾਬੀਆਂ ਦਾ, ਇਹਦਾ ਸਨਮਾਨ ਕਰਨਾ ਚਾਹੀਦਾ। ਠੀਕ ਆ, ਤੁਹਾਨੂੰ ਜੇ ਲੱਗਦਾ ਵੀ ਆਪਾਂ ਹੁਣ ਜੇ ਮੰਨ ਲਓ ਸਲਾਹ ਹੀ ਦੇਣੀ ਸੀ, ਵੀ ਮੰਨ ਲਓ ਹੁਣ ਬਾਠ ਸਾਹਿਬ ਨੇ ਮੈਨੂੰ ਸਲਾਹ ਦੇਣੀ ਹੈ, ਸਲਾਹਕਾਰ ਕਮੇਟੀ ਦੇ ਚੇਅਰਪਰਸਨ ਮੈਂ ਬਣਾ ਦਾਂ, ਤੇ ਇਹ ਵੀ ਦੋ ਤਰੀਕੇ ਨਾਲ ਦੇਖਿਆ ਜਾ ਸਕਦਾ। ਇੱਕ ਤੇ ਹੋ ਗਿਆ ਸਨਮਾਨ, ਵੀ ਲੋਕ ਕਹਿਣਗੇ ਯਾਰ ਤੇਰਾ ਭਲਾ ਇਹ ਗੁਰੂਆ ਸਲਾਹਕਾਰ ਹੈ ਬੰਦਾ ਉਹਦਾ, ਤੇ ਮੰਨਾਂ ਮੈਂ ਵੈਸੇ ਵੀ ਨਾ, ਅਗਲਾ ਆਖੇ ਵੀ ਆਪਾਂ ਯਾਰ ਇਦਾਂ ਕਰ ਲਿਆ, ਮੈਂ ਜਾਂ ਭਾਜਾ ਮੈਂ ਨਹੀਂ ਕਰਦਾ, ਲੋਕਾਂ ਦੇ ਵਿੱਚ ਤੇ ਪ੍ਰਭਾਵ ਰਹਿ ਗਿਆ ਨਾ ਵੀ ਉਹ ਸਲਾਹ ਦਿੰਦਾ, ਪਰ ਮੰਨਾਂ ਨਾ ਮੈਂ। ਦੂਜੀ ਗੱਲ ਇਹ ਵੀ ਹੁੰਦੀ ਆ ਵੀ ਸਲਾਹਕਾਰ ਮੈਂ ਕੋਈ ਹੋਰ ਲਾ ਲਵਾਂ, ਤੇ ਜਿੱਦਾਂ ਬਾਠ ਸਾਹਿਬ ਕਹਿਣ ਮੈਂ ਉੱਦਾਂ ਮੰਨ ਲਵਾਂ, ਤੇ ਉਹ ਵੀ ਹੋਣਾ ਵੀ ਯਾਰ ਪਤਾ ਨਹੀਂ ਕਿਹੜਾ ਬੰਦਾ ਸਲਾਹ ਦਿੰਦਾ। ਹੁਣ ਗੱਲ ਇਹ ਆ ਵੀ ਜੇ ਇਹ ਕੰਮ ਕਰਨਾ ਹੀ ਸੀ, ਉਹਨੂੰ ਲੱਗਦਾ ਸੀ ਵੀ ਆ ਫਲਾਣੇ ਬੰਦੇ ਦੀ ਸਲਾਹ ਦੇ ਹਿਸਾਬ ਨਾਲ ਆਪਾਂ ਚੱਲਣਾ, ਤੇ ਉਹ ਸਾਰੀਆਂ ਚੀਜ਼ਾਂ ਨਸ਼ਰ ਕਰਨ ਦੀ ਕੀ ਲੋੜ ਹੈ। ਸੰਧਾਲੀਆ ਸਾਹਿਬ ਬਹੁਤ ਸਿਆਣੇ ਐਕਸਪਰਟ ਮਾਹਿਰ ਲੋਕ ਜਿਹੜੇ ਆ ਪੰਜਾਬ 'ਚ ਹੈਗੇ ਆ, ਵੱਖ-ਵੱਖ ਵਿਸ਼ਿਆਂ ਦੇ ਡਿਪਾਰਟਮੈਂਟਾਂ ਦੇ, ਕਿਸੇ ਦੀਆਂ ਵੀ ਸੇਵਾਵਾਂ ਲਈਆਂ ਜਾ ਸਕਦੀਆਂ, ਵਧੀਆ ਸਲਾਹ ਦੇ ਸਕਦੇ ਆ, ਉਹਨਾਂ ਨੂੰ ਪੰਜਾਬ ਦਾ ਬਹੁਤ ਚੰਗੇ ਤਰੀਕੇ ਪਤਾ ਵੀ ਹੋਊਗਾ। ਬਾਕੀ ਕਿਉਂ ਲਾਇਆ ਰਾਘਵ ਚੱਡਾ ਸਾਹਿਬ ਨੂੰ, ਜਿੱਦਣ ਐਮਪੀ ਬਣਾਇਆ ਉਦੋਂ ਥੋੜਾ ਰੌਲਾ ਪਿਆ ਕਿ ਭਾਈ ਪੰਜਾਬ ਦੇ ਕੋਟੇ ਦੇ ਵਿੱਚੋਂ ਕਿਸੇ ਹੋਰ ਨੂੰ ਬਣਾ ਲੈਂਦੇ। ਬਾਕੀ ਫੈਸਲਾ ਉਹਨਾਂ ਨੇ ਕੀਤਾ, ਪਰ ਪੰਜਾਬ ਦੇ ਵਿੱਚ ਕਾਬਿਲ ਲੋਕਾਂ ਦੀ ਕਮੀ ਹੈ ਨਹੀਂ ਜਿਹੜੇ ਪੰਜਾਬ ਦੀਆਂ ਸਮੱਸਿਆਵਾਂ ਸਮਝਦੇ ਆ, ਜਿਹੜੇ ਕਹਿੰਦੇ ਆ ਕਿ ਭਾਈ ਸਾਨੂੰ ਇੱਕ ਵਾਰੀ ਚਾਂਸ ਦਿਓ, ਮੌਕਾ ਦਿਓ, ਰੁਪਈਆ ਆਨਾ ਸਾਨੂੰ ਇੱਕ ਨਹੀਂ ਚਾਹੀਦਾ। ਹੁਣ ਇਹ ਵੀ ਕਹਿੰਦੇ ਜੀ ਬੰਦਾ ਚੇਅਰਪਰਸਨ ਬਣਾਇਆ, ਰੁਪਈਆ ਇੱਕ ਨਹੀਂ ਲੱਗੂਗਾ। ਰਾਜ ਸਭਾ ਦੇ ਮੈਂਬਰ ਨੇ ਉਹ ਦੋਹਰਾ ਲਾਭ ਨਹੀਂ ਲੈ ਸਕਦੇ। ਭਾਰਤੀ ਜਨਤਾ ਪਾਰਟੀ ਵਾਲੇ ਸਭ ਤੋਂ ਵੱਧ ਅਗਰੈਸਿਵ ਬੋਲ ਰਹੇ ਆ ਕਿ ਭਾਈ ਆ ਦੇਖ ਲਓ ਕੰਮ ਕੀ ਚੱਲੀ ਜਾਂਦਾ, ਪੰਜਾਬ ਦਿੱਲੀ ਵਾਲਿਆਂ ਦੇ ਹੱਥ ਫੜਾਤਾ। ਠੀਕ ਹੈ, ਅਗਲਿਆਂ ਨੇ ਆਲੋਚਨਾ ਕਰਨੀ ਹੈ, ਤੁਸੀਂ ਜਵਾਬ ਕੰਮਾਂ ਦੇ ਰੂਪ ਦੇ ਵਿੱਚ ਦਿਓਗੇ ਤਾਂ ਠੀਕ ਹੈ, ਗੱਲੀ ਬਾਤੀ ਨਹੀਂ ਜਿੱਤਿਆ ਜਾਣਾ, ਕਿਉਂਕਿ ਰੌਲਾ ਤਾਂ ਹੁਣ ਇਸ ਮੁੱਦੇ ਤੇ ਪਊਗਾ। ਵੈਸੇ ਚਲੋ ਭਗਵੰਤ ਮਾਨ ਸਾਹਿਬ ਦਰਬਾਰ ਸਾਹਿਬ ਗਏ ਸੀ ਨਤਮਸਤਕ ਹੋਣ ਆਪਣੇ ਪਰਿਵਾਰ ਦੇ ਨਾਲ, ਉੱਥੇ ਵੀ ਆਹ ਗੱਲ ਜਦੋਂ ਪੁੱਛੀ ਉਹ ਕਹਿੰਦੇ ਦੇਖੋ ਜੀ ਐਵੇਂ ਕਹਿਣ ਦੀਆਂ ਗੱਲਾਂ, ਪਹਿਲਾਂ ਵੀ ਤੁਸੀਂ ਦੇਖੋ ਵੀ ਜਿਹੜੇ ਫੈਸਲੇ ਆ ਉਹ ਮੈਂ ਖੁਦ ਕਰਦਾ ਤੇ ਲੋਕਾਂ ਦੀ ਸਲਾਹ ਨਾ ਕਰਦਾ। ਉਹ ਬਜਟ ਤੋਂ ਸ਼ੁਰੂ ਹੋਏ ਬਾਕੀ ਚੀਜ਼ਾਂ ਦੇ ਵਿੱਚ ਆ, ਈਵਨ ਮੱਤੇਵਾੜਾ ਵਾਲੀ ਵੀ ਗੱਲ ਕੀਤੀ ਵੀ ਇਹ ਵੀ ਤੇ ਲੋਕਾਂ ਦੀ ਗੱਲ ਸੀਗੀ ਵੀ ਲੋਕ ਜਿਵੇਂ ਚਾਹੁੰਦੇ ਨੇ ਸਾਡੀ ਸਰਕਾਰ ਉੱਦਾਂ ਕਰਦੀ ਆ। ਇਹ ਮਤ ਸੋਚਿਆ ਜਾਵੇ ਵੀ ਕੋਈ ਬੰਦਾ ਸਲਾਹ ਦੇ ਰਿਹਾ ਤੇ ਅਸੀਂ ਸਲਾਹ ਦੇ ਹਿਸਾਬ ਨਾਲ ਚੱਲਦੇ ਹਾਂ। ਅਸਲ ਸਲਾਹਕਾਰ ਸਾਡੇ ਪੰਜਾਬ ਦੇ ਲੋਕ ਨੇ। ਹਾਂ, ਜੇ ਉਹਨਾਂ ਨੇ ਇਹ ਗੱਲ ਕਹੀ ਆ ਤੇ ਇਹਨੂੰ ਪ੍ਰੈਕਟੀਕਲੀ ਲਾਗੂ ਵੀ ਕਰ ਲੈਣ ਤੇ ਆਪੇ ਲੋਕਾਂ ਦਾ 2-4-6 ਮਹੀਨਿਆਂ ਦੇ ਵਿੱਚ ਧੁੜਕੂ ਨਿਕਲ ਜੂਗਾ। ਫਿਲਹਾਲ ਤੇ ਹਰੇਕ ਨੂੰ ਜਾਪਦਾ ਵੀ ਯਾਰ ਇਦਾਂ ਕਿਉਂ। ਦੇਖੋ, ਵਿਰੋਧੀ ਪਾਰਟੀਆਂ ਦਾ ਫਰਜ਼ ਹੈ ਕਿ ਉਹ ਚਰਚਾ ਕਰਨ, ਗੱਲ ਕਰਨ, ਮੁੱਦੇ ਚੁੱਕਣ, ਉਹਨਾਂ ਦੀ ਡਿਊਟੀ ਹੈ। ਹੋਰ ਉਹਨਾਂ ਨੇ ਗਰੰਟਾਂ ਤਾਂ ਵੰਡਣੀਆਂ ਨਹੀਂ ਤੇ ਉਹ ਆਪਣੀ ਡਿਊਟੀ ਕਰ ਰਹੇ ਆ। ਇਹਨਾਂ ਦੀ ਡਿਊਟੀ ਹੈ ਕਿ ਭਾਈ ਬੋਲ ਕੇ ਜਵਾਬ ਦੇਣ ਦੀ ਜਗ੍ਹਾ ਦੇ ਉੱਤੇ ਕੰਮਾਂ ਨਾਲ ਜਵਾਬ ਦੇ ਦੇਣ। ਜੇ ਤਾਂ ਇਹਨਾਂ ਦੇ ਕੰਮ ਲੋਕਾਂ ਦੇ ਆਸ਼ਿਆਂ ਦੇ ਉੱਤੇ ਖਰੇ ਉਤਰੇ, ਲੋਕਾਂ ਦੀਆਂ ਆਸਾਂ ਤੇ ਉਮੀਦਾਂ ਦੇ ਉੱਤੇ ਖਰੇ ਉਤਰੇ, ਫਿਰ ਕਿਸੇ ਨੂੰ ਕੋਈ ਇਤਰਾਜ਼ ਨਹੀਂ, ਫਿਰ ਕੋਈ ਰੌਲਾ ਰੱਪਾ ਨਹੀਂ। ਤੇ ਜੇ ਉਮੀਦਾਂ ਦੇ ਉੱਤੇ ਖਰੇ ਨਹੀਂ ਉਤਰਨਗੇ, ਕੱਲੀਆਂ ਗੱਲਾਂ ਹੋਣਗੀਆਂ, ਗੱਲਾਂ ਕਰਨ ਵਾਲੇ ਤਾਂ ਭੰਗੜੇ ਵੀ ਪਾਉਂਦੇ ਸੀ, ਕੁਛ ਵੀ ਕਰੀ ਜਾਂਦੇ ਸੀ, ਲੋਕ ਨਹੀਂ ਜਿਤਾਉਂਦੇ। ਫਿਰ ਲੋਕ ਕੁਛ ਹੋਰ ਕਰੀ ਜਾਂਦੇ ਆ। ਬੋਰਡ ਲਾਉਣ ਦੇ ਨਾਲ ਵੀ ਨਹੀਂ ਜਿੱਤਣਾ ਕਿਸੇ ਨੇ, ਅਖਬਾਰਾਂ 'ਚ ਇਸ਼ਤਿਹਾਰ ਦੇਣ ਦੇ ਨਾਲ ਵੀ ਲੋਕਾਂ ਦੇ ਆਸਾਂ ਉਮੀਦਾਂ ਦੇ ਪੂਰੇ ਨਹੀਂ ਉਤਰਨਾ। ਜੇ ਮੇਰੇ ਤੇ ਯਕੀਨ ਨਹੀਂ ਹੋਵੇ, ਤੁਸੀਂ ਪਿਛਲੇ 6 ਮਹੀਨਿਆਂ ਦੇ ਪੰਜਾਬ ਦੇ ਅਖਬਾਰ ਕੱਢ ਲਓ। ਅਖਬਾਰ ਵੀ ਪੜ੍ਹਨ ਦੀ ਲੋੜ ਨਹੀਂ, ਸਾਰਾ ਸਿਰਫ ਪਹਿਲਾ ਸਫਾ ਦੇਖਣਾ ਹੈ। ਕਿੰਨੇ ਵੱਡੇ ਵੱਡੇ ਲੀਡਰ ਨੇ ਜਿਨ੍ਹਾਂ ਦੀਆਂ ਚੋਣਾਂ ਤੋਂ ਪਹਿਲਾਂ ਫੋਟੋ ਲੱਗੀਆਂ ਸੀ, ਪੂਰੇ ਸਫੇ ਦੀਆਂ ਸੀ, ਆ ਵੀ ਕਰਤਾ, ਆ ਵੀ ਕਰਤਾ, ਆ ਵੀ ਕਰਤਾ। ਮੈਨੂੰ ਲੱਗਦਾ ਕਿ ਪੌਣਾ ਪੇਜ ਛੋਟੇ ਬਿੰਦੂਆਂ ਨਾਲ ਭਰਿਆ ਹੁੰਦਾ ਸੀ, ਆ ਵੀ ਕੀਤਾ। ਲੋਕਾਂ ਵੋਟਾਂ ਥੋੜ੍ਹਾ ਪਾਈਆਂ, ਸਰਕਾਰਾਂ ਤਾਂ ਕੀ ਬਣਾਉਣਾ ਸੀ, ਖੁਦ ਦੀਆਂ ਸੀਟਾਂ ਤੱਕ ਨਹੀਂ ਉਹਨਾਂ ਜਿਤਾਈਆਂ। ਇਸ ਕਰਕੇ ਜੇ ਕਿਸੇ ਦੇ ਮਨ ਦੇ ਵਿੱਚ ਭੁਲੇਖਾ ਹੈ ਕਿ ਭਾਈ ਅਸੀਂ ਕੰਮ ਕਰੀਏ ਨਾ ਕਰੀਏ, ਜੋ ਮਰਜ਼ੀ ਕਰੀਏ, ਇਸ਼ਤਿਹਾਰ ਲਵਾ ਕੇ, ਬਿਆਨ ਦੇ ਕੇ ਲੋਕਾਂ ਦਾ ਦਿਲ ਜਿੱਤ ਲੈਣਾ, ਨਹੀਂ ਜਿੱਤਿਆ ਜਾਣਾ। ਲੋਕਾਂ ਨੇ ਕੰਮ ਵੇਖਣੇ ਆ, ਕੰਮ ਹੋ ਜਾਣਗੇ ਤਾਂ ਕੰਮ ਹੋ ਜਾਊਗਾ, ਨਹੀਂ ਤਾਂ ਕੰਮ ਲੋਕ ਕਰ ਦਿੰਦੇ ਆ। ਇਹ ਗੱਲ ਹੈਗੀ ਹੈ। ਬਾਕੀ ਦੇਖੋ ਮਤਲਬ ਕਾਗਜ਼ਾਂ 'ਚ ਨਾ ਚੱਲੇ ਸਰਕਾਰ। ਬੇਸਿਕਲੀ ਪਹਿਲੀਆਂ ਤਾਂ ਬਹੁਤੀਆਂ ਕਾਗਜ਼ਾਂ 'ਚ ਚੱਲਦੀਆਂ ਰਹੀਆਂ ਨਾ, ਜੋ ਅਗਲਿਆਂ ਨੇ ਆਖਿਆ ਯਾਰ ਆਪਾਂ ਕਿਹੜਾ ਕੰਮ ਕਰਤਾ, ਅਗਲੇ ਥੱਲੇ ਲਿਖ ਕੇ ਦੇਣ ਦੇਣਗੇ ਸਾਰਾ ਕੰਮ ਹੋ ਗਿਆ, ਉਹ ਵੀ ਆਂਦੇ ਨੇ ਓਕੇ ਜੀ ਲਵਾ ਦਿਓ ਇਸ਼ਤਿਹਾਰ, ਆਪਾਂ ਕੰਮ ਕਰਤਾ। ਤੇ ਲੋਕ ਕਹਿੰਦੇ ਨੇ ਯਾਰ ਇਹ ਕੰਮ ਕਿੱਥੇ ਹੋਇਆ ਜੀ। ਫਿਰ ਕੋਈ ਸਿਆਣਾ ਬੰਦਾ ਲੱਗੂਗਾ ਇਹ ਕੰਮ ਕਰਤਾ ਉਹਨਾਂ ਨੇ, ਤਾਂ ਹੀ ਤੁਹਾਨੂੰ ਦੱਸਿਆ। ਚਲੋ ਕੰਮ ਕਰਤੇ ਦੇ ਵਿੱਚ ਆਪਾਂ ਹੁਣ ਥੋੜ੍ਹੀਆਂ ਹੋਰ ਖਬਰਾਂ ਵਾਲੇ ਪਾਸੇ ਤੁਰੀ। ਸਿਮਰਜੀਤ ਸਿੰਘ ਬੈਂਸ, ਹਾਂ, ਉਹਨਾਂ ਨੇ ਵੈਸੇ ਆਪਣੇ ਆਪ ਨੂੰ ਆਤਮ ਸਮਰਪਣ ਕਰ ਦਿੱਤਾ ਉੱਥੇ ਜਾ ਕੇ ਜੀ। ਕਾਫੀ ਦੇਰ ਤੋਂ ਸੀਗੇ ਇਸ ਚੱਕਰ ਦੇ ਵਿੱਚ। ਮੇਰੇ ਖਿਆਲ ਨਾਲ ਛੋਟੀ ਅਦਾਲਤ ਤੋਂ ਲੈ ਕੇ ਉੱਪਰਲੀ ਅਦਾਲਤ ਤੱਕ ਉਹਨਾਂ ਨੇ ਆਪਣੇ ਵੱਲੋਂ ਤੋਂ ਜ਼ੋਰ ਮਾਰਿਆ
ਜਦੋਂ ਨਹੀਂ ਕਿਤੇ ਗੱਲ ਬਣੀ ਤੇ ਫਿਰ ਉਹਨਾਂ ਨੂੰ ਆਤਮ ਸਮਰਪਣ ਤੇ ਕਰਨਾ ਹੀ ਪੈਣਾ ਹੈ। ਸੰਤ ਆਲੀਆ ਸਾਹਿਬ, ਸਮਾਂ ਬਲਵਾਨ ਹੈ। ਦੇਖੋ ਕਿਸੇ ਵੇਲੇ ਸਿਮਰਜੀਤ ਸਿੰਘ ਬੈਂਸ ਅਚਾਨਕ ਜਾਂਦੇ ਹੁੰਦੇ ਸੀ, ਆਏ ਕੋਰਟ ਦੇ ਵਿੱਚ ਵੀ ਅਚਾਨਕ ਹੀ ਹੈ। ਉਹ ਅਚਾਨਕ ਜਾਂਦੇ ਹੁੰਦੇ ਸੀ, ਕਦੇ ਕਿਸੇ ਜਿਹੜੀ ਕਾਰਾਂ ਕੂਰਾਂ ਵੇਚਣ ਵਾਲੀ ਕੰਪਨੀ, ਕਦੇ ਪਟਵਾਰਖਾਨੇ ਦੇ ਵਿੱਚ, ਕਦੇ ਮਿਲਕ ਪਲਾਂਟ ਦੇ ਵਿੱਚ, ਤੇ ਉਹਨਾਂ ਨੇ ਜਦੋਂ ਜਾਣਾ ਤਾਂ ਲਾਲਾ ਹੋ ਜਾਣੀ ਚਾਰੇ ਪਾਸੇ, ਹਾਂ ਜੀ ਆਹ ਕਿੱਦਾਂ ਕਿੱਦਾਂ ਕਿੱਦਾਂ, ਤੇ ਲਾਈਵ ਕਰਨਾ ਉਹਨਾਂ ਨੇ ਸਾਰਾ ਕੁਝ ਕਿ ਭਾਈ ਅਸੀਂ ਪੰਜਾਬ ਦੇ ਇਹਨਾਂ ਮੁੱਦਿਆਂ ਦੇ ਉੱਤੇ ਬੋਲ ਰਹੇ ਹਾਂ, ਆਹ ਦੇਖੋ ਲੋਕਾਂ ਦੇ ਨਾਲ ਆਹ ਫਰਜ਼ੀ ਬੜਾ ਹੁੰਦਾ, ਤੁਹਾਨੂੰ ਚੇਤਾ ਹੋਣਾ। ਆਏ ਹੁਣ ਵੀ ਅਚਾਨਕ ਹੀ ਆ, ਪਰ ਮੂੰਹ ਦੇ ਉੱਤੇ ਕੱਪੜਾ ਬੰਨ੍ਹ ਕੇ ਆਏ ਤੇ ਜੱਜ ਸਾਹਿਬ ਨੂੰ ਆਣ ਕੇ ਕਹਿੰਦੇ, ਜੱਜ ਸਾਹਿਬ ਮੈਂ ਸਿਮਰਜੀਤ ਸਿੰਘ ਬੈਂਸ ਇਸ ਕੇਸ ਦੇ ਵਿੱਚ ਤੇ ਮੈਂ ਆਤਮ ਸਮਰਪਣ ਕਰਦਾ। ਪੁਲਿਸ ਦਾ ਜ਼ੋਰ ਲੱਗਾ ਸੀ ਉਹਨਾਂ ਨੂੰ ਗ੍ਰਿਫਤਾਰ ਕਰਨਾ। ਉਹ 5-4 ਦਿਨ ਹੋ ਗਏ ਸੀ ਰੋਜ਼, ਹੁਣ ਹੌਲੀ ਹੌਲੀ ਢਿੱਲੇ ਪੈ ਗਏ, ਹੁਣ ਯਾਰ ਆਉਣਾ ਤਾਂ ਹੈ ਨਹੀਂ ਉਹਨਾਂ ਨੇ। ਤੁਸੀਂ ਦੇਖੋ ਕਿ ਰੇਪ ਦਾ ਦੋਸ਼ ਹੈ ਉਹਨਾਂ ਤੇ, ਅਦਾਲਤ ਨੇ ਭਗੌੜੇ ਕਰਾਰ ਦਿੱਤਾ ਕਿ ਤੁਸੀਂ ਅਦਾਲਤ ਦੇ ਵਿੱਚ ਹਾਜ਼ਰ ਨਹੀਂ ਹੋਏ। 2 ਵਾਰੀ ਹਾਈ ਕੋਰਟ ਦੇ ਵਿੱਚ ਗਏ ਕਿ ਕੇਸ ਝੂਠਾ, ਸਿਆਸੀ ਰੰਜਿਸ਼ ਦੇ ਆਧਾਰ ਤੇ ਹੈ, ਰਾਹਤ ਦਿਓ, ਨਹੀਂ ਮਿਲੀ। ਸੁਪਰੀਮ ਕੋਰਟ ਚਲੇ ਗਏ, ਰਿਜੈਕਟ ਕਰਤੀ ਉਹਨਾਂ ਨੇ। ਕੋਈ ਉਹਨਾਂ ਦੇ ਕੋਲੇ ਚਾਰਾ ਨਹੀਂ ਸੀ। ਭਰਾ ਗ੍ਰਿਫਤਾਰ ਹੋ ਗਿਆ, ਸਹਾਇਕ ਗ੍ਰਿਫਤਾਰ ਹੋ ਗਿਆ, 3-4 ਜਣੇ ਸੀ, ਇਹਨਾਂ ਨੇ ਆਤਮ ਸਮਰਪਣ ਕਰ ਦਿੱਤਾ। 3 ਦਿਨ ਦਾ ਰਿਮਾਂਡ ਹੈ ਹੁਣ। ਉਹ ਕਹਿੰਦੇ ਜੀ ਕਾਗਜ਼ੀ ਰੇਪ ਹੈ, ਸਿਆਸੀ ਤੌਰ ਦੇ ਉੱਤੇ ਇਹ ਦੋਸ਼ ਬਣਾਇਆ ਗਿਆ, ਗੱਲ ਕੋਈ ਨਹੀਂ। ਤੇ ਵਿਰੋਧੀ ਧਿਰ ਦੇ ਵਕੀਲ ਸਾਹਿਬ ਕਹਿੰਦੇ ਜੀ ਬਹੁਤ ਸਖਤ ਸਜ਼ਾ ਹੋਊਗੀ, ਇਹਨਾਂ ਨੇ ਅਦਾਲਤ ਦੇ ਵਿੱਚ ਕੁਝ ਪੇਸ਼ ਨਹੀਂ ਕਰ ਪਾਉਣਾ ਤੇ ਉਹ ਸਾਡੀ ਬੀਬੀ ਜਿਹੜੀ ਉਹਦੇ ਕੋਲ ਸਬੂਤ ਬੜੇ ਨੇ। ਇਹ ਹੁਣ ਆਉਣ ਵਾਲਾ ਸਮਾਂ ਦੱਸੂਗਾ। ਪਰ ਤੁਸੀਂ ਦੇਖੋ ਸੰਧਾਲੀਆ ਸਾਹਿਬ ਕਿ ਕੋਈ ਸਮਾਂ ਸੀ ਸਾਰੇ ਪੰਜਾਬ ਦੇ ਵਿੱਚ ਇਲੈਕਸ਼ਨ ਲੜੀ, ਲੋਕ ਸਭਾ ਦੀ ਇਲੈਕਸ਼ਨ ਲੜ ਕੇ 2 ਲੱਖ ਤੋਂ ਉੱਪਰ ਵੋਟਾਂ ਲਈਆਂ, 2 ਭਰਾ ਐਮਐਲਏ ਬਣਦੇ ਰਹੇ, ਉਹ ਐਸਜੀਪੀਸੀ ਦੇ ਮੈਂਬਰ ਵੀ। ਕਦੇ ਆਮ ਆਦਮੀ ਪਾਰਟੀ ਦੇ ਨਾਲ ਪਿਛਲੀ ਜਿਹਦੀ ਇਲੈਕਸ਼ਨ ਸੀ 17 ਵਾਲੀ, ਉਹ 'ਚ ਸਰਕਾਰ ਬਣਾਉਣ ਤੱਕ ਦਾ ਰੌਲਾ ਸੀ ਕਿ ਭਾਈ ਆ 6-7 ਸੀਟਾਂ ਇਹਨਾਂ ਦੀਆਂ, ਬਾਕੀ ਆਮ ਆਦਮੀ ਪਾਰਟੀ ਦੀਆਂ। ਉਦੋਂ ਐਂ ਲੱਗਦਾ ਡਿਪਟੀ ਮੁੱਖ ਮੰਤਰੀ ਵੀ ਬਣ ਸਕਦੇ ਜੇ ਸਰਕਾਰ ਬਣ ਜਾਂਦੀ। ਤੇ ਅੱਜ ਉਹ ਰਿਮਾਂਡ ਤੇ ਨੇ। ਨਹੀਂ, ਮੈਨੂੰ ਯਾਦ ਹੈ ਪਿਛਲੀ ਵਾਰ ਮੇਰਾ ਖਿਆਲ ਕਿਸੇ ਪੱਤਰਕਾਰ ਵੀਰ ਨੂੰ ਉਹ ਇਹ ਵੀ ਕਹਿੰਦੇ ਸੁਣੇ ਗਏ, ਕਹਿੰਦੇ ਕਿ ਮੁੱਖ ਮੰਤਰੀ ਦੇ ਲੈਵਲ ਦਾ ਸਵਾਲ ਪੁੱਛ ਯਾਰ, ਕਿੱਦਾਂ ਦੀਆਂ ਗੱਲਾਂ ਕਰਦਾ ਹੈ ਨਾ। ਹੁਣ ਦੇਖੋ ਵੀ ਉਹਦੇ ਤੋਂ ਲੈ ਕੇ ਤੇ ਹੁਣ ਤੱਕ ਚੰਦ ਕੁ ਮਹੀਨਿਆਂ ਦੇ ਵਿੱਚ ਕਿੰਨਾ ਕੁਝ ਬਦਲ ਗਿਆ। ਉਹ ਇਹ ਵੀ ਕਹਿੰਦੇ ਸੀ ਸਾਡੇ ਤੋਂ ਬਿਨਾਂ ਸਰਕਾਰ ਨਹੀਂ ਬਣ ਸਕਦੀ। ਹਾਂ, ਇਹ ਵੈਸੇ ਗੱਲ ਤੁਹਾਡੀ ਠੀਕ ਹੈ, ਜਿਹੜਾ ਉਹਨਾਂ ਨੇ ਸ਼ਬਦ ਵਰਤਿਆ ਕਾਗਜ਼ੀ ਰੇਪ ਵਾਲਾ, ਵੀ ਇਹ ਕਾਗਜ਼ੀ ਰੇਪ ਆ, ਕਹਿਣ ਤੋਂ ਭਾਵ ਇਹ ਵੀ ਕਾਗਜ਼ਾਂ 'ਚ ਇਹ ਸਾਰਾ ਕੁਝ ਬਣਾਇਆ। ਨਾਲ ਜਿਹੜਾ ਉਹਨਾਂ ਨੇ ਦਾਅਵਾ ਕੀਤਾ ਵੀ ਤੁਸੀਂ ਦੇਖਿਓ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਹੀ ਲੋਕ ਤੁਹਾਡੇ ਸਾਹਮਣੇ ਆਣ ਕੇ ਤੇ ਡਿੰਗ ਕੇ ਦੱਸਣਗੇ ਵੀ ਆਹ ਚੀਜ਼ ਇੱਦਾਂ ਗਲਤ ਸੀ ਜੀ, ਸਾਡੇ ਕੋਲੋਂ ਗਲਤੀ ਹੋ ਗਈ। ਹੋ ਸਕਦਾ ਵੀ ਉਹਨਾਂ ਦੇ ਉਸ ਕੌਨਫੀਡੈਂਸ ਦੇ ਵਿੱਚੋਂ, ਕਿਉਂਕਿ ਹੁਣ ਜੇ ਉਹਨਾਂ ਨੇ ਆਤਮ ਸਮਰਪਣ ਕੀਤਾ, ਇੱਕ ਪਾਸੇ ਤੇ ਇਹ ਐਂਗਲ ਦੇਖਿਆ ਜਾ ਰਿਹਾ ਵੀ ਹੁਣ ਉਹਨਾਂ ਕੋਲੇ ਰਸਤਾ ਕੋਈ ਨਹੀਂ ਸੀ, ਇੱਕ ਪਾਸੇ ਇਹ ਵੀ ਐਂਗਲ ਤੇ ਹੋ ਸਕਦਾ ਨਾ ਵੀ ਜੇ ਇੰਨੀ ਦੇਰ ਤੱਕ ਉਹ ਆਸੇ-ਪਾਸੇ ਰਹੇ ਤੇ ਕੋਈ ਨਾ ਕੋਈ ਪ੍ਰਬੰਧ ਕਰ ਹੀ ਲਿਆ ਹੋਵੇ ਕਿ ਓਕੇ ਜੀ ਠੀਕ ਹੈ, ਹੁਣ ਉਹਨਾਂ ਦੇ ਵਕੀਲ ਸਾਹਿਬ ਨੇ ਕਹਿਤਾ ਹੋਵੇ ਵੀ ਠੀਕ ਹੈ ਜੀ ਤੁਸੀਂ ਹੁਣ ਜਾ ਕੇ ਆਹ ਕੰਮ ਕਰ ਲਓ, ਉਸ ਤੋਂ ਬਾਅਦ ਇੱਦਾਂ ਹੋਵੇਗਾ ਤੇ ਆਪਾਂ ਇਸ ਹਿਸਾਬ ਨਾਲ ਕੇਸ ਨੂੰ ਚਲਾਵਾਂਗੇ। ਸੋ ਹੋ ਸਕਦਾ ਵੀ ਆਉਣ ਵਾਲੇ ਦਿਨਾਂ 3 ਦਿਨ ਦੇ ਰਿਮਾਂਡ ਤੋਂ ਬਾਅਦ ਜਦੋਂ ਦੁਬਾਰਾ ਪੇਸ਼ ਕੀਤਾ ਜਾਊਗਾ, ਫਿਰ ਉਹਨਾਂ ਦੇ ਵਕੀਲ ਸਾਹਿਬ ਉੱਥੇ ਜਾ ਕੇ ਕੀ ਦੱਸਦੇ ਆ, ਜਾਂ ਜਿਨ੍ਹਾਂ ਨੂੰ ਹੁਣ ਰਿਮਾਂਡ ਮਿਲਿਆ ਉਹ ਉੱਥੇ ਜਾ ਕੇ ਕੀ ਦੱਸਦੇ ਵੀ ਸਾਨੂੰ ਕੀ ਹਾਸਲ ਹੋ ਗਿਆ ਕੀ ਨਹੀਂ ਹੋ ਗਿਆ, ਫਿਰ ਪਤਾ ਲੱਗੂਗਾ। ਕਹਿਣ ਤੋਂ ਭਾਵ ਇਹ ਆ ਵੀ ਆਉਂਦੇ 10 ਦਿਨਾਂ ਤੱਕ ਇਹ ਮੂੰਹ ਮਹਾਂਦਰਾ ਜਿਹਾ ਪਤਾ ਲੱਗੂਗਾ ਇਹਦਾ। ਹੁਣ ਉਹਨਾਂ ਲੀਡਰਾਂ ਦੀ ਕਤਾਰ ਦੇ ਵਿੱਚ ਬੈਂਸ ਸਾਹਿਬ ਸ਼ਾਮਲ ਹੋ ਗਿਆ ਜਿਹੜੇ ਜਾਂ ਤਾਂ ਜੇਲ੍ਹ 'ਚ ਨੇ, ਜਾਂ ਅਦਾਲਤੀ ਹਿਰਾਸਤ 'ਚ ਨੇ, ਜਾਂ ਰਿਮਾਂਡ ਤੇ ਨੇ। ਪੰਜਾਬ ਦੇ ਕਈ ਲੀਡਰ ਨੇ। ਤੇ ਦੂਸਰੇ ਪਾਸੇ ਸੰਧਾਲੀਆ ਸਾਹਿਬ ਆਪਾਂ ਬਹਿਬਲ ਕਲਾਂ ਵਾਲੇ ਕੇਸ ਦੀ ਗੱਲ ਜ਼ਰੂਰ ਕਰ ਲਈਏ। ਤੁਹਾਨੂੰ ਯਾਦ ਹੋਣਾ ਕਿ ਜਦੋਂ ਸੁਖਰਾਜ ਸਿੰਘ ਤੇ ਹੋਰ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਦੇ ਵਿੱਚ ਮੋਰਚਾ ਉਹਨਾਂ ਨੇ ਸ਼ੁਰੂ ਕਰਤਾ ਸੀ ਕਿ ਭਾਈ ਸਜ਼ਾਵਾਂ ਹੀ ਨਹੀਂ ਮਿਲਦੀਆਂ, ਨਵੀਂ ਸਰਕਾਰ ਤੋਂ ਆਸਾਂ ਬਹੁਤ ਸੀ ਪੂਰੀਆਂ ਨਹੀਂ ਉਤਰਦੇ, ਤਾਂ ਸਰਕਾਰ ਨੇ 3 ਮਹੀਨੇ ਦਾ ਸਮਾਂ ਮੰਗਿਆ ਸੀ ਕਿ ਸਾਨੂੰ 3 ਮਹੀਨੇ ਦੇ ਦਿਓ। ਹਰ ਮਹੀਨੇ ਦੀ 10 ਤਰੀਕ ਨੂੰ ਜਾਣੀ ਉਹ ਆਣ ਕੇ ਪ੍ਰੋਗਰੈਸ ਰਿਪੋਰਟ ਦਿੰਦੇ ਸੀ ਕਿ ਅਸੀਂ ਇੰਨਾ ਕੁ ਕੰਮ ਕਰ ਲਿਆ। ਜਦੋਂ 1 ਮਹੀਨਾ ਮੁਕੰਮਲ ਹੋਇਆ, ਵਕੀਲ ਉਦੋਂ ਵੀ ਆਏ ਸਰਕਾਰ ਦੇ, ਦੂਸਰਾ ਮਹੀਨਾ ਮੁਕੰਮਲ ਹੋਇਆ ਉਦੋਂ ਵੀ ਆਏ। ਹੁਣ ਫਿਰ 10 ਤਰੀਕ ਨੂੰ ਤੀਸਰਾ ਮਹੀਨਾ ਜਾਣੀ ਕਿ ਆਖਰੀ ਮਹੀਨਾ ਵੀ ਮੁਕੰਮਲ ਹੋ ਗਿਆ ਜਿਹੜੇ 90 ਦਿਨ ਮੰਗੇ ਸੀ। ਐਡਵੋਕੇਟ ਜਨਰਲ ਸਾਹਿਬ ਦੇ ਦਫ਼ਤਰ ਦੇ ਵਿੱਚੋਂ ਵਕੀਲਾਂ ਦੀ ਟੀਮ ਫਿਰ ਆਈ। ਉਹਨਾਂ ਨੇ ਆਣ ਕੇ ਕਿਹਾ ਜੀ ਦੇਖੋ ਆਹ 3 ਮਹੀਨੇ ਮੁਕੰਮਲ ਹੋ ਗਏ, ਅਸੀਂ 3 ਮਹੀਨੇ ਤੁਹਾਡੇ ਤੋਂ ਮੰਗੇ ਸੀ, ਆਹ ਪ੍ਰੋਗਰੈਸ ਰਿਪੋਰਟ ਹੈ, ਸਾਨੂੰ 15 ਦਿਨ ਹੋਰ ਦੇ ਦਿਓ। ਉੱਥੇ ਫਿਰ ਕਈ ਬੰਦੇ ਤੱਤੇ ਵੀ ਹੋਏ, ਉਹ ਕਹਿੰਦੇ ਜੀ ਇੱਦਾਂ ਕਿੱਦਾਂ, ਵੀ ਮਾਈਕ ਵੀ ਇੱਕ ਦੂਜੇ ਤੋਂ ਖੋਹਣ ਦਾ ਯਤਨ ਕੀਤਾ ਗਿਆ, ਜਿਹੜੀ ਸਟੇਜ ਲੱਗੀ ਉਹ ਉੱਥੇ। ਪਰ ਇਹਦੇ ਬਾਵਜੂਦ ਵੀ ਵਿੱਚ ਪੈ ਕੇ ਸਿਆਣੇ ਬੰਦੇ ਨੇ ਕਿਹਾ ਜੀ 15 ਦਿਨ ਹੋਰ ਦਵਾਓ। ਤੇ ਉੱਥੇ ਵਕੀਲਾਂ ਨੇ ਕਿਹਾ ਕੀ, ਉਹ ਕਹਿੰਦੇ ਜੀ ਦੇਖੋ ਜਿਹੜੇ ਬੰਦੇ ਇਹਦੇ ਵਿੱਚ ਕਥਿਤ ਤੌਰ ਦੇ ਉੱਤੇ ਨਾਮਜ਼ਦ ਕੀਤੇ ਗਏ ਸੀ ਉਹ ਹਾਈ ਕੋਰਟ ਚਲੇ ਗਏ ਸੀ। ਆਪਾਂ ਪਿਛਲੇ 3-4 ਅਫਸਰ ਜਿਹੜੇ ਉਹਨਾਂ ਦੀ ਗੱਲ ਕਰਦੇ ਹਾਂ, ਉਹ ਕਹਿੰਦੇ ਜੀ ਹਾਈ ਕੋਰਟ ਦੇ ਵਿੱਚੋਂ ਅਸੀਂ ਪੈਰਵਾਈ ਚੰਗੇ ਤਰ੍ਹਾਂ ਕੀਤੀ ਤੇ ਹਾਈ ਕੋਰਟ ਨੇ ਉਹਨਾਂ ਦੀ ਪਟੀਸ਼ਨ ਖਾਰਜ ਕਰਤੀ ਹੈ। ਹੁਣ ਅਸੀਂ ਸੰਮਨ ਭੇਜ ਰਹੇ ਹਾਂ ਤੇ ਬੜੀ ਛੇਤੀ ਕੰਮ ਨਿਪਟ ਜਾਊਗਾ। ਇਹ ਤਾਂ ਸਾਰਿਆਂ ਨੂੰ ਦੀਦਾ ਕਿ ਹਾਈ ਕੋਰਟ ਦੇ ਵਿੱਚੋਂ ਅੱਗੇ ਰਾਹਤ ਮਿਲਦੀ ਸੀ ਤੇ ਹੁਣ ਪਟੀਸ਼ਨ ਖਾਰਜ ਹੋਈ ਹੈ, ਫਰੀਦਕੋਟ ਦੀ ਅਦਾਲਤ ਦੇ ਵਿੱਚ ਹੀ ਸਾਰਾ ਕੁਝ ਚੱਲੂਗਾ। ਹੁਣ 15 ਦਿਨ ਮਿਲ ਗਿਆ ਤੇ ਅਗਲੇ ਨੇ ਵੀ ਕਹਿਤਾ ਵਕੀਲ ਸਾਹਿਬ ਦਿਨ ਤਾਂ 15 ਲੈ ਜਾਓ, ਪਰ ਜੇ 15 ਦਿਨਾਂ 'ਚ ਕੁਛ ਨਾ ਹੋਇਆ ਤਾਂ ਸਾਡੇ ਨਾਲ ਇੱਥੇ ਬਹਿਣਾ ਪਊਗਾ। ਸੰਗਤ ਵੀ ਰੋਚ ਹੈ ਭਾਈ। ਨਹੀਂ ਦੇਖੋ ਕਾਰਨ ਇਹ ਆ ਵੀ ਪਹਿਲੀ ਗੱਲ ਤੇ ਇਹ ਆ ਵੀ ਜਿਹੜਾ ਟਾਈਮ ਫਰੇਮ ਕੀਤਾ ਗਿਆ ਨਾ,
ਕਿਉਂਕਿ ਇਸ ਤੋਂ ਪਹਿਲਾਂ ਦੇਖੋ ਸਾਲ ਲੰਘ ਗਏ, ਕਈ ਸਾਲ ਲੰਘ ਗਏ, 7 ਹੋ ਗਏ ਹੈ ਨਾ। ਉਹਨਾਂ ਸਾਲਾਂ ਦੇ ਵਿੱਚ ਵੀ ਕੋਈ ਹੁਣ ਤੱਕ ਜੇ ਮੰਨ ਲਓ ਆਪਾਂ 1 ਸਾਲ ਦਾ ਵੀ ਇੱਕ ਮਸਲਾ ਹੱਲ ਕਰਨ ਦੇ ਹਿਸਾਬ ਨਾਲ ਤੁਰੀ ਤੇ ਘੱਟੋ ਘੱਟ 7 ਕੁ ਮਸਲੇ ਤੇ ਹੱਲ ਹੋਣੇ ਚਾਹੀਦੇ। ਮਸਲੇ ਤਾਂ ਬਹੁਤ ਨੇ ਜੀ, ਪਰ ਜੇ ਉਹਨਾਂ ਨੇ ਆਖਿਆ ਵੀ ਅਸੀਂ 3 ਮਹੀਨਿਆਂ 'ਚ ਕਰਦੇ ਹਾਂ, ਤੇ ਵਾਰ-ਵਾਰ ਇੱਕ ਗੱਲ ਤੇ ਨੋਟ ਕਰਨ ਵਾਲੀ ਵੀ ਜਦੋਂ ਆਣ ਕੇ ਉਹ ਪ੍ਰੋਗਰੈਸ ਰਿਪੋਰਟ ਦਿੰਦੇ ਸੀ ਉਦੋਂ ਉਹਨਾਂ ਦੀ ਤਸੱਲੀ ਹੁੰਦੀ, ਜਿਹੜੇ ਵੀ ਉੱਥੇ ਮੋਰਚੇ 'ਚ ਬੈਠੇ ਲੋਕ ਨੇ ਉਹ ਕਹਿੰਦੇ ਵੀ ਠੀਕ ਹੈ ਯਾਰ, ਸਾਨੂੰ ਜੋ ਕਹਿ ਕੇ ਗਏ ਠੀਕ ਚੱਲ ਕੇ ਗਏ। ਹੁਣ ਵੀ ਮੈਨੂੰ ਲੱਗਦਾ ਵੀ ਨੋਟ ਕਰਨ ਵਾਲੀ ਗੱਲ ਇਹ ਆ ਵੀ 3 ਮਹੀਨਿਆਂ ਤੋਂ ਬਾਅਦ ਆਮ ਤੌਰ ਤੇ ਮਹੀਨਾ ਕੁ ਤਾਂ ਮੰਗਿਆ ਜਾਣਾ ਚਾਹੀਦਾ ਸੀ ਵੀ ਯਾਰ 1 ਮਹੀਨਾ ਹੋਰ ਦੇ ਦਿਓ, ਕਿਉਂਕਿ 3 ਮਹੀਨਿਆਂ ਦੇ ਵਿੱਚ ਨਹੀਂ ਹੋ ਸਕਦਾ, 1 ਮਹੀਨੇ 'ਚ ਕਰਦੇ ਆ। ਜੇ ਉਹਨਾਂ ਨੇ ਸਿਰਫ 15 ਦਿਨ ਮਤਲਬ 2 ਹਫ਼ਤੇ ਮੰਗੇ ਆ, ਹੋ ਸਕਦਾ ਕਿ ਵੀ ਉਹ ਵਕੀਲ ਸਾਹਿਬ ਦੀ ਜਿਹੜੀ ਟੀਮ ਆ ਏਜੀ ਹੋਰਾਂ ਦੀ, ਉਹਨਾਂ ਦੇ ਕੋਲ ਕੋਈ ਨਾ ਕੋਈ ਇਹੋ ਜਿਹੀ ਗੱਲਬਾਤ ਹੋਏ ਕਿ ਵੀ 15 ਦਿਨਾਂ ਦੇ ਵਿੱਚ ਆਪਾਂ ਕਹਾਣੀ ਸੈੱਟ ਕਰ ਲੈਣੀ, ਕੋਈ ਚਿੰਤਾ ਹੈ ਨਹੀਂ। ਸੋ ਆਸ ਕਰਨੀ ਚਾਹੀਦੀ ਹੈ, ਜੇ ਉਹਨਾਂ ਨੇ ਮੰਗੇ ਨੇ 15 ਦਿਨ, ਵੀ 15 ਦਿਨਾਂ 'ਚ ਅਸੀਂ ਕੋਈ ਨਾ ਕੋਈ ਗੱਲ ਕਿਸੇ ਪਾਸੇ ਲਾ ਦੇਵਾਂਗੇ। ਮੈਂ ਨਾ ਚੰਗੀ ਗੱਲ ਹੈ, ਕਿਉਂਕਿ ਇੰਨੀ ਦੇਰ ਤੋਂ ਜਿਹੜਾ ਲਟਕਦਾ ਉਹਦਾ ਮਸਲਾ ਨਾ, ਉਹ ਡਰ ਇਸ ਚੀਜ਼ ਦਾ ਵੀ ਇਸ ਤੋਂ ਪਹਿਲਾਂ ਕਈ ਮਸਲੇ ਨੇ ਜਿਹਨਾਂ ਨੂੰ ਦਹਾਕੇ ਹੋ ਗਏ ਵੀ ਯਾਰ ਇੰਨੇ ਦਹਾਕਿਆਂ ਤੋਂ ਫਲਾਨਾ ਮਸਲਾ ਜੀ ਉਹਦਾ ਕੋਈ ਹੱਲ ਨਹੀਂ ਹੋਇਆ, ਇੰਨੇ ਦਹਾਕੇ ਹੋ ਗਏ ਜੀ ਫਲਾਨੇ ਮਸਲੇ ਨੂੰ ਉਹਦਾ ਕੋਈ ਹੱਲ ਨਹੀਂ ਹੋਇਆ। ਇਹ ਵੀ ਲੋਕ ਇੱਦਾਂ ਨਾ ਕਿਹਾ ਕਰਨ ਵੀ ਮੰਨ ਲਓ 2040 ਚੱਲਦਾ, 2015 ਦੇ ਵਿੱਚ ਇੱਦਾਂ ਹੋਇਆ ਸੀ ਤੇ 2040 ਦੇ ਵਿੱਚ ਆਹ ਕੰਮ ਚੱਲਦਾ ਸੀ, 2041 'ਚ ਇਹ ਕੰਮ ਕਰਾਂਗੇ, ਇੱਦਾਂ ਨਾ ਹੋ ਜਾਵੇ। ਨਹੀਂ, ਉਹ ਜ਼ਰੂਰੀ ਹੈ ਜੀ। ਆ 15 ਦਿਨਾਂ ਦੇ ਵਿੱਚ ਹੋ ਸਕਦਾ 1-2 ਬੰਦਿਆਂ ਨੂੰ ਹੁਣ ਦੁਬਾਰਾ ਪੁੱਛਗਿੱਛ ਲਈ ਸੱਦਿਆ, ਗ੍ਰਿਫਤਾਰੀਆਂ ਵੀ ਪੈ ਸਕਦੀਆਂ। ਜੇ ਗ੍ਰਿਫਤਾਰੀਆਂ ਪੈ ਗਈਆਂ ਤਾਂ ਕੁਝ ਹਿਰਖ ਮੱਠਾ ਹੋ ਵੀ ਸਕਦਾ, ਗੱਲ ਅੱਗੇ ਵਧੀ ਹੈ। ਬਾਕੀ ਸਿੱਧੂ ਮੂਸੇਵਾਲੇ ਦੇ ਮਾਮਲੇ ਦੇ ਨਾਲ ਸੰਬੰਧਿਤ ਇੱਕ ਪਟੀਸ਼ਨ ਸੰਧਾਲੀਆ ਸਾਹਿਬ ਮਾਣਯੋਗ ਸੁਪਰੀਮ ਕੋਰਟ 'ਚ ਗਈ ਸੀ, ਬਾਕੀ ਤਾਂ ਕੇਸ ਹੇਠਲੀਆਂ ਅਦਾਲਤਾਂ ਦੇ ਵਿੱਚ ਰਹਿਣਗੇ ਨਾ। ਤੇ ਜਿਹੜੀ ਪਟੀਸ਼ਨ ਗਈ ਸੀ ਉਹ ਭਾਰਤੀ ਜਨਤਾ ਪਾਰਟੀ ਦੇ ਇੱਕ ਲੀਡਰ ਦੀ ਸੀ। ਉਹ ਕਹਿੰਦੇ ਸੀ ਕਿ ਭਾਈ ਜਗਜੀਤ ਮਿਲਖਾ ਸਿੰਘ ਉਹਨਾਂ ਦਾ ਨਾਂ, ਇਲੈਕਸ਼ਨ ਉਹਨਾਂ ਨੇ ਐਤਕੀ ਲੜਿਆ, ਕਿ CBI ਜਾਂਚ ਕਰਾਈ ਜਾਵੇ, ਇੱਥੋਂ ਇਨਸਾਫ ਨਹੀਂ ਮਿਲਣਾ। ਮਾਮਲਾ ਜਿਹੜਾ ਉਹ ਵੱਡਾ ਸਿੱਧੂ ਮੂਸੇਵਾਲੇ ਦੇ ਕਤਲ ਦੀ, ਕਿਉਂਕਿ ਆਪਾਂ ਨੂੰ ਪਤਾ ਕਿ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਜਾਂਚ ਕਰ ਰਿਹਾ, ਪੰਜਾਬ ਪੁਲਿਸ ਜਾਂਚ ਕਰ ਰਹੀ ਹੈ। ਹੁਣ ਸੁਪਰੀਮ ਕੋਰਟ 'ਚ ਪਟੀਸ਼ਨ ਸੀ, ਸੁਣਵਾਈ ਸੀ, ਤਾਂ ਐਂ ਲੱਗਦਾ ਸੀ ਕਿ ਭਾਈ ਹੋ ਸਕਦਾ ਕੇਸ ਉਧਰਲੇ ਪਾਸੇ ਚਲੇ ਜਾਏ। ਮਾਣਯੋਗ ਸੁਪਰੀਮ ਕੋਰਟ ਨੇ ਕੇਸ ਸੁਣਿਆ। ਉਹ ਕਹਿੰਦੇ ਜੀ ਪਹਿਲੀ ਗੱਲ ਇਹ ਹੈ ਕਿ ਤੁਹਾਡਾ ਕੀ ਇੰਟਰਸਟ ਹੈ, ਵਕੀਲ ਸਾਹਿਬ ਨੂੰ ਪੁੱਛਿਆ। ਉਹ ਕਹਿੰਦੇ ਜੀ ਇਹ ਲੀਡਰ ਨੇ ਕਿ ਭਾਈ ਇਲਾਕੇ ਦੇ ਨੇ। ਉਹ ਕਹਿੰਦੇ ਪਹਿਲੀ ਗੱਲ ਹੈ ਕਿ ਰਾਜਨੀਤੀ ਦੇ ਵਿੱਚ ਨਾ ਇਸ ਕੇਸ ਨੂੰ ਘੜੀਸਿਆ ਜਾਵੇ। ਦੂਸਰਾ ਉਹ ਕਹਿੰਦੇ ਜੀ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਜਾਂਚ ਕਰ ਰਿਹਾ, ਪੰਜਾਬ ਪੁਲਿਸ ਜਾਂਚ ਕਰ ਰਹੀ ਹੈ, ਤੇ ਉਸ ਜਾਂਚ ਦੇ ਉੱਤੇ ਹਾਲ ਦੀ ਘੜੀ ਭਰੋਸਾ ਕਰਨਾ ਚਾਹੀਦਾ ਤੇ ਇਹਦੀ CBI ਜਾਂਚ ਦੀ ਲੋੜ ਨਹੀਂ, ਕਹਿ ਕੇ ਉਹਨਾਂ ਨੇ ਪਟੀਸ਼ਨ ਜਿਹੜੀ ਹੈ ਉਹ ਰੱਦ ਕਰਤੀ। ਹਾਲਾਂਕਿ 2 ਦਿਨ ਪਹਿਲੇ ਸਿੱਧੂ ਮੂਸੇਵਾਲੇ ਹੋਰਾਂ ਦੇ ਪਿਤਾ ਜੀ ਜਿਹੜੇ ਆ ਬਲਕੌਰ ਸਿੰਘ ਹੋਰੀ, ਉਹਨਾਂ ਨੇ ਕਿਹਾ ਸੀ ਜੀ 40 ਦਿਨ ਹੋ ਗਏ, 2-3 ਬੰਦੇ ਅਜੇ ਤੱਕ ਵੀ ਨਹੀਂ ਫੜੇ ਗਏ, ਤੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਇੱਕ ਹਾਕ ਮਾਰੀਏ 10-10 ਮੁੰਡੇ ਹੋਰ ਇਦਾਂ ਦਾ ਕੰਮ ਕਰਨ ਨੂੰ ਅੱਗੇ ਆ ਜਾਣਗੇ। ਹੁਣ ਪਰ ਜਿੱਦਾਂ ਸੁਪਰੀਮ ਕੋਰਟ ਦੇ ਵਿੱਚੋਂ ਇਹ ਪਟੀਸ਼ਨ ਰਿਜੈਕਟ ਹੋਈ ਹੈ, ਤਾਂ ਸੰਧਾਲੀਆ ਸਾਹਿਬ ਉਹਦੇ ਤੋਂ ਬਾਅਦ ਹੁਣ ਸਾਰੀਆਂ ਨਜ਼ਰਾਂ ਪੰਜਾਬ ਪੁਲਿਸ ਤੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਜਾਂਚ ਦੇ ਉੱਤੇ ਕੇਂਦਰਿਤ ਰਹਿਣਗੀਆਂ। ਮੈਂ ਨਾ ਚਲੋ ਇੱਕ ਗੱਲ ਤਾਂ ਹੈਗੀ ਆ ਵੀ ਅਦਾਲਤ ਨੇ ਚੰਗੀ ਗੱਲ ਕੀਤੀ ਵੀ ਜਿਹੜਾ ਉਹਨਾਂ ਨੇ ਇਹ ਕਿਹਾ ਵੀ ਯਾਰ ਇਹਨੂੰ ਸਿਆਸੀ ਰੰਗਤ ਨਾ ਦਿਓ, ਕਿਉਂਕਿ ਕਾਰਨ ਹੈ ਵੀ ਹੈ ਤੇ ਉਹ ਸਿਆਸੀ ਲੀਡਰ ਹੋ ਸਕਦਾ ਵੀ ਉਹਨਾਂ ਦੀ ਕੋਈ ਚੰਗੀ ਭਾਵਨਾ ਹੋਵੇ, ਆਪਾਂ ਹੀ ਨਹੀਂ ਆਂਦੇ। ਪਰ ਜਦੋਂ ਕੋਈ ਵੀ ਕੇਸ ਇੱਕ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਹੋ ਜਾਂਦਾ ਨਾ, ਉਹਦੇ ਵਿੱਚ ਮੰਨ ਲਓ ਸਿਆਸੀ ਬੰਦਾ ਇਨਵੋਲਵ ਹੋ ਗਿਆ, ਸਿਆਸੀ ਪਾਰਟੀ ਇਨਵੋਲਵ ਹੋ ਗਈ, ਫਿਰ ਹੌਲੀ ਹੌਲੀ ਸਿਆਸਤ ਦੀ ਪੁੱਠ ਤੇ ਚੜ੍ਹੀ ਜਾਂਦੀ ਹੈ। ਤੇ ਕਿਸੇ ਵੀ ਚੀਜ਼ ਨੂੰ ਸਿਆਸਤ ਦੀ ਪੁੱਠ ਚੜ੍ਹ ਗਈ ਤੇ ਉਦੋਂ ਬਾਅਦ ਉਹਦਾ ਕੋਈ ਨਾ ਕੋਈ ਰੂਪ ਹੋਰ ਬਣ ਜਾਂਦਾ। ਚੰਗੀ ਗੱਲ ਹੈ ਵੀ ਅਦਾਲਤ ਨੇ ਵੀ ਕਹਿਤਾ ਵੀ ਇੱਕ ਤਰ੍ਹਾਂ ਜਿਹੜੀਆਂ ਜਾਂਚ ਕਰ ਰਹੀਆਂ ਟੀਮਾਂ ਨੇ ਉਹਨਾਂ ਦੀ ਜਾਂਚ ਦੇ ਉੱਪਰ ਆਪਾਂ ਸਾਰਾ ਕੁਝ ਵੇਖੀਏ, ਫਿਰ ਸਾਰਾ ਕੁਝ ਕਲੀਅਰ ਹੋਊਗਾ। ਦੂਜੀ ਗੱਲ ਇਹ ਵੀ ਆ ਵੀ ਤੁਸੀਂ ਦੇਖੋ ਜੇ ਸਿੱਧੂ ਮੂਸੇਵਾਲਾ ਹੋਰੀ ਦੁਨੀਆ ਤੋਂ ਚਲੇ ਗਏ ਤਾਂ ਅਜੇ ਵੀ ਉਹਨਾਂ ਨੂੰ ਪਿਆਰ ਕਰਨ ਵਾਲੇ ਲੋਕ ਜਿਹੜੇ ਉਹਨਾਂ ਦਾ ਤਾਂਤਾ ਲੱਗਾ ਉਸੇ ਤਰ੍ਹਾਂ ਹੀ। ਹੁਣ ਪਹਿਲਾਂ ਇੱਕ ਛੋਟਾ ਬੁੱਤ ਸੀਗਾ ਜਿਹੜਾ ਉੱਥੇ ਲੈ ਕੇ ਗਏ, ਹੁਣ ਇੱਕ ਆਦਮਕਦ ਬੁੱਤ ਕਿਸੇ ਨੇ ਬਣਾਇਆ, ਉਹ ਉਹਨਾਂ ਦੇ ਪਰਿਵਾਰ ਨੂੰ ਉੱਥੇ ਜਾ ਕੇ ਦਿੱਤਾ ਉਹਨਾਂ ਦੀ ਹਵੇਲੀ ਦੇ ਵਿੱਚ। ਹਾਲਾਂਕਿ ਜਦੋਂ ਆਪਣੇ ਪੁੱਤ ਨੂੰ ਬੁੱਤ ਦੇ ਰੂਪ 'ਚ ਦੇਖਦੇ ਨੇ ਮਾਂ ਪਿਓ, ਉਹਨਾਂ ਦੀਆਂ ਵੀ ਲੇਰਾਂ ਨਿਕਲਦੀਆਂ, ਪਰ ਚਲੋ ਜਿਨ੍ਹਾਂ ਦਾ ਪਿਆਰ ਹੈ ਉਹਦੇ ਨਾਲ ਉਹਨਾਂ ਨੇ ਆਪਣੇ ਤੌਰ ਤੇ ਉਹਦਾ ਬੁੱਤ ਬਣਾ ਕੇ ਤੇ ਉੱਥੇ ਲਿਆਂਦਾ। ਹਾਲਾਂਕਿ ਹੋ ਸਕਦਾ ਜੇ ਹੋਰ ਵੀ ਲੋਕ ਲੈ ਕੇ ਆਉਣ। ਇੱਥੋਂ ਇਹ ਗੱਲ ਤੇ ਪਤਾ ਲੱਗਦੀ ਹੈ ਵੀ ਉਹ ਸ਼ਖਸ ਨੇ ਕਮਾਈ ਤੇ ਕੀਤੀ ਸੀ। ਨਹੀਂ, ਇਹਦੇ ਵਿੱਚ ਕੋਈ ਦੂਰ ਆਏ ਨਹੀਂ। ਸੰਧਾਲੀਆ ਸਾਹਿਬ ਲੋਕ ਪਸੰਦ ਕਰਦੇ ਸੀ, ਪਿਆਰ ਕਰਦੇ ਸੀ, ਤੇ ਨਹੀਂ ਤਾਂ ਹੁਣ ਜਿੱਦਾਂ 40 ਦਿਨ ਤੋਂ ਉੱਪਰ ਦਾ ਸਮਾਂ ਹੋ ਗਿਆ, ਕੰਮ ਹੌਲੀ ਹੌਲੀ ਠੰਡਾ ਪੈ ਜਾਂਦਾ ਹੁੰਦਾ, ਪਰ ਲੋਕ ਇਨਸਾਫ ਵੀ ਮੰਗੀ ਜਾਂਦੇ ਆ। ਸੋਸ਼ਲ ਮੀਡੀਆ ਦੇ ਉੱਤੇ ਵੀ ਚਰਚਾ ਜਿਹੜੀ ਉਹ ਸਿਖਰ ਦੇ ਉੱਤੇ ਆ, ਨਿੱਤ ਦਿਹਾੜੇ ਕੋਈ ਨਾ ਕੋਈ ਨਵੀਂ ਜਿਹੜੀ ਚੀਜ਼ ਸਾਹਮਣੇ ਆ ਜਾਂਦੀ ਆ। ਜਿਹੜੇ ਬੰਦੇ ਤਿਹਾੜ ਜੇਲ੍ਹ ਦੇ ਵਿੱਚੋਂ ਲਿਆਂਦੇ ਹੋ ਆ ਕਿ ਅਸੀਂ ਜਿਹੜਾ ਪੁਲਿਸ ਨੇ ਕਿਹਾ ਸੀ ਕਿ ਸਾਨੂੰ ਸ਼ੱਕ ਹੈ ਕਿ ਇਹ ਕਨੈਕਸ਼ਨ ਜੁੜੇ ਆ, ਰਿਮਾਂਡ ਤੇ ਰਿਮਾਂਡ, ਕਦੇ ਹੁਸ਼ਿਆਰਪੁਰ ਵਾਲੇ, ਕਦੇ ਅੰਮ੍ਰਿਤਸਰ ਵਾਲੇ, ਕਦੇ ਕੋਈ ਮਾਨਸੇ ਵਾਲੇ ਜਿਹੜਾ ਰਿਮਾਂਡ ਲਈ ਜਾਂਦੇ ਆ, ਤੇ ਰੋਜ਼ ਕੋਈ ਨਾ ਕੋਈ ਕਨੈਕਸ਼ਨ ਜਿਹੜਾ ਉਹ ਜੁੜਦਾ ਹੈ। ਤੇ ਜਿਹੜਾ ਉਹ ਸੰਦੀਪ ਕਾਹਲੋਂ ਹੈ, ਇੱਕ ਸਾਬਕਾ ਮੰਤਰੀ ਦਾ ਭਤੀਜਾ ਹੈ, ਉਸ ਬੰਦੇ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ, ਹੁਣ ਉਹਦੇ ਘਰ ਜਾ ਕੇ ਤਲਾਸ਼ੀ ਲਈ ਹੈ, ਕੱਲੀ ਕੱਲੀ ਚੀਜ਼ ਫਰੋਲੀ ਗਈ ਹੈ ਕਿ ਭਾਈ ਤੂੰ ਬੰਦੇ ਕੋਲ ਰੱਖੇ, ਤੂੰ ਹਥਿਆਰ ਦਿੱਤੇ ਜਾਂ ਕੀ ਜੋ ਵੀ ਦੋਸ਼ ਲੱਗੇ ਨੇ। ਕਹਿੰਦੇ ਆ ਕਿ ਕੁਝ ਚੀਜ਼ਾਂ ਐਸੀਆਂ ਬਰਾਮਦ ਹੋਈਆਂ ਕਿ ਕਨੈਕਸ਼ਨ ਨਵੇਂ ਤਰ੍ਹਾਂ ਦੇ ਵੀ ਇਸ ਕੇਸ ਦੇ ਵਿੱਚ ਜੁੜ ਸਕਦੇ ਆ। ਦੇਖੋ ਕਾਰਨ ਹੈ ਵੀ ਜਾਂਚ ਜਦੋਂ ਹੋ ਰਹੀ ਹੈ, ਮੇਰਾ ਖਿਆਲ ਜਦ ਤੱਕ ਪੁਲਿਸ ਨਹੀਂ ਕਲੀਅਰ ਕਰਦੀ ਉਨੀ ਦੇਰ ਤੱਕ ਆਪਾਂ ਨੂੰ ਕੋਈ ਗੱਲ ਕਰਨੀ ਨਹੀਂ ਚਾਹੀਦੀ।
ਆਉਣ ਵਾਲੇ ਦਿਨਾਂ 'ਚ ਕਲੀਅਰ ਕਰ ਦੂਗੀ ਪੁਲਿਸ ਮੇਰੇ ਖਿਆਲ ਨਾਲ। ਮੈਂ ਤੁਹਾਡੇ ਤੋਂ ਇੱਕ ਗੱਲ ਪੁੱਛਣੀ ਸੀ, ਸਿਹਤ ਠੀਕ ਹੈ? ਨਹੀਂ ਅਜੇ ਤੁਹਾਡੇ ਸਾਹਮਣੇ ਹੀ ਆ, ਮੈਂ ਤਾਂ ਟਿੱਪਣੀਆਂ ਮੰਗਾ ਰਿਹਾ ਵੀ ਕਿਵੇਂ ਕੀ ਕਰਨਾ ਚਾਹੀਦਾ। ਰਾਹੁਲ ਗਾਂਧੀ ਹੋਰਾਂ ਦੀ ਸਿਹਤ ਠੀਕ ਹੈ? ਰਾਹੁਲ ਗਾਂਧੀ ਦੀ ਸਿਹਤ ਨੂੰ ਕੀ ਹੋ ਗਿਆ? ਨਹੀਂ ਵੈਸੇ ਹੀ ਪੁੱਛਿਆ ਵੀ ਉਦਾਂ ਹੀ ਪੁੱਛਦਾ ਵੀ ਕਿੱਦਾਂ ਉਹ ਠੀਕ ਠਾਕ ਹੈ, ਆਮ ਪੁੱਛੀਦਾ ਆਪਾਂ। ਨਹੀਂ ਮੇਰਾ ਰਾਹੁਲ ਗਾਂਧੀ ਨਾਲ ਕੀ ਲਿੰਕ ਆ? ਸਾਡੇ ਲਈ ਤਾਂ ਤੁਸੀਂ ਉਹ ਲੀਡਰ ਹੋ, ਪਾਰਟੀ ਨਾਲ ਸਾਨੂੰ ਕੋਈ ਲੈਣਾ ਦੇ, ਕਿਉਂਕਿ ਤੁਹਾਡਾ ਲੀਡਰਾਂ ਦਾ ਕੀ ਪਤਾ ਕਿੱਧਰਲੇ ਪਾਸੇ ਪਾਰਟੀ ਚਲੇ ਜਾਣਾ ਸਵੇਰੇ। ਕਿ ਇਹ ਚੰਗੇ ਲੀਡਰ ਦਾ ਨਾਂ ਨਾ ਲਿਓ ਵੀ ਜਿਹਦਾ ਕੋਈ ਵਟਿਆ ਜਾਂਦਾ। ਠੀਕ ਹੈ, ਬੱਟੇ ਉਹਦੇ ਗਰੀਬ ਦੀ ਪਾਰਟੀ ਦਾ ਅੱਗੇ ਪਤਾ ਨਹੀਂ ਕੋਈ ਹਾਲ, ਕਦੀ ਕਿਤੇ ਵਿਗੜ ਜਾਂਦਾ ਕਦੀ ਕਿਤੇ ਵਿਗੜ ਜਾਂਦਾ। ਹੁਣ ਸ਼ਾਇਦ ਗੋਆ 'ਚ ਰੌਲਾ ਪਿਆ ਤੇ ਨਾ ਤੁਸੀਂ ਮੇਰਾ ਲਾਈ ਜਾਂਦੇ। ਦੇਖੋ ਗੋਆ 'ਚ ਤਾਂ ਰੌਲਾ ਪੈਣਾ ਹੀ ਸੀ ਸੰਧਾਲੀਆ ਸਾਹਿਬ। ਮੈਂ ਗੁਆਂਢ ਤੋਂ ਹੋ ਕੇ ਜਾਣਾ, ਮਹਾਰਾਸ਼ਟਰ ਦੇ ਵਿੱਚ ਅਜੇ ਪੰਗਾ ਪਿਆ ਹੀ ਹੈ। ਆਪਣੇ 8-10 ਵਿਧਾਇਕਾਂ ਨੂੰ ਉਹ ਨੋਟਿਸ ਕੱਢੀ ਫਿਰਦੇ, ਯਾਰ ਤੁਸੀਂ ਨਹੀਂ ਆਏ ਵੋਟ ਪਾਉਣ ਲੱਗੇ, ਤੁਸੀਂ ਕਿੱਥੇ ਗਏ ਸੀ ਉਹਲੇ, ਤੁਸੀਂ ਭਟੂਰੇ ਖਾਣ ਚਲ ਗਏ ਸੀ। ਗੋਆ ਦੇ ਵਿੱਚ ਕਹਿੰਦੇ ਜੀ 8-9 ਕਾਂਗਰਸੀ MLA ਜਿਹੜੇ ਆ ਉਹ ਸੱਜੇ ਖੱਬੇ ਹੋਣ ਨੂੰ ਫਿਰਦੇ ਆ। ਸੱਜੇ ਖੱਬੇ ਕਿੱਧਰ ਨੂੰ ਹੋਣਾ ਸਾਰਿਆਂ ਨੂੰ ਪਤਾ। ਉਹਨਾਂ ਨੇ 5-6 ਬੰਦੇ ਤਾਂ ਸਸਪੈਂਡ ਕਰ ਦਿੱਤੇ ਆਪਣੇ MLA। ਠੀਕ ਹੈ, ਮੈਂ ਰਾਹੁਲ ਗਾਂਧੀ ਹੋਰਾਂ ਦਾ ਬਿਆਨ ਉਡੀਕਦਾ ਸੀ। ਇੱਧਰ 4 ਵਾਰੀ ਦਾ MLA ਤੇ 2 ਵਾਰੀ ਦਾ MP ਹੈ ਕੁਲਦੀਪ ਬਿਸ਼ਨੋਈ ਹਰਿਆਣੇ 'ਚ। ਅੱਜ ਜਦੋਂ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਸੀ ਉਦੋਂ ਕਹਿੰਦੇ ਸੀ ਵੋਟ ਉਹਨੇ ਖਪਾਈ ਨਹੀਂ ਤਾਂ ਇਹਨਾਂ ਦਾ ਬੰਦਾ ਹਰ ਗਿਆ, ਦੂਜਿਆਂ ਦਾ ਜਿੱਤ ਗਿਆ। ਉਹ ਕੁਲਦੀਪ ਬਿਸ਼ਨੋਈ ਹੋਰੀ ਉਹ ਕਹਿੰਦੇ ਮੈਂ ਕਾਂਗਰਸ 'ਚ ਰਹਿਣਾ, ਨਹੀਂ ਗੱਲ ਬਣੀ। ਉਹ ਹੁਣ JP ਨੱਡਾ ਸਾਹਿਬ ਨੂੰ ਜਾ ਕੇ ਮਿਲਿਆ, ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨੂੰ। ਜਿਹੜੇ ਬੰਦੇ ਨੂੰ ਹਰਿਆਣੇ ਦੇ ਲੋਕਾਂ ਨੇ 2 ਵਾਰੀ MP ਤੇ 4 ਵਾਰੀ MLA ਬਣਾਇਆ, ਜਿਹੜਾ ਬੰਦਾ ਆਪਣੀ ਪਾਰਟੀ ਬਣਾ ਕੇ ਵੀ MP MLA ਬਣਦਾ ਰਿਹਾ, ਕੁਛ ਨਾ ਕੁਛ ਉਹਦੇ ਪੱਲੇ ਤਾਂ ਹੋਣਾ। ਜੇ ਗੁਆਂਢ ਹਰਿਆਣੇ ਦੇ ਵਿੱਚੋਂ ਵੀ ਕੰਮ ਉਧਰ ਚਲੇ ਗਿਆ, ਪਹਿਲਾਂ ਸਾਬਕਾ ਪ੍ਰਧਾਨ ਅਸ਼ੋਕ ਤੰਵਰ ਚਲੇ ਗਿਆ ਸੀ, ਜਣੇ ਵੀ ਬੰਦਾ ਖਿਸਕ ਗਿਆ, ਤੇ ਮਹਾਰਾਸ਼ਟਰ ਉਸ ਤੋਂ ਬਾਅਦ ਗੋਆ, ਪਹਿਲਾਂ ਮੱਧ ਪ੍ਰਦੇਸ਼ ਚਲਾ ਗਿਆ, ਫਿਰ ਹਰਿਆਣਾ, ਪੱਲੇ ਕੀ ਰਹੂਗਾ? ਪੱਲੇ ਪਾਰਟੀ ਹੋ ਸਕਦਾ ਮਤਲਬ ਬਾਅਦ ਦੇ ਵਿੱਚ ਪਰਿਵਾਰ ਦੇ 3-4 ਜੀ ਉੱਥੇ ਮਤਲਬ ਕੋਠੀ 'ਚ ਬਹਿ ਕੇ ਸਲਾਹਾਂ ਕਰਿਆ ਕਰਨ, ਫੋਟੋਆਂ ਦੇਖ ਕੇ ਉਦੋਂ ਫੋਟੋ 'ਚ ਵਾਹਵਾ ਲੀਡਰ ਹੁੰਦੇ ਆ। ਇਹ ਅੱਜ ਕੱਲ੍ਹ ਫਲਾਨੀ ਪਾਰਟੀ 'ਚ ਨੇ। ਕੋਰ ਕਮੇਟੀ ਲਈ ਵੀ ਨਾ ਲੱਭਣ ਪੂਰੇ ਬੰਦੇ। ਆਹੋ ਪਿਓ ਬੰਦੇ ਯਾਰ ਵੇਖੋ 5-4 ਹੈਗੇ ਕੋ, ਆਪਾਂ ਘੱਟੋ ਘੱਟ ਕੋਰ ਕਮੇਟੀ ਦੀ ਮੀਟਿੰਗ ਤੇ ਕਰੀਏ। ਵੇਖੋ ਇੱਕ ਗੱਲ ਤੇ ਪੱਕੀ ਆ ਵੀ ਜਿਸ ਹਿਸਾਬ ਨਾਲ ਇਹ ਕੰਮ ਚੱਲ ਰਿਹਾ, ਕਾਂਗਰਸ ਪਾਰਟੀ ਦੇ ਜਿੰਨੇ ਵੀ ਲੀਡਰ ਨੇ ਦੇਸ਼ ਭਰ 'ਚ ਬਚੇ, ਉਹਨਾਂ ਨੂੰ ਜ਼ਰੂਰ ਸਿਰ ਜੋੜ ਕੇ ਬਹਿਣਾ ਚਾਹੀਦਾ ਵੀ ਜੋ ਉਹਨਾਂ ਦੀ ਪੋਲੀਟੀਕਲ ਪਾਰਟੀ ਦੇ ਨਾਲ ਹੋ ਰਿਹਾ ਉਹਦੇ ਪਿੱਛੇ ਅਸਲ ਕਾਰਨ ਕੀ, ਵੀ ਜਾਂ ਬੰਦੇ ਕੱਚੇ ਨੇ ਜਾਂ ਜਿਹੜੇ ਅਗਲੇ ਨੇ ਉਹ ਜ਼ਿਆਦਾ ਜ਼ੋਰਾਵਰ ਨੇ, ਭਾਈ ਸਾਹਿਬ ਅਗਲੇ ਲੈ ਜਾਂਦੇ ਆ, ਜਾਂ ਕਿਤੇ ਇੱਦਾਂ ਵੀ ਤੁਸੀਂ ਉਹਨਾਂ ਨੂੰ ਉਨੀ ਥਾਂ ਨਹੀਂ ਦਿੱਤੀ ਉੱਗਣ ਦੀ ਤੇ ਅਗਲਿਆਂ ਨੂੰ ਖੁਦ ਲੱਗਿਆ ਵੀ ਯਾਰ ਮੈਂ ਗਮਲੇ 'ਚ ਜ਼ਰੂਰ ਲੱਗਣਾ, ਮੈਂ ਖੁੱਲੀ ਧਰਤੀ ਤੇ ਜਾਣਾ ਜਿੱਥੇ ਮੈਂ ਰੁੱਖ ਬਣਾ। ਕੀ ਕਾਰਨ ਆ ਇੱਕ ਨਾਲ ਲੱਭਣਾ ਜ਼ਰੂਰ ਚਾਹੀਦਾ। ਬਾਕੀ ਚਲੋ ਅਸੀਂ ਤੇ ਕਹਿ ਹੀ ਸਕਦੇ ਹਾਂ ਭਾਈ ਸਾਹਿਬ, ਕਿਉਂਕਿ ਪਾਰਟੀ ਅਗਲਿਆਂ ਦੀ ਸਿਆਣੇ ਉਹ ਨੇ, ਉਹ ਕਹਿੰਦਾ ਵੀ 134-35 ਸਾਲ ਸਾਡੀ ਪੁਰਾਣੀ ਪਾਰਟੀ ਤੇ ਤੁਸੀਂ ਹੁਣ ਸਾਨੂੰ ਸਲਾਹਾਂ ਦਿਓਗੇ, ਅਸੀਂ ਕਿਉਂ ਨਹੀਂ ਸਲਾਹ? ਸੰਧਾਲੀਆ ਸਾਹਿਬ ਤੁਸੀਂ ਤਾਂ ਗਮਲੇ ਦੀ ਗੱਲ ਕੀਤੀ ਹੈ, ਲਿਫਾਫੇ 'ਚ ਵੀ ਬੂਟਾ ਹੋਵੇ ਤਾਂ ਥੱਲੇੋਂ ਪਾੜ ਕੇ ਲਾਈਦਾ ਲਿਫਾਫਾ। ਨਹੀਂ ਕੀ ਪਤਾ ਅਗਲਿਆਂ ਨੇ ਦੋਹਰਾ ਲਿਫਾਫਾ ਕੀਤਾ ਹੋਵੇ ਤਾਂ ਹੀ ਬੂਟਾ ਵਿਚਾਰਾ ਜਾਂਦਾ ਵੀਰ ਇੱਥੇ ਜੜ ਨਹੀਂ ਉਹ ਲੱਗਣੀ ਤੇ ਮੈਂ ਕਿਤੇ ਹੋਰ ਚਲੇ ਜਾਵਾਂ। ਬਾਕੀ ਸੰਧਾਲੀਆ ਸਾਹਿਬ ਸਿਹਤ ਤੁਹਾਡੀ ਸੰਬੰਧੀ ਸੁਝਾਅ ਸਾਰਿਆਂ ਦੇ ਦਿੱਤੇ ਹੁਣ, ਇੱਕ ਸੁਝਾਅ ਤੁਹਾਨੂੰ ਹੁਣ ਮੈਂ ਦੇਣਾ। ਤੁਸੀਂ ਪ੍ਰੋਗਰਾਮ ਨਿਬੇੜ ਕੇ ਸਿੱਧੇ ਦੁਕਾਨੇ ਜਾਣਾ ਹੈ, ਜੂਸ ਦਾ ਇੱਕ ਗਲਾਸ ਲੈਣਾ, ਬਰਫ਼ ਨਹੀਂ ਪਾਉਣੀ, ਉਹ ਜੂਸ ਦਾ ਇੱਕ ਗਲਾਸ ਲੈਣਾ ਹੈ, ਦੋਨਾਂ ਹੱਥਾਂ 'ਚ ਫੜਨਾ, ਵਾਪਸ ਆ ਜਾਣਾ ਹੈ, ਉਹ ਮੈਨੂੰ ਪਿਆ ਕੇ ਫੇਰ ਪੁੱਛਣਾ ਜੀ ਤੁਹਾਡੇ ਕੋਲ ਵੀ ਕੋਈ ਸਲਾਹ ਹੈਗੀ ਕਿ ਨਹੀਂ ਹੈਗੀ। ਹਾਂ ਲਓ, ਇਹਦੇ ਤੇ ਵੀ ਹੁਣ ਟਿੱਪਣੀ ਕਰਿਓ ਵੀ ਇਹ ਬੰਦੇ ਮਤਲਬ ਬਿਮਾਰ ਬੰਦੇ ਕੋਲੋਂ ਵੀ ਮਤਲਬ ਰਿਸ਼ਵਤ ਭਾਲਦੇ ਨੇ, ਇਸ ਤਰ੍ਹਾਂ ਦੇ ਲੋਕ। ਡਾਕਟਰਾਂ ਨੂੰ ਦੇ ਦਿਓ ਪੈਸੇ, ਭਰਾ ਨੂੰ ਜੂਸ ਨਾ ਪਿਲਾਇਓ, ਬਾਅਦ ਦੇਖ ਲਿਆ ਮੈਂ ਹਿਸਾਬ ਕਿਤਾਬ ਤੁਹਾਡਾ। ਤੇ ਇਹਨੇ ਵੀ ਭਰਾ ਨੂੰ ਕਾਇਮ ਕਰ ਲਿਆ ਵੀ ਦੋਵੇਂ ਭਰਾ ਇਕੱਠਾ ਪੀਣ ਜਾਵਾਂਗੇ ਕਿਤੇ ਜੂਸ। ਗੱਲ ਤਾਂ ਵੀ ਠੀਕ ਹੈ, ਜਾਨੀ ਫਲੂ ਤੁਹਾਨੂੰ ਹੋਇਆ ਤਾਂ ਮੈਂ ਲੋਕਾਂ 'ਚ ਲਈ ਫਿਰਾਂ। ਚਲੋ ਤੇ ਮੈਂ ਜੂਸ ਲੈਣ ਵੀ ਤੇ ਜਾਣਾ ਹੀ। ਚਲੋ ਠੀਕ ਹੈ, ਸ਼ੁਕਰੀਆ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਇਸ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ ਜੀ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।